और हिस्ट्री जाननी बहुत जरूरी है कि साडे नाल की कुछ होंदा रहा है, लोग की साडे नाल करते रहे हैं, राजे की करते रहे हैं, सरकारां की करती रही हैं, अंग्रेज सी या मुगल सी। जी वो प्रॉब्लम बीबा जी है कि ਅਸੀਂ ਆਪਣੀ ਹਿਸਟਰੀ ਸੰਭਾਲ ਕੇ ਨਹੀਂ ਰੱਖੀ ਤੇ ਨਾ ਹੀ ਸਾਡੇ ਬਜ਼ੁਰਗਾਂ ਨੇ, ਵੱਡ ਵਡੇਰਿਆਂ ਨੇ, ਮਾਵਾਂ ਨੇ, ਭੈਣਾਂ ਨੇ, ਧੀਆਂ ਨੇ ਬੱਚਿਆਂ ਨੂੰ ਇਹ ਹਿਸਟਰੀ ਸੁਣਾਈ ਆਪਣੇ ਆਪਣੇ ਈਸ਼ ਤੇ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ। ਨਾ ਹੀ ਪ੍ਰਧਾਨ ਮੰਤਰੀ ਜੀ ਤੋਂ ਇਸ ਉਮੀਦ ਸੀਗੀ, ਕਿਉਂਕਿ ਉਹਨਾਂ ਨੂੰ ਐਡਰੈਸ ਕਰਕੇ ਇੱਜ਼ਤ ਨਾਲ ਤਾਂ ਬੁਲਾਉਣਾ ਪੈਂਦਾ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਕੋਈ ਵੀ ਹੋਵੇ। ਸ਼ਾਇਦ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਹਿਸਟਰੀ ਕੀ ਹੈ। हैरान हो जाना भी ये पढ़े लिखे बंदे, ये बंदे जेडे देश को चला रहे गल्लां किस तरह दी करदे। तो मैं समझदा ये तो अपने अपने कर्म ने, कर्म इहो जे बीज लेने इन्हां ने कि आउण वाले टाइम ते इन्हां नूं कट्टणे औखे हो जाणे। रब हरेक नूं अपने कर्म कटाउंदा है, आपे बीज आपे खा, नानक हुक्मी आवे जा। 400 किसान शहीद हो गया, की सिट्टा निकलिया? कुछ नहीं। मावां दे घरे चुल्हिਆਂ ਦੇ ਵਿੱਚ ਘਾਹ ਉੱਗ ਗਏ, ਕਿਸੇ ਨੇ ਜਾ ਕੇ ਰੁਪਈਆ ਦਿੱਤਾ ਉਹਨੂੰ? ਕੁਛ ਨਹੀਂ। ਕਿਸੇ ਨੇ ਬੱਚਿਆਂ ਨੂੰ ਸੰਭਾਲਿਆ? ਕੁਛ ਨਹੀਂ। ਹੈ ਜੀ ਹੁਣ ਤੁਹਾਡਾ ਉਹਦੇ ਬਗੈਰ ਸਰਦਾ ਨਹੀਂ, ਤੁਸੀਂ ਨਾਲ ਲੈ ਕੇ ਨੂੰ ਤੁਰਦੇ ਹੋ। ਦੀਪ ਸਿੱਧੂ ਦੀ ਜ਼ਮਾਨਤ ਨਹੀਂ ਹੋਈ, ਮੇਰੇ ਵਰਗੇ ਨੂੰ ਤੁਸੀਂ ਗਾਲਾਂ ਕੱਢਦੇ ਹੋ ਸਿਰਫ ਇਸ ਕਰਕੇ ਕਿ ਅਸੀਂ ਸਿਰਫ ਤੁਹਾਡਾ ਸਾਥ ਦੇ ਰਹੇ ਹਾਂ। ਪਹਿਲਾਂ ਆਪਣਿਆਂ ਨੂੰ ਸੁਧਾਰ ਤਾਂ ਲਓ ਕਿ ਗੁਰੂ ਸਾਹਿਬ ਤੁਹਾਨੂੰ ਕੀ ਸਿਖਾ ਗਏ। ਮੈਂ ਤਾਂ ਹੁੱਕਾ ਦਿੰਦਾ ਫਿਰਦਾ ਵੀ ਅੱਜ ਨਾ ਇਕੱਠੇ ਹੋਏ ਬੀਬਾ ਜੀ, ਇਹ ਗੱਲ ਮੈਂ ਬੁਲੰਦ ਆਵਾਜ਼ ਨਾਲ ਕਹਿਣਾ, ਹਾਲ ਯਹੂਦੀਆਂ ਵਾਲਾ ਹੋਊਗਾ ਪੰਜਾਬੀਆਂ ਨੂੰ। ਪੈਰੋਕਰੋਸ ਨੂੰ ਪੁੱਛਣਾ ਚਾਹੁੰਦਾ, ਤੁਸੀਂ 16 ਲੱਖ ਕਰੋੜ ਦੀ ਜ਼ਮੀਨ ਪੰਜਾਬ 'ਚ ਦੱਬੀ ਹੈ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਇਹ ਜ਼ਹਿਰ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਨੂੰ ਦੇ ਰਹੇ ਹੋ, ਕੱਲ ਨੂੰ ਤੁਹਾਡੇ ਬੱਚਿਆਂ ਤੇ ਪਰਿਵਾਰ ਦਾ ਕੀ ਹਾਲ ਹੋਣਾ, ਕਦੇ ਸੋਚਿਆ? ਮੈਂ ਪੁੱਛਣਾ ਚਾਹੁੰਦਾ, ਜਦ ਮੈਂ ਪੁੱਛਦਾ ਨੂੰ ਅੱਗ ਲੱਗਦੀ ਹੈ ਕਿ ਪੈਸਾ ਕਿੱਥੇ ਗਿਆ, ਕਿੱਥੇ ਜਾ ਰਿਹਾ? ਅੱਜ ਵੀ 5 ਕਰੋੜ ਰੁਪਈਆ ਰੋਜ਼ ਰੇਤ ਚੋਂ ਆ ਰਿਹਾ। ਮੈਂ ਪੁੱਛਣਾ ਚਾਹੁੰਦਾ ਕਿੱਥੇ ਜਾਂਦਾ ਤੇ ਖਜ਼ਾਨਾ ਖਾਲੀ ਤੇ ਹੋਰ ਕਪਾਟ ਖੋਲਦੇ ਆ। 3 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ, ਦੱਸੋ ਇਹ ਕਿੱਥੋਂ ਲੱਥਣਾ ਹੈ? ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਤੁਹਾਨੂੰ ਕੋਈ ਲੀਡਰ ਦਿਖਦਾ ਤਾਂ ਕੋਈ ਗੱਲ ਤਾਂ ਕਰੇ, ਮੈਨੂੰ ਕਹੇ ਤਾਂ ਸਹੀ, ਆਵਾਮ 'ਚ ਆਵਾਜ਼ ਤਾਂ ਉਠਾਏ। ਐਸਾ ਰੱਬ ਦਾ ਥਾਪੜਾ ਹੈ, ਉਹਦੇ ਤੇ ਗੁਰੂ ਦੀ ਇਸੀ ਕਿਰਪਾ ਹੈ, ਉਹਨੂੰ ਹੁਕਮ ਹੈ ਔਰ ਉਹ ਸੀਐਮ ਬਣੂਗਾ। ਉਹ ਗੁਰੂ ਦੀ ਮਿਹਰ ਹੋਣੀ ਹੈ, ਗੁਰੂ ਦੀ ਆਵਾਜ਼ ਹੈ, ਰੱਬ ਦੀ ਆਵਾਜ਼ ਹੈ ਔਰ ਉਹ ਸੱਤਾ ਸੰਭਾਲੂਗਾ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ ਜੀ। ਆਇਆਂ ਨੂੰ ਤੁਹਾਨੂੰ ਲਾਈਵ ਟਾਕ ਸ਼ੋਅ ਦੇ ਵਿੱਚ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਤੁਹਾਡੇ ਨਾਲ ਬੁੱਧਵਾਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੇਰਾ ਸਾਥ ਹੁੰਦਾ ਤੇ ਹਮੇਸ਼ਾ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਂ ਜਿਨ੍ਹਾਂ ਦੀ ਆਵਾਜ਼ ਕਿਤੇ ਨਾ ਕਿਤੇ ਸਾਡੇ ਜਦੋਂ ਕੰਨਾਂ ਵਿੱਚ ਦੀ ਹੋ ਕੇ ਨਿਕਲਦੀ ਆ ਤੇ ਬਹੁਤ ਗੱਲਾਂ ਦੇ ਲਈ ਸਾਨੂੰ ਆਗਾਹ ਕਰਕੇ ਚਲੇ ਜਾਂਦੀ ਆ। ਇਹੋ ਜਿਹੀਆਂ ਆਵਾਜ਼ਾਂ ਜਦੋਂ ਸਾਡੇ ਵਿੱਚ ਨਿਕਲਦੀਆਂ ਨੇ, ਉੱਠਦੀਆਂ ਨੇ ਤੇ ਨੌਜਵਾਨ ਪੀੜ੍ਹੀ ਨੂੰ ਵੀ ਸੁਚੇਤ ਕਰ ਦਿੰਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਕੋਈ ਵੀ ਇਨਸਾਨ ਆਮ ਨਹੀਂ ਹੁੰਦਾ, ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਉਸ ਵਾਹਿਗੁਰੂ ਨੇ ਪਾ ਕੇ ਘੱਲਿਆ ਹੁੰਦਾ ਤੇ ਜਦੋਂ ਉਸ ਇਨਸਾਨ ਨੂੰ ਆਪਣੇ ਉਹਨਾਂ ਗੁਣਾਂ ਦੀ ਪਹਿਚਾਣ ਹੋ ਜਾਂਦੀ ਆ ਤੇ ਫਿਰ ਉਹ ਇਨਸਾਨ ਸੋਚਦਾ ਕਿ ਮੈਂ ਦੁਨੀਆ ਦੇ ਵਿੱਚ ਚੰਗੇ ਕੰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਾਂ, ਸੇਧ ਦੇਵਾਂ ਤਾਂ ਕਿ ਦੁਨੀਆ ਦਾ ਭਲਾ ਹੋ ਸਕੇ। ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ, ਸਾਡੀ ਆਪਣੀ ਉਸ ਧਰਤੀ ਦੀ ਆਉਂਦੀ ਆ, ਸਾਡੇ ਮੁਲਕ ਦੀ, ਭਾਰਤ ਦੀ ਆਉਂਦੀ ਆ, ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਤੋਂ ਕਿਸਾਨ ਅੰਦੋਲਨ, ਹੁਣ ਉਹ ਕਿਸਾਨ ਅੰਦੋਲਨ ਨਹੀਂ ਰਹਿ ਗਿਆ, ਉਹ ਜਨ ਅੰਦੋਲਨ ਬਣ ਚੁੱਕਾ। ਜਦੋਂ ਤੋਂ ਸੜਕਾਂ ਤੇ ਕਿਸਾਨ ਆ ਕੇ ਬੈਠੇ ਨੇ, ਉਦੋਂ ਤੋਂ ਹਰ ਇੱਕ ਇਨਸਾਨ ਨੇ ਹਾਂ ਦਾ ਨਾਅਰਾ ਮਾਰਿਆ। ਪਰ ਕੁਝ ਅਜਿਹੀਆਂ ਸ਼ਖਸੀਅਤਾਂ ਤੇ ਰੱਬੀ ਰੂਹਾਂ ਨੇ ਜਿਨ੍ਹਾਂ ਦਾ ਗੱਲ ਕਰਦਿਆਂ ਮਨ ਭਰਦਾ, ਦਿਲ ਰੋਂਦਾ ਤੇ ਉਹ ਇਹੋ ਤਰ੍ਹਾਂ ਦੀਆਂ ਗੱਲਾਂ ਕਹਿ ਜਾਂਦੇ ਆ ਤੇ ਕਈ ਵਾਰੀ ਉਹਨਾਂ ਦੀਆਂ ਗੱਲਾਂ ਤੇ ਵਿਵਾਦ ਬਣ ਜਾਂਦੇ ਆ। ਕਹਿੰਦੇ ਲੋਕਾਂ ਦਾ ਕੰਮ ਆ ਬਲਦੀ 'ਚ ਤੇਲ ਪਾਉਣਾ, ਛੋਟੀ ਜੀ ਗੱਲ ਹੁੰਦੀ ਆ ਉਹਨੂੰ ਵੱਡੀ ਕਰਕੇ ਦੱਸਣਾ। ਅੱਗ ਲਾਉਣ ਵਾਲੇ ਬਹੁਤ ਮਿਲ ਜਾਣਗੇ ਪਰ ਕਹਿੰਦੇ ਬੁਝਾਉਣ ਵਾਲੇ ਜਿਹੜੇ ਆ ਤੇ ਅੱਗ ਨੂੰ ਠੰਡੀ ਕਰਨ ਵਾਲੇ ਤੇ ਇਨਸਾਨਾਂ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਰਾਹ ਤੇ ਪਾਉਣ ਵਾਲੇ ਘੱਟ ਲੋਕ ਮਿਲਦੇ ਆ। ਜਦੋਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਸਰਕਾਰ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਜਿਹੜਾ ਉੱਥੋਂ ਉਠਾਇਆ ਜਾ ਸਕੇ। ਪਰ ਇਹ ਹੁਣ ਸਿਰਫ ਤੇ ਸਿਰਫ ਕਿਸਾਨਾਂ ਦਾ ਨਹੀਂ, ਇਹ ਕਿਸਾਨ, ਮਜ਼ਦੂਰ,
ਹਰ ਇੱਕ ਉਸ ਇਨਸਾਨ ਦਾ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ। ਪੂਰੀ ਦੁਨੀਆ ਦੇ ਵਿੱਚ ਅੱਜ ਇਸ ਦੀਆਂ ਗੱਲਾਂ ਹੁੰਦੀਆਂ। ਸਿਰਫ ਪੰਜਾਬੀ ਨਹੀਂ ਕਰਦੇ, ਹਰ ਵਰਗ ਦਾ ਹਰ ਮੂਲ ਦਾ, ਹਰ ਧਰਮ ਦਾ ਲੋਕ ਇਸ ਅੰਦੋਲਨ ਦੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਇੱਕ ਜਿਹੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਜਦੋਂ ਮੂਵੀਆਂ 'ਚ ਦੇਖਦੇ ਹਾਂ ਤੇ ਉਹਨਾਂ ਦੀ ਗੜਕ ਦੀ ਆਵਾਜ਼ ਸੁਣ ਕੇ ਬੜਾ ਚੰਗਾ ਲੱਗਦਾ। ਪੰਜਾਬੀ ਮੂਵੀਆਂ ਦੇ ਵਿੱਚ ਜਾਨ ਪਾ ਦਿੰਦੀ ਆ। ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਕਿਰਦਾਰ ਰਿਹਾ ਆ ਮੂਵੀਆਂ ਦੇ ਵਿੱਚ, ਬੜਾ ਦਮਦਾਰ ਕਿਰਦਾਰ ਉਹਨਾਂ ਦਾ ਮੂਵੀਆਂ ਵਿੱਚ ਅਸੀਂ ਦੇਖਦੇ ਆਏ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਦੇਖਦੇ ਰਵਾਂਗੇ। ਤੇ ਜਦੋਂ ਕਿਤੇ ਕਿਸਾਨ ਅੰਦੋਲਨ ਦੀ ਗੱਲ ਉਹਨਾਂ ਕੋਲੋਂ ਪੁੱਛੀ ਜਾਂਦੀ ਆ ਤੇ ਉਹਨਾਂ ਦੀਆਂ ਤਾੜ ਕਰਦੀਆਂ ਗੱਲਾਂ ਪਤਾ ਨਹੀਂ ਕਿੰਨਿਆਂ ਦੇ ਮੂੰਹ ਤੇ ਚਪੇੜਾਂ ਵਾਂਗ ਵੱਜਦੀਆਂ ਤੇ ਫਿਰ ਉਹਨਾਂ ਗੱਲਾਂ 'ਚੋਂ ਛੋਟੀਆਂ ਗੱਲਾਂ ਚੁੱਕ ਕੇ ਬਹੁਤ ਕੁਛ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ। ਪਰ ਕਹਿੰਦੇ ਸੱਚ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਤੇ ਜਿਹੜਾ ਆਪਣੇ ਬਾਪ ਦਾ ਨਾਂ ਬਾਬਾ ਦੀਪ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਦੱਸਦਾ ਹੋਵੇ, ਉਹ ਇਨਸਾਨ ਨੂੰ ਕਿਸੇ ਦਾ ਡਰ ਨਹੀਂ, ਜਿਹਨੂੰ ਸਿਰਫ ਉਸ ਅਕਾਲ ਪੁਰਖ ਦਾ ਭੌ ਆ। ਉਹ ਸ਼ਖਸੀਅਤ ਅੱਜ ਸਾਡੇ ਨਾਲ ਆ, ਸਾਡੇ ਨਾਲ ਗੱਲਬਾਤ ਕਰਨਗੇ। ਉਹਨਾਂ ਦੇ ਅਸੀਂ ਜੀਵਨ ਦੀ ਗੱਲ ਕਰਾਂਗੇ, ਕਿਸਾਨ ਅੰਦੋਲਨ ਦੀ ਗੱਲ ਕਰਾਂਗੇ, ਰਾਜਨੀਤੀ ਦੀ ਗੱਲ ਕਰਾਂਗੇ। ਚੋਣਾਂ ਆ ਰਹੀਆਂ ਨੇ ਤੇ ਕੀ ਹੋ ਰਿਹਾ ਇਹਨਾਂ ਚੋਣਾਂ ਦੇ ਵਿੱਚ, ਕਿਵੇਂ ਰਾਜਨੀਤਿਕ ਲੋਕ ਘਾਣ ਕਰ ਰਹੇ ਨੇ ਮਨੁੱਖੀ ਹੱਕਾਂ ਦਾ। ਸੋ ਤੁਸੀਂ ਜੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸਾਡੀਆਂ ਲਾਈਨਸ ਓਪਨ ਆ, ਤੁਸੀਂ ਸਵਾਲ ਕਰ ਸਕਦੇ ਹੋ। ਮੈਂ ਬੜੇ ਸਤਿਕਾਰ ਨਾਲ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜ਼ਰੂਰ ਕੋਈ ਸਵਾਲ ਹੋਵੇ ਤੇ ਜ਼ਰੂਰ ਸਾਡੇ ਸਾਹਮਣੇ ਰੱਖਿਓ। ਪਰ ਜੇ ਤੁਸੀਂ ਸਿਰਫ ਕ੍ਰਿਟਿਸਾਈਜ਼ ਕਰਨ ਦੇ ਲਈ ਜਾਂ ਵੈਸੇ ਹੀ ਗੱਲ ਕਰਨ ਦੇ ਲਈ, ਕਹਿੰਦੇ ਹੁੰਦੇ ਕਿ ਗੱਲਬਾਤ ਦਾ ਵਿਸ਼ਾ ਕਿਸੇ ਹੋਰ ਪਾਸੇ ਮੋੜਨ ਦੇ ਲਈ ਫੋਨ ਕਰਨਾ, ਤੇ ਮੈਂ ਕਹੂੰਗੀ ਕਿ ਗਰੇਜ ਕਰਿਓ ਕਾਲ ਤੋਂ, ਸੁਣਿਓ ਉਹਨਾਂ ਦੀਆਂ ਭਾਵਨਾਵਾਂ, ਉਹ ਕੀ ਕਹਿਣਾ ਚਾਹੁੰਦੇ ਆ। ਸੋ ਆਓ ਅਸੀਂ ਜੀ ਆਇਆਂ ਕਰਦੇ ਹਾਂ ਜੀ। ਬਹੁਤ ਹੀ ਕਹਿ ਲਓ ਕਿ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤ ਜੋਗਰਾਜ ਸਿੰਘ ਜੀ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਜੀ ਆਇਆਂ ਕਹਿੰਦੇ ਆ। ਜੋਗਰਾਜ ਜੀ, ਮੇਰੇ ਵੱਲੋਂ ਤੁਹਾਨੂੰ ਸਾਂਝਾ ਟੀਵੀ ਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੀਬਾ ਜੀ। ਜੋਗਰਾਜ ਸਿੰਘ ਜੀ, ਬਹੁਤ ਵਧੀਆ ਲੱਗਦਾ ਜਦੋਂ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਤੇ ਤੁਸੀਂ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਸਾਰੇ ਹੀ ਬੜੀਆਂ ਪਸੰਦ ਕਰਦੇ ਆ। ਸਾਬਕਾ ਤੁਸੀਂ ਕ੍ਰਿਕਟਰ ਖਿਡਾਰੀ ਵੀ ਰਹਿ ਚੁੱਕੇ ਹੋ। ਸੋ ਥੋੜਾ ਜਿਹਾ, ਬੇਸ਼ੱਕ ਬਹੁਤ ਵਾਰ ਅਸੀਂ ਤੁਹਾਨੂੰ ਸੁਣਿਆ, ਤੁਸੀਂ ਪਹਿਲਾਂ ਵੀ ਸਾਂਝਾ ਟੀਵੀ ਤੇ ਆ ਚੁੱਕੇ ਹੋ ਬਹੁਤ ਵਾਰ, ਪਰ ਥੋੜਾ ਜਿਹਾ ਕਈ ਵਾਰ ਸਾਡੇ ਨਾਲ ਨਵੇਂ ਪਰਿਵਾਰ ਜੁੜਦੇ ਆ। ਸੋ ਥੋੜਾ ਜਿਹਾ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਾਬਕਾ ਤੁਸੀਂ ਕ੍ਰਿਕਟ ਖਿਡਾਰੀ ਸੀ ਤੇ ਮੂਵੀਆਂ ਵੱਲ ਆਉਣ ਦਾ ਤੁਹਾਡਾ ਕਿਵੇਂ ਸ਼ੌਂਕ ਪੈਦਾ ਹੋਇਆ। ਸੋ ਥੋੜੀ ਜਿਹੀ ਇਹਦੇ ਤੇ ਪਹਿਲਾਂ ਗੱਲਬਾਤ ਕਰਾਂਗੇ ਜੀ। ਅਕਾਲ ਪੁਰਖ ਮਹਾਰਾਜ ਨੇ ਹਰੇਕ ਵੀ ਆਪਣੀ ਇੱਕ ਡੈਸਟਨੀ ਲਿਖੀ ਹੈ। ਉਹ ਕੀ ਪੜ੍ਹਨਾ ਚਾਹੁੰਦਾ, ਕੀ ਕਰਨਾ ਚਾਹੁੰਦਾ, ਇਹ ਉਹਦੀ ਮਰਜ਼ੀ ਨਹੀਂ ਹੈ, ਮਰਜ਼ੀ ਉਹਦੀ ਹੈ ਜੀ। ਮੈਂ ਕਦੇ ਸੋਚਿਆ ਨਹੀਂ ਸੀ ਮੈਂ ਫਿਲਮ ਇੰਡਸਟਰੀ 'ਚ ਕਦੇ ਆਊਂਗਾ, ਔਰ ਮੈਨੂੰ ਹਮੇਸ਼ਾ ਹੀ ਰਹਿੰਦਾ ਸੀ ਕਿ ਮੈਂ ਇੱਕ ਸਪੋਰਟਸਮੈਨ ਹਾਂ ਤੇ ਮੈਂ ਸਪੋਰਟਸਮੈਨ ਹੀ ਰਹੂੰਗਾ ਜੀ। ਬਟ ਸ਼ਾਇਦ ਰੱਬ ਨੇ ਉਹ ਕਲਾ ਮੇਰੀ ਦੇਖੀ ਜਾਂ ਉਹ ਮੈਨੂੰ ਉਸ ਪਾਸੇ ਲਿਜਾਣਾ ਚਾਹੁੰਦੇ ਸੀ। ਕੁਝ ਹਾਲਾਤ ਵੀ ਘਰ ਦੇ ਇਹੋ ਜਿਹੇ ਹੋ ਗਏ। ਪਿਤਾ ਜੀ ਮੇਰੇ ਬੜੀ ਜਲਦੀ ਚਲੇ ਗਏ, ਮੇਰੀ ਉਦੋਂ ਉਮਰ ਛੋਟੀ ਸੀ ਜੀ। ਤੇ ਉਹ ਫਿਰ ਕ੍ਰਿਕਟ ਛੱਡਣੀ ਪਈ। ਤੇ ਕ੍ਰਿਕਟ ਛੱਡਣ ਤੋਂ ਬਾਅਦ ਮੈਂ ਹਮੇਸ਼ਾ ਹੀ ਇਹ ਸੋਚਦਾ ਸੀ ਕਿ ਮੇਰਾ ਆਪਣਾ ਇੱਕ ਮਕਾਮ ਹੋਣਾ ਚਾਹੀਦਾ, ਮੇਰੀ ਆਪਣੀ ਇੱਕ ਗੱਲ ਹੋਣੀ ਚਾਹੀਦੀ, ਮੇਰੀ ਆਪਣੀ ਇੱਕ ਹੋਂਦ ਹੋਣੀ ਚਾਹੀਦੀ ਹੈ। ਸੋ ਉਹਦੇ ਕਰਕੇ ਉਹ ਇੱਕ ਹਰ ਚੀਜ਼ ਐਕਸੀਡੈਂਟ ਹੁੰਦਾ ਲਾਈਫ ਦੇ ਵਿੱਚ। ਪਹਿਲਾਂ ਐਥਲੀਟ ਸੀ, ਫਿਰ ਕ੍ਰਿਕਟਰ ਬਣਿਆ, ਫਿਰ ਫਿਲਮ ਇੰਡਸਟਰੀ ਚਲਾ ਗਿਆ ਜੀ। ਤੇ ਮੈਂ ਸਮਝਦਾ ਉਹ ਵੀ ਇੱਕ ਮਹਾਰਾਜ ਨੇ ਬੜੀ ਕਿਰਪਾ ਕੀਤੀ। ਅਕਾਲ ਪੁਰਖ ਦਾ ਸ਼ੁਕਰ ਹੈ, ਗੁਰੂ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਮੈਂ ਤੇ ਅੱਜ ਵੀ ਮਿੱਟੀ ਹਾਂ, ਲੇਕਿਨ ਗੁਰੂ ਦੀ ਰਹਿਮਤ ਹੈ, ਕਿਰਪਾ ਹੈ। ਉਹਦਾ ਇੱਕ ਬੜਾ ਮੈਨੂੰ ਕਦੇ ਕੋਈ ਗੱਲ ਯਾਦ ਆਉਂਦੀ ਹੈ ਕਿ ਜਬ ਤੱਕ ਮੈਂ ਬਿਕਾ ਨਾ ਥਾ तो कोई पूछता ना था जी, तुमने खरीद कर मुझे अनमोल बना दिया। जी। ਇਹ ਗੁਰੂ ਦੀ ਰਹਿਮਤ ਹੈ, ਕਿਰਪਾ ਹੀ ਹੈ ਜੀ। ਜੋ ਕੁਝ ਜ਼ਿੰਦਗੀ 'ਚ ਹੋ ਰਿਹਾ ਉਹਦੀ ਮਰਜ਼ੀ ਨਾਲ ਹੀ ਹੋ ਰਿਹਾ ਜੀ। ਬਿਲਕੁਲ ਜੀ। ਜਦੋਂ ਅਸੀਂ ਜੋਗਰਾਜ ਜੀ ਗੱਲ ਕਰਦੇ ਹਾਂ, ਹੁਣ ਅਸੀਂ ਵੀ ਪੰਜਾਬ ਦੀ ਧਰਤੀ 'ਚ ਜੰਮੇ ਪਲੇ ਹਾਂ, ਬੇਸ਼ੱਕ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਰਹਿੰਦੇ ਹਾਂ। ਹਰ ਕਿਸੇ ਨੇ ਆਪਣਾ ਕਿਤੇ ਨਾ ਕਿਤੇ ਆਲਣਾ ਬਣਾਇਆ ਆ। ਹਰ ਇਨਸਾਨ ਜ਼ਿੰਦਗੀ 'ਚ ਅਗਾਂਹ ਵਧਣਾ ਚਾਹੁੰਦਾ, ਤਰੱਕੀ ਕਰਨਾ ਚਾਹੁੰਦਾ। ਸੋ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਪਰ ਰੂਹ ਹਮੇਸ਼ਾ ਪੰਜਾਬ 'ਚ ਰਹਿੰਦੀ ਆ। ਦਿਨ ਚੜ੍ਹਦੇ ਆ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਜਦੋਂ ਤੋਂ ਕਿਸਾਨ ਅੰਦੋਲਨ, ਜਿਹੜਾ ਕਿ ਹੁਣ ਜਨ ਅੰਦੋਲਨ ਬਣ ਚੁੱਕਿਆ, 11 ਮੀਟਿੰਗਾਂ ਹੋ ਚੁੱਕੀਆਂ, ਇੰਨਾ ਕੁਝ ਹੋ ਚੁੱਕਿਆ। 26 ਜਨਵਰੀ ਤੋਂ ਬਾਅਦ ਜੇਕਰ ਮੈਂ ਕਹੂੰਗੀ ਕਿ ਟਕੈਤ ਸਾਹਿਬ ਦੇ
ਅਥਰੂ ਜਿਹੜੇ ਨਾ ਨਿਕਲਦੇ ਤੇ ਸ਼ਾਇਦ ਉਸ ਜਨ ਅੰਦੋਲਨ ਦਾ ਸ਼ਾਇਦ ਕੋਈ ਹੋਰ ਵੱਖਰਾ ਰੂਪ ਹੁੰਦਾ, ਪਰ ਫਿਰ ਤੋਂ ਸੰਭਲ ਗਏ ਏਡੇ ਵੱਡੇ ਝਟਕੇ ਤੋਂ ਬਾਅਦ। ਪਰ ਕੀ ਲੱਗਦਾ ਤੁਹਾਨੂੰ, ਕਿਉਂ ਇਹ ਜਿਹੜਾ ਸਾਰਾ ਕੁਝ ਇੱਕਦਮ ਇੱਕ ਜਗ੍ਹਾ ਤੇ ਅੜੀਅਲ ਰਵੱਈਆ ਲੈ ਕੇ ਸਰਕਾਰ ਬੈਠੀ ਆ? ਨਹੀਂ, ਇਹ ਤਾਂ ਧੁਰ ਤੋਂ ਹੁੰਦਾ ਆਇਆ। ਤੁਸੀਂ ਦੇਖੋ, ਜਦ ਮੁਗਲਾਂ ਦਾ ਰਾਜ ਸੀਗਾ ਹਿੰਦੁਸਤਾਨ ਦੇ ਵਿੱਚ, ਇਹ ਬੜੀ ਅਜੀਬ ਗੱਲ ਹੈ ਕਿ ਜਦ ਮੈਂ ਹਿਸਟਰੀ ਸੁਣਾਉਣ ਜਾਂਦਾ, ਇਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ, ਸਾਡੇ ਮੁਲਕ ਵਾਲਿਆਂ ਨੂੰ ਪਤਾ ਨਹੀਂ ਕਿਉਂ ਹੁੰਦੀ ਹੈ ਜੀ। ਔਰ ਉਹ ਹਿਸਟਰੀ ਜਾਣਨੀ ਬਹੁਤ ਜ਼ਰੂਰੀ ਹੈ ਕਿ ਸਾਡੇ ਨਾਲ ਕੀ ਕੁਝ ਹੁੰਦਾ ਰਿਹਾ ਹੈ, ਲੋਕ ਕੀ ਸਾਡੇ ਨਾਲ ਕਰਦੇ ਰਹੇ ਆ, ਰਾਜੇ ਕੀ ਕਰਦੇ ਰਹੇ ਆ, ਸਰਕਾਰਾਂ ਕੀ ਕਰਦੀ ਰਹੀਆਂ, ਅੰਗਰੇਜ਼ ਸੀ ਜਾਂ ਮੁਗਲ ਸੀ ਜੀ। ਉਹ ਪ੍ਰੋਬਲਮ ਬੀਬਾ ਜੀ ਇਹ ਹੈ ਕਿ ਅਸੀਂ ਆਪਣੀ ਹਿਸਟਰੀ ਸੰਭਾਲ ਕੇ ਨਹੀਂ ਰੱਖੀ, ਤੇ ਨਾ ਹੀ ਸਾਡੇ ਬਜ਼ੁਰਗਾਂ ਨੇ, ਵੱਡ ਵਡੇਰਿਆਂ ਨੇ, ਮਾਵਾਂ ਨੇ, ਭੈਣਾਂ ਨੇ, ਧੀਆਂ ਨੇ ਬੱਚਿਆਂ ਨੂੰ ਇਹ ਹਿਸਟਰੀ ਸੁਣਾਈ ਆਪਣੇ ਆਪਣੇ ਈਸ਼ ਤੇ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਜੀ। ਔਰ ਉਹ ਜਦ ਤੁਸੀਂ ਆਪਣੇ ਵੱਡ ਵਡੇਰਿਆਂ ਨੂੰ ਭੁੱਲ ਜਾਂਦੇ ਹੋ, ਗੁਰੂ ਤੋਂ ਬੇਮੁਖ ਹੋ ਜਾਂਦੇ ਹੋ, ਆਪਣੀ ਹਿਸਟਰੀ ਤੋਂ ਵਾਕਿਫ ਨਹੀਂ ਹੁੰਦੇ, ਤਾਂ ਉਸ ਦੇਸ਼ ਦਾ, ਉਸ ਕੌਮ ਦਾ ਇਹੀ ਹਾਲ ਹੁੰਦਾ ਜੋ ਅੱਜ ਤੁਸੀਂ ਦੇਖ ਰਹੇ ਹੋ ਜੀ। ਪਹਿਲਾਂ ਜਦ ਮੁਗਲ ਸੀਗੇ ਉਦੋਂ ਵੀ 1300 ਸਾਲ ਦਾ ਅਰਸਾ ਚਲਾ ਗਿਆ ਸੀ, ਤੇ ਫਿਰ ਗੁਰੂ ਮਹਾਰਾਜ ਨੂੰ ਸਿੱਖੀ ਸਾਜਣੀ ਪਈ ਅਨੰਦਪੁਰ ਸਾਹਿਬ ਜਾ ਕੇ, ਫਿਰ ਉਹ ਠੱਲ ਪਾਈ, ਫਿਰ ਦੇਖੋ ਕਿੰਨੀ ਲੜਾਈ ਲੜੀ, 550 ਸਾਲ ਪਿਆਰ ਨਾਲ, ਸਤਿਕਾਰ ਨਾਲ ਸਮਝਾ ਕੇ ਗੁਰੂ ਨਾਨਕ ਦੇਵ ਜੀ ਨੇ, ਗੁਰੂਆਂ ਨੇ ਅਖੀਰ ਜਾ ਕੇ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਟੇਕੀ। ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਗੱਲ ਗੱਲਾਂ ਨਾਲ ਨਹੀਂ ਹੋਣੀ, ਹੁਣ ਗੱਲ ਸ਼ਸਤਰ ਨਾਲ ਹੋਊਗੀ, ਚਿਤਰਾਂ ਵਾਂਗੂ ਜੀ। ਔਰ ਉਹਨੇ ਗੱਲ ਕਹੀ ਸੀ ਵੀ ਕੋਈ ਕਿਸੇ ਨੂੰ ਕੋਈ ਹੱਕ ਨਹੀਂ ਦਿੰਦਾ, ਆਪਣਾ ਕੋਈ ਰਾਜ ਨਹੀਂ ਦਿੰਦਾ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਆਪਣੇ ਨਿਜ ਬਲ ਸੇ ਲੈ ਹੈ। ਨਿਜ ਬਲ ਦਾ ਮਤਲਬ ਇਹ ਹੈ ਕਿ ਉਹਦੇ ਬੰਦੇ ਦੀ ਸੋਚ ਇੰਨੀ ਦ੍ਰਿੜਤਾ ਵਾਲੀ ਹੋਣੀ ਚਾਹੀਦੀ ਹੈ। ਫਿਰ ਔਰੰਗਜ਼ੇਬ ਮਰਿਆ ਬਿਮਾਰ ਹੋ ਕੇ, ਤੁਹਾਡੇ ਸਾਹਮਣੇ ਹੀ ਹੈ। ਅੱਜ ਤੁਸੀਂ ਔਰੰਗਾਬਾਦ ਜਾਓ, ਉਹਦੀ ਕਬਰ ਦੇ ਉੱਤੇ ਇੱਕ ਗਰੀਬ ਜੇ ਫਟੇ ਕੱਪੜੇ ਦੇ ਉਹਦੇ ਖਾਨਦਾਨ ਦੇ ਬੰਦੇ, ਉਹਦੇ ਪਰਿਵਾਰਿਕ ਦੇ ਬੰਦੇ ਤੇਲ ਮੰਗਦੇ ਹੈ ਕਿ ਬਾਬਾ 2 ਰੁਪਏ ਦੇ ਦਿਓ, 3 ਰੁਪਏ ਦੇ ਦਿਓ, ਜੋਤ ਜਲਾਉਣੀ ਹੈ। ਉਹਦੀ ਕਬਰ ਦਾ ਇਹ ਹਾਲ ਹੈ, ਜਿੱਥੇ ਕੋਈ ਮੱਥਾ ਨਹੀਂ ਟੇਕਦਾ। ਉਹ ਔਰੰਗਜ਼ੇਬ ਤਖਤੋ ਤਾਜ ਦਾ ਮਾਲਿਕ, ਤੇ ਸਾਡੇ ਗੁਰੂਆਂ ਦੇ ਦੇਖੋ ਤੁਸੀਂ ਲੋਕ, ਉਹ ਅਕਾਲ ਪੁਰਖ ਨੂੰ ਮਿਲਣ ਦੀ ਜੁਗਤੀ, ਪਿਆਰ ਮੁਹੱਬਤ, ਸਾਰੇ ਮਜਬਾਂ ਨੂੰ ਨਾਲ ਲੈ ਕੇ, ਸਾਰੇ ਧਰਮਾਂ ਨੂੰ ਨਾਲ ਲੈ ਕੇ ਤੁਰਦੇ। ਦੇਖੋ ਫਰਕ ਹੈ ਨਾ। ਇਹੀ ਗੱਲ ਅੱਜ ਹੋਈ ਖੜੀ ਹੈ। ਇਹ ਸਮੇਂ ਸਿਰ ਨਾਲ ਹੁੰਦਾ ਹੀ ਰਿਹਾ ਹੈ। ਅੱਜ ਵੀ ਇਹ ਸਰਕਾਰਾਂ ਤੋਂ ਉਮੀਦ ਨਹੀਂ ਸੀ ਵੀ ਇਹ ਸਰਕਾਰ ਇਸ ਤਰ੍ਹਾਂ ਕਰੂਗੀ, ਨਾ ਹੀ ਪ੍ਰਧਾਨ ਮੰਤਰੀ ਜੀ ਤੋਂ ਇਸ ਉਮੀਦ ਸੀਗੀ, ਕਿਉਂਕਿ ਉਹਨਾਂ ਨੂੰ ਐਡਰੈਸ ਕਰਕੇ ਇੱਜ਼ਤ ਨਾਲ ਤਾਂ ਬੁਲਾਉਣਾ ਪੈਂਦਾ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਕੋਈ ਵੀ ਹੋਵੇ। ਸ਼ਾਇਦ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਹਿਸਟਰੀ ਕੀ ਹੈ ਤੇ ਪੰਜਾਬ ਦੀ ਧਰਤੀ ਦਾ ਕੀ ਇਹਦੀ ਹਿਸਟਰੀ ਹੈ, ਕੀ ਗੱਲਬਾਤ ਹੈ, ਕੀ ਪਿਛੋਕੜ ਹੈ। ਮੈਂ ਸਮਝਾ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਪੰਜਾਬ ਦਾ ਪਿਛੋਕੜ ਇਹ ਹੈ ਕਿ ਜਦ ਵੀ ਹਿੰਦੁਸਤਾਨ ਤੇ ਹਮਲੇ ਹੋਏ ਨੇ, ਹਿੰਦੁਸਤਾਨ ਤੇ ਜਦ ਵੀ ਕਹਿਰ ਟੁੱਟਿਆ ਤਾਂ ਠੱਲ ਹਮੇਸ਼ਾ ਪੰਜਾਬ ਨੇ ਪਾਈ ਹੈ, ਪੰਜਾਬ ਸਾਹਮਣੇ ਖੜਾ ਰਿਹਾ। ਇਹ ਹਿਸਟਰੀ ਹੈ, ਕੋਈ ਦੱਸਣ ਦੀ ਲੋੜ ਨਹੀਂ। 2000 ਸਾਲ ਦੀ ਹਿਸਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। 7000 ਸਾਲ ਦੀ ਹਿਸਟਰੀ ਜਿਹੜੀ ਹੈ ਉਹ ਆਪਾਂ ਫਰੋਲ ਕੇ ਦੇਖ ਲਓ, ਆਪਾਂ ਨੂੰ ਪਤਾ ਲੱਗ ਜੂ ਆਪਾਂ ਕਿੱਥੇ ਖੜੇ ਆ। ਇਹ ਚੀਜ਼ਾਂ ਹੁੰਦੀਆਂ ਰਹੀਆਂ ਔਰ ਸ਼ੈਤਾਨ ਤੇ ਰੱਬ ਦੀ ਲੜਾਈ ਹਮੇਸ਼ਾ ਹੀ ਚੱਲਦੀ ਰਹੀ ਹੈ ਬੀਬਾ ਜੀ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ। ਸੋ ਅੱਜ ਵੀ ਹਾਲਾਤ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਹੀ ਹੈ ਕਿ ਜਦ ਤੁਸੀਂ ਕਿਸੇ ਦੀ ਹੱਕ ਖੋਹਣ ਦੀ ਕੋਸ਼ਿਸ਼ ਕਰੋਗੇ, ਜਦ ਤੁਸੀਂ ਕਿਸੇ ਦੀ ਰੋਟੀ ਖੋਹਣ ਦੀ ਕੋਸ਼ਿਸ਼ ਕਰੋਗੇ, ਜਦ ਤੁਸੀਂ ਬੱਚਿਆਂ ਦੇ ਮੂੰਹ ਚੋਂ ਨਵਾਲਾ ਖੋਹਣ ਦੀ ਕੋਸ਼ਿਸ਼ ਕਰੋਗੇ, ਧੀਆਂ ਭੈਣਾਂ ਔਰਤਾਂ ਤੇ ਜ਼ੁਲਮ ਕਰੋਗੇ, ਤਾਂ ਤੁਹਾਡਾ ਫਿਰ ਇਹੀ ਹਾਲ ਹੋਊਗਾ। ਲੋਕੀ ਫਿਰ ਅਪਰਾਈਜ਼ਿੰਗ ਹੋਊਗੀ, ਫਿਰ ਤੇ ਸਿਵਲ ਵਾਰ ਹੋਊਗੀ, ਫਿਰ ਉੱਤੇ ਕੱਟਾ ਵੱਡੀ ਹੋਊਗੀ। ਸੋ ਮੈਂ ਸਮਝਦਾ ਹਾਲਾਤ ਤਕਰੀਬਨ ਉਸ ਤਰ੍ਹਾਂ ਦੀ ਹੋਏ ਖੜੇ ਹੈ, ਜਿੱਥੇ ਜਿਹੜੀ ਇਹ ਸਰਕਾਰ ਹੈ, ਸੈਂਟਰ ਸਰਕਾਰ, ਪਤਾ ਨਹੀਂ ਕਿਉਂ ਮੁਆਜ਼ਿਮ ਲੋਕ ਨੇ, ਬੜੇ ਸਿਆਣੇ, ਬੜੇ ਪੜ੍ਹੇ ਲਿਖੇ ਲੋਕ ਨੇ, ਬੜਾ ਹੀ ਉਹਨਾਂ ਨੇ ਆਪਣੇ ਸਾਰਿਆਂ ਨੇ ਜਿਹੜਾ ਟਾਈਮ ਹੈ ਇੱਕ ਸਿਆਸਤ 'ਚ ਗੁਜ਼ਾਰਿਆ ਹੈ, ਔਰ ਉਹ ਅੱਜ ਵੀ ਬੈਠ ਕੇ ਧਰਮ ਦੀ ਗੱਲ ਕਰਦੇ ਆ, ਅੱਜ ਵੀ ਬੈਠ ਕੇ ਧਰਮਾਂ ਦੇ ਵਿੱਚ ਲੜਾਈ ਕਰਾਉਂਦੇ ਆ, ਵਰਗਾਂ ਦੇ ਵਿੱਚ ਲੜਾਈ ਕਰਾਉਂਦੇ ਆ, ਐਸੀਆਂ ਗੱਲਾਂ ਕਰਦੇ ਨੇ। ਮੈਂ ਹੈਰਾਨ ਹੋ ਜਾਂਦਾ ਵੀ ਇਹ ਪੜ੍ਹੇ ਲਿਖੇ ਬੰਦੇ, ਇਹ ਬੰਦੇ ਜਿਹੜੇ ਦੇਸ਼ ਨੂੰ ਚਲਾ ਰਹੇ, ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ ਨੇ। ਸੋ ਮੈਂ ਸਮਝਦਾ ਇਹ ਤਾਂ ਆਪਣੇ ਆਪਣੇ ਕਰਮ ਨੇ, ਕਰਮ ਇਹੋ ਜਿਹੇ ਬੀਜ ਲਏ ਨੇ ਇਹਨਾਂ ਨੇ ਕਿ ਆਉਣ ਵਾਲੇ ਟਾਈਮ ਤੇ ਇਹਨਾਂ ਨੂੰ ਕੱਟਣੇ ਔਖੇ ਹੋ ਜਾਣੇ। ਰੱਬ ਹਰੇਕ ਨੂੰ ਆਪਣੇ ਕਰਮ ਕਟਾਉਂਦਾ ਹੈ, ਆਪੇ ਬੀਜ ਆਪੇ ਖਾ, ਨਾਨਕ ਹੁਕਮੀ ਆਵੇ ਜਾ। ਸੋ ਕੋਈ ਐਡੀ ਵੱਡੀ ਗੱਲ ਨਹੀਂ। ਇਹ ਅੱਜ ਨਹੀਂ ਤਾਂ ਕੱਲ ਨੂੰ ਸ਼ੈਤਾਨ ਤੇ ਰੱਬ ਦੀ ਲੜਾਈ ਹੈ। ਮੈਂ ਬਹੁਤ ਵਾਰੀ ਕਿਹਾ, ਤੇ ਸ਼ੈਤਾਨ ਨੂੰ ਹਮੇਸ਼ਾ ਇਹੀ ਰਹਿੰਦਾ ਕਿ ਵੀ ਮੈਂ ਬਹੁਤ ਵੱਡਾ, ਮੈਂ ਰੱਬ ਤੋਂ ਵੱਡਾ, ਮੈਂ ਜਿੱਤੂਗਾ। ਔਰ ਅੱਜ ਤੱਕ ਬੁਰਾਈ ਕਦੇ ਜਿੱਤੀ ਨਹੀਂ, ਸੱਚਾਈ ਤੇ ਅੱਛਾਈ ਜੀ ਹਮੇਸ਼ਾ ਜਿੱਤ ਹੁੰਦੀ ਆਈ ਹੈ। ਇਹ ਹੋਰ ਗੱਲ ਹੈ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਬੜਾ ਭਿਆਨਕ ਸਮਾਂ ਚੱਲ ਰਿਹਾ ਜਿਹਦਾ ਸ਼ਾਇਦ ਤੁਹਾਡੇ ਲੋਕਾਂ ਨੂੰ ਅੰਦਾਜ਼ਾ ਨਹੀਂ। ਔਰ ਇਹ ਭਿਆਨਕ ਸਮਾਂ ਰੱਬ ਨੇ ਇਸ ਕਰਕੇ ਲਿਆਂਦਾ ਹੈ ਕਿ ਇਨਸਾਨੀਅਤ ਤੋਂ ਉਹ ਬਹੁਤ ਉੱਕ ਚੁੱਕਿਆ, ਦੁਖੀ ਹੋ ਚੁੱਕਿਆ, ਤੇ ਉਹਨੇ ਇਸ ਸ੍ਰਿਸ਼ਟੀ ਮਿਟਾ ਕੇ ਵਾਰੀ ਦੁਬਾਰਾ ਬਣਾਉਣੀ ਹੈ। ਤੇ ਇਹ ਹਾਲਾਤ ਬੀਬਾ ਜੀ ਕੋਈ ਹਿੰਦੁਸਤਾਨ 'ਚ ਨਹੀਂ ਹੈਗੇ, ਇਕੱਲੇ ਪੰਜਾਬ 'ਚ ਨਹੀਂ ਹੈਗੇ, ਇਹ ਹਾਲਾਤ ਸਾਰੀ ਦੁਨੀਆ 'ਚ ਹੋਏ ਖੜੇ ਆ ਤੁਹਾਡੇ ਸਾਹਮਣੇ।
ਜੀ। ਤੇ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਤੁਸੀਂ ਖੁਦ ਉੱਥੇ ਜਾਂਦੇ ਹੋ, ਤੁਸੀਂ ਖੁਦ ਉੱਥੇ ਜਥੇਬੰਦੀਆਂ ਨੂੰ ਮਿਲਦੇ ਹੋ, ਨੌਜਵਾਨ ਪੀੜ੍ਹੀ ਦਾ ਤੇ ਜਿਹੜੇ ਸਾਡੇ ਸੁਲਝੇ ਹੋਏ ਕਿਸਾਨ ਆਗੂ ਆ ਬੜੇ ਲੰਬੇ ਸਮੇਂ ਤੋਂ, ਮੇਰੇ ਖਿਆਲ 'ਚ ਸਾਡੇ ਤਾਂ ਪੈਦਾ ਹੋਣ ਤੋਂ ਵੀ ਪਹਿਲਾਂ ਦੇ ਜਿਹੜੇ ਉਹ ਇਹ ਕਿਸਾਨੀ ਹਿੱਤਾਂ ਦੇ ਲਈ ਆਵਾਜ਼ ਚੁੱਕਦੇ ਆ ਰਹੇ ਨੇ, ਬੜੇ ਸਤਿਕਾਰਯੋਗ ਨੇ। ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਜਿਹੜੇ ਸਟੇਜ ਤੇ ਆਉਣਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਵਿਚਾਰਾਂ ਦਾ ਵਖਰੇਵਾਂ ਜਿਹਾ ਕਿਉਂ ਆ? ਕਿ ਤੁਸੀਂ ਤਾਂ ਉੱਥੇ ਜਾਂਦੇ ਰਹਿੰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਸਾਡੇ ਜਿਹੜੇ ਨੌਜਵਾਨ ਨਹੀਂ ਸਮਝ ਰਹੇ, ਜਾਂ ਸਾਡੇ ਜਿਹੜੇ ਸੀਨੀਅਰ ਆਗੂ ਆ ਕਿੱਥੇ ਉਹ, ਜਾਂ ਉਹਨਾਂ ਨੂੰ ਲੱਗਦਾ ਕਿ ਇਹ ਜੋਸ਼ ਦੇ ਵਿੱਚ ਬੋਲਣਗੇ, ਇਹਨਾਂ ਨੂੰ ਹੋਸ਼ ਦੀ ਲੋੜ ਆ? ਸੋ ਕਿੱਥੇ ਕੋ ਗੱਲ ਅੜੀ ਆ, ਕਿਹੜੀਆਂ ਗੱਲਾਂ ਆ, ਕਿਉਂ ਇਹ ਥੋੜਾ ਜਿਹਾ ਹਮੇਸ਼ਾ ਹੀ ਇਹ ਗੱਲਾਂ ਰਹਿੰਦੀਆਂ ਕਿ ਨੌਜਵਾਨਾਂ ਦੇ ਨਾਲ ਸਟੇਜ ਤੇ ਨਹੀਂ ਆਉਣ ਦਿੱਤਾ ਜਾਂਦਾ, ਜਾਂ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਆ, ਖਰਾਬੀ ਕਰਦੇ ਆ? ਸੋ ਤੁਸੀਂ ਆਪ ਉੱਥੇ ਜਾਂਦੇ ਰਹਿੰਦੇ ਹੋ, ਤੁਹਾਨੂੰ ਕੀ ਲੱਗਦਾ? ਨੌਜਵਾਨਾਂ ਦਾ ਕੋਈ ਕਸੂਰ ਨਹੀਂ, ਤੁਸੀਂ ਨੌਜਵਾਨਾਂ ਨੂੰ ਹੈਂਡਲ ਨਹੀਂ ਤੁਹਾਨੂੰ ਕਰਨਾ ਆਉਂਦਾ। ਇੱਕ ਬਾਪ ਨੂੰ ਜਦ ਪੁੱਤਰ ਜਵਾਨ ਹੋ ਜੇ, ਪੁਰਾਣੀ ਕਹਾਵਤ ਹੈ, ਤੇ ਉਹਦੀ ਪਿਓ ਦੀ ਜੁੱਤੀ ਪੂਰੀ ਆਉਣ ਲੱਗ ਜੇ ਤਾਂ ਉਹਨੂੰ ਆਪਣਾ ਸਾਥੀ ਤੇ ਆਪਣਾ ਦੋਸਤ ਸਮਝਣਾ ਚਾਹੀਦਾ। ਆਪਣੀ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ, ਠੀਕ ਹੈ ਜੀ, ਬਿਲਕੁਲ। ਜਥੇਬੰਦੀਆਂ ਨੂੰ ਮੇਰਾ ਪ੍ਰਣਾਮ ਹੈ, ਬਹੁਤ 50 ਸਾਲਾਂ ਤੋਂ 50 ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਆ, ਪਰ ਤੁਸੀਂ ਮੈਨੂੰ ਦੱਸੋ ਵੀ 50 ਦਹਾਕਿਆਂ ਤੋਂ ਕੀਤਾ ਕੀ ਹੈ? ਠੀਕ ਹੈ, ਉਹਦਾ ਸਿੱਟਾ ਕੀ ਨਿਕਲਿਆ? ਮੈਂ ਬੜੀ ਵਾਰੀ ਇਹ ਸਵਾਲ ਪੁੱਛਿਆ, ਮੇਰੇ ਸਵਾਲ ਜਦ ਮੈਂ ਪੁੱਛਦਾ ਫਿਰ ਚੁੱਭਦੇ ਬੜੇ ਆ। ਜਦ ਜੱਟ ਦੀ ਪੈਲੀ 18 ਕਿੱਲੇ ਸੀਲਿੰਗ ਲੱਗੀ ਸੀ, ਉਦੋਂ ਕੀ ਹੋਇਆ ਸੀ? ਜਦ 70-75 ਸਾਲ ਤੋਂ ਕਿਸਾਨ ਨਾਲ ਧੱਕਾ ਹੁੰਦਾ ਆ ਰਿਹਾ ਹੈ, ਸਿਰਫ ਰੈਲੀਆਂ ਕਰਨ ਤੇ ਅੰਦੋਲਨ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੈ? 1909 ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਅਜੀਤ ਸਿੰਘ ਹੋਣਾ ਨੇ ਤੇ ਉਹਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਹੋਣਾ ਨੇ ਅੰਦੋਲਨ ਸ਼ੁਰੂ ਕੀਤਾ ਸੀ। ਉਦੋਂ ਕਿੰਨਾ ਗੋਰਿਆਂ ਨੇ, ਅੰਗਰੇਜ਼ਾਂ ਨੇ ਸਾਡੇ ਤੇ ਕੀ ਤਸ਼ੱਦਦ ਕੀਤੀਆਂ ਤੁਹਾਡੇ ਸਾਹਮਣੇ ਨੇ। ਰੇਲ ਗੱਡੀਆਂ ਚਲਾਈਆਂ, ਲੋਕੀ ਕੱਟ ਗਏ, 40-50 ਹਜ਼ਾਰ ਬੰਦਾ ਸ਼ਹੀਦ ਹੋਇਆ। 9 ਮਹੀਨੇ ਬਾਅਦ ਅੰਦੋਲਨ ਵਾਪਸ ਹੋਇਆ। ਹਾਲਾਂਕਿ ਉਸ ਬਿੱਲ ਜਿਹੜੇ ਸੀਗੇ ਉਹਦੇ ਟੈਕਸ ਲਾਇਆ ਸੀ ਫਸਲਾਂ ਤੇ। ਸੋ ਦਿੱਲੀ ਮੈਂ ਜਾਂਦਾ ਰਿਹਾ, ਮੈਂ ਜਥੇਬੰਦੀਆਂ ਨੂੰ ਮਿਲਦਾ ਰਿਹਾ। ਮੇਰੇ ਨਾਲ ਉਹ ਅੱਜ ਇਸ ਕਰਕੇ ਨਾਰਾਜ਼ ਨੇ, ਇਸ ਕਰਕੇ ਉਹ ਮੇਰੇ ਤੇ ਤੰਦ ਖਿੱਚਦੇ ਨੇ ਕਿਉਂਕਿ ਉਹ ਸੱਚ ਸੁਣਨ ਦੀ ਆਦਤ ਨਹੀਂ ਹੈ। ਮੈਨੂੰ ਦੱਸੋ ਇਹ ਅੰਦੋਲਨ ਜਿਹੜਾ ਇਹ ਕਾਮਯਾਬ ਕਿਵੇਂ ਹੋਇਆ? ਮੈਂ ਪੰਜਾਬ ਦੇ ਵਿੱਚ ਪਿਛਲੇ 1 ਸਾਲ ਤੋਂ ਜਦ ਪਹਿਲੀ ਰੈਲੀ ਮੈਂ ਮੋਗੇ ਕੀਤੀ ਸੀ, ਉਦੋਂ ਰਾਹੁਲ ਗਾਂਧੀ ਵੀ ਨੇ ਵੀ ਰੈਲੀ ਕੀਤੀ ਸੀ, ਤੇ ਮੈਂ ਉਦੋਂ ਦੇਖਦਾ ਸੀ ਕਿ ਜਵਾਨੀ ਸਾਰੀ ਸੁੱਤੀ ਪਈ ਹੈ। ਮੇਰੇ ਸਾਥੀਆਂ ਨੇ, ਮੇਰੇ ਨਾਲ ਦੇ ਜਿਹੜੇ ਆਰਟਿਸਟ ਨੇ, ਸਿੰਗਰ ਨੇ, ਦੂਜੇ ਨੇ, ਸਾਰਿਆਂ ਨੇ ਇਹ ਉਦਮ ਕੀਤਾ ਕਿ ਜਵਾਨੀ ਪੰਜਾਬ ਦੀ ਜਗਾਈ ਜਾਏ। ਹਾਲਾਂਕਿ ਮੈਨੂੰ ਬਹੁਤ ਸਾਰੇ ਬੁਲਾਰਿਆਂ ਨੇ ਕਿਹਾ ਕਿ ਤੁਸੀਂ ਜ਼ਰੂਰ ਆਓ ਜੀ ਸ਼ੰਭੂ ਬਾਰਡਰ ਤੇ ਜਵਾਨੀ ਨੂੰ ਆਪਾਂ ਜਗਾਈਏ, ਤੁਸੀਂ ਬਹੁਤ ਮੋਟੀਵੇਟ ਕਰਦੇ ਹੋ। ਮੈਂ ਕਹਿੰਦੀ ਮੈਂ ਪੰਜਾਬ 'ਚ ਘੁੰਮੂਗਾ, ਤੁਸੀਂ ਸ਼ੰਭੂ ਬਾਰਡਰ ਤੇ ਰਹੋ। ਦੇਖਦੇ ਦੇਖਦੇ ਜਦ ਮੈਂ ਪਹਿਲੀ ਰੈਲੀ ਕੀਤੀ ਸੀ ਬੀਬਾ ਜੀ, ਉਦੋਂ ਉੱਥੇ 50 ਨੌਜਵਾਨ ਸੀ, ਮੋਬਾਈਲ ਦੇ ਉੱਤੇ ਟੈਲੀਫੋਨ ਸੁਣ ਕੇ ਪਾਸੇ ਨਿਕਲ ਗਏ, ਬੁੱਢਾ ਪਤਾ ਨਹੀਂ ਕੀ ਮਾਰੀ ਜਾਂਦਾ। ਮੈਨੂੰ ਥਾਪੜਾ ਟਾਹਲਾ ਸਾਹਿਬ ਤੋਂ ਮਿਲਿਆ, ਬਾਬਾ ਦੀਪ ਸਿੰਘ ਦੇ ਸਥਾਨ ਤੋਂ ਮੇਰੇ ਪਿਤਾ ਜੀ ਤੇ ਬਾਬਾ ਦਰਸ਼ਨ ਸਿੰਘ ਜੀ ਨੇ ਮੈਨੂੰ ਕਿਹਾ ਕਿ ਗੁਰੂ ਘਰ ਨੇ ਤੇ ਤੋਂ ਬਹੁਤ ਸੇਵਾਵਾਂ ਲੈਣੀਆਂ ਨੇ, ਤੇ ਜਿਹੜਾ ਪੰਜਾਬ ਦਾ ਬੋਝ ਹੈ ਤੈਨੂੰ ਚੱਲਣਾ ਪੈਣਾ। ਮੈਂ ਉਹ ਹੋਕਾ ਦਿੰਦਾ ਜਦ ਕਣਕਵਾਲ ਦੀ ਰੈਲੀ 10ਵੀਂ ਰੈਲੀ ਕੀਤੀ, ਤੇ ਇਹੀ ਨੌਜਵਾਨਾਂ ਨੂੰ ਕਹਿੰਦਾ ਸੀ ਕਿ ਤੁਹਾਨੂੰ ਸ਼ਰਮ ਕਰੋ, ਤੁਹਾਡੇ ਪਿਓ ਦੀ, ਦਾਦੇ ਪੜਦਾਦਿਆਂ ਦੀ ਪੱਗਾਂ ਮੈਂ ਕਿਹਾ ਲੀਰੋ ਲੀਰ ਹੋਈਆਂ ਨੇ, ਬੜੇ ਸਾਲਾਂ ਤੋਂ ਜਾਗੋ ਹੋਣ ਦੇ ਬਹੁਤ ਕੁਛ ਤਾਂ ਨਿਕਲ ਗਈ। 70,000 ਤੋਂ ਵਿੱਚੋਂ 50-60 ਹਜ਼ਾਰ ਨੌਜਵਾਨ ਸੀ ਜਿਹੜਾ ਠਾਠਾ ਮਾਰਦਾ ਸੀ, ਔਰ ਉਹ ਮੇਰੀ ਗੱਲ 2-2 ਘੰਟੇ ਸੁਣਦੇ ਸੀ। ਉਸ ਨੌਜਵਾਨਾਂ ਨੇ ਬੈਰੀਅਰ ਤੋੜ ਕੇ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਤੱਕ ਅੰਦੋਲਨ ਪਹੁੰਚਾਇਆ। ਇਹ ਸੱਚ ਹੈ ਕਿ ਝੂਠ ਹੈ? ਬਿਲਕੁਲ ਜੀ, ਸਹੀ ਕਿਹਾ। ਦੇਖਿਆ ਦੁਨੀਆ ਨੇ ਉਹ ਡਾਂਗਾ ਕੌਣ ਖਾ ਰਿਹਾ ਸੀ, ਡੰਡੇ ਕੌਣ ਖਾ ਰਿਹਾ ਸੀ, ਜਿਹੜੇ ਪੁਲਿਸ ਦੀ ਤਸ਼ੱਦਦ ਹੋ ਰਹੀ ਸੀ ਕੌਣ ਸਹਿ ਰਿਹਾ ਸੀ? ਜਵਾਨੀ ਸਹਿ ਰਹੀ ਸੀ। ਵਿੱਚ ਕਈ ਬਜ਼ੁਰਗ ਵੀ ਕੁੱਟੇ ਗਏ, ਬਹੁਤ ਕੁਝ ਹੋਇਆ। ਅਲਟੀਮੇਟਲੀ ਇਹ ਜਵਾਨੀ ਦਾ ਹੀ ਕੰਮ ਹੈ ਪੰਜਾਬ ਦੀ ਦਾ, ਕਿ ਜਾ ਕੇ ਤੇ ਹਰਿਆਣਾ ਨਾਲ ਰਲਿਆ, ਸਾਡਾ ਭਰਾ ਛੋਟਾ ਉਹ ਵੀ ਰਲ ਕੇ ਨਾਲ, ਸੰਬੰਧ ਇਕੱਠੇ ਹੋ ਗਏ ਤੇ ਦਿੱਲੀ ਜਾ ਕੇ ਬਾਰਡਰ ਤੇ ਆਪਣਾ ਅੰਦੋਲਨ ਹੋ ਗਿਆ, ਫਿੱਟ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਜਥੇਬੰਦੀਆਂ ਨੇ ਦੇ ਭਾਸ਼ਣ ਤੇ ਭਾਸ਼ਣ, ਦੇ ਫਲਾਨਾ, ਦੇ ਧਮਕਾ, ਦੇ ਮੀਟਿੰਗ, ਫਲਾਨਾ ਕਰ, ਇਹ ਕਰ, ਉਹ ਕਰ। ਬਹੁਤ ਚੰਗੀ ਗੱਲ, ਉਹ ਸਾਡੇ ਵੱਡ ਵਡੇਰੇ ਕਰਨੀ ਚਾਹੀਦੀ ਹੈ। ਸਿੱਟਾ ਕੀ ਨਿਕਲਿਆ ਦੱਸੋ? ਜੀ ਕੁਛ ਨਹੀਂ, ਗੱਲ ਜ਼ੀਰੋ ਤੇ ਖੜੀ ਹੈ। 400 ਕਿਸਾਨ ਸ਼ਹੀਦ ਹੋ ਗਿਆ, ਕੀ ਸਿੱਟਾ ਨਿਕਲਿਆ? ਕੁਛ ਨਹੀਂ। ਮਾਵਾਂ ਦੇ ਘਰੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਗਏ, ਕਿਸੇ ਨੇ ਜਾ ਕੇ ਰੁਪਈਆ ਦਿੱਤਾ ਉਹਨੂੰ? ਕੁਛ ਨਹੀਂ। ਕਿਸੇ ਨੇ ਬੱਚਿਆਂ ਨੂੰ ਸੰਭਾਲਿਆ? ਕੁਛ ਨਹੀਂ। ਮੈਂ ਲੀਡਰ ਹੋਵਾਂ, ਮੈਂ ਜਥੇਬੰਦੀਆਂ ਦੇ ਆਗੂ ਹੋਵਾਂ, ਮੈਂ ਜਾਂ ਅਸੀਂ ਇਕੱਠੇ ਹੋ ਕੇ, ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਆਪਣੇ ਉਹਨਾਂ ਬੱਚਿਆਂ ਨੂੰ ਸੰਭਾਲੀਏ ਜਿਨ੍ਹਾਂ ਦੇ ਘਰ ਦੇ ਚਲੇ ਗਏ? ਜਾਂ ਹੋਰ ਜਵਾਨਾਂ ਨੂੰ ਤੁਸੀਂ ਗੱਲ ਜਿਹੜੀ ਕਹਿੰਦੇ ਹੋ 26 ਜਨਵਰੀ ਦੀ ਗੱਲ ਹੈ, ਤੁਸੀਂ ਇੱਕ ਪਾਸੇ ਤਾਂ ਗੱਲ ਕਰਤੀ ਜੀ ਅਸੀਂ ਤਾਂ ਦਿੱਲੀ ਤੇ ਕਬਜ਼ਾ ਕਰਨਾ, ਅਸੀਂ ਤਾਂ ਦਿੱਲੀ ਤੇ ਜਾਣਾ ਜੀ, ਮਾਰਚ ਕਰਨੀ ਹੈ, ਸ਼ਾਂਤੀ ਮਾਰਚ। 4 ਦਿਨ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਨਹੀਂ ਜੀ ਉਹ ਗੌਰਮੈਂਟ ਨੇ ਮਨਾ ਕਰਤਾ।
ਵੀ ਇੱਥੇ ਸੀਆਰਪੀ ਲਾਤੀ, ਫੌਜ ਲਾਤੀ, ਪੁਲਿਸ ਲਾਤੀ, ਵੀ ਜੇ ਆਉਂਗੇ ਤਾਂ ਤੁਹਾਨੂੰ ਕੁੱਟਾਂਗੇ, ਮਾਰਾਂਗੇ। ਜੀ 4 ਦਿਨ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਆ ਜਾਓ ਦਿੱਲੀ। ਜੀ ਤੇ ਜਦ ਤੁਸੀਂ ਜਵਾਨਾਂ ਨੂੰ ਇਹ ਕਹਿਤਾ ਸੀ ਵੀ ਅਸੀਂ ਤਾਂ ਹੁਣ ਦਿੱਲੀ ਜਾ ਕੇ ਤੇ ਉੱਥੇ ਬਹਿਣਾ ਹੈ ਤੇ ਉੱਥੇ ਜਾ ਕੇ ਫਿਰ ਤੁਸੀਂ ਰਾਹ ਕਿਉਂ ਬਦਲੇ? ਸੋ ਕਈ ਗੱਲਾਂ ਜਿਹੜੀਆਂ ਨੌਜਵਾਨ ਪੀੜ੍ਹੀ ਨੂੰ ਜਿਹੜੀਆਂ ਹੈਗੀਆਂ ਉਹ ਸਮਝਾਉਣੀਆਂ ਪੈਂਦੀਆਂ, ਔਰ ਵੱਡੇ ਵਡੇਰਿਆਂ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ। ਲੱਖੇ ਸਿਧਾਣੇ ਬਾਰੇ ਕਹਿੰਦੇ ਸੀ ਗੱਦਾਰ ਹੈ ਜੀ, ਦੀਪ ਸਿੱਧੂ ਗੱਦਾਰ ਹੈ ਜੀ, ਫਲਾਨਾ ਹੈ ਜੀ, ਯੋਗਰਾਜ ਸਿੰਘ ਗੰਦ ਪਾਉਂਦਾ, ਸਟੇਜਾਂ ਤੇ ਬੋਲਦਾ, ਬਕਵਾਸ ਕਰਦਾ, 1000 ਗੱਲਾਂ ਰਾਜੇਵਾਲ ਨੇ ਮੇਰੇ ਸੁਣੀਆਂ ਹੈ ਜੀ, ਬੋਲੀਆਂ। ਮੈਂ ਕਿਹਾ ਕੋਈ ਗੱਲ ਨਹੀਂ ਬਜ਼ੁਰਗੋ, ਭਾਵੇਂ ਥੱਪੜ ਵੀ ਮਾਰ ਲਓ ਤਾਂ ਵੀ ਨਹੀਂ ਤੁਹਾਡੇ ਸਾਹਮਣੇ ਬੋਲਦੇ। ਤੁਸੀਂ ਕਿਸ ਤਰ੍ਹਾਂ ਇਹ ਬਿਆਨ ਤੇ ਬਿਆਨ ਕਰ ਸਕਦੇ ਹੋ, ਕਹਿ ਸਕਦੇ ਹੋ? ਜਥੇਬੰਦੀਆਂ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਹੁਣ ਲੱਖੇ ਨੂੰ ਆਪਣੇ ਨਾਲ ਜੋੜ ਲਿਆ ਹੈ ਜੀ, ਹੁਣ ਤੁਹਾਡਾ ਉਹਦੇ ਬਗੈਰ ਸਰਦਾ ਨਹੀਂ, ਤੁਸੀਂ ਨਾਲ ਲੈ ਕੇ ਨੂੰ ਤੁਰਦੇ ਹੋ। ਦੀਪ ਸਿੱਧੂ ਦੀ ਜ਼ਮਾਨਤ ਨਹੀਂ ਹੋਈ, ਮੇਰੇ ਵਰਗੇ ਨੂੰ ਤੁਸੀਂ ਗਾਲਾਂ ਕੱਢਦੇ ਹੋ ਸਿਰਫ ਇਸ ਕਰਕੇ ਕਿ ਅਸੀਂ ਸਿਰਫ ਤੁਹਾਡਾ ਸਾਥ ਦੇ ਰਹੇ ਹਾਂ। ਜੇ ਪੁੱਤਰ ਆਪਣੇ ਪਿਓ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦਾ ਤਾਂ ਪੁੱਤਰ ਨੂੰ ਖੁਸ਼ ਹੋਣਾ ਚਾਹੀਦਾ ਕਿ ਮੇਰੇ ਪੁੱਤਰ ਜਵਾਨ ਹੋ ਗਏ। ਮੈਂ ਤਾਂ ਇੱਕ ਸੋਚਦਾ, ਮੈਨੂੰ ਲੋਕ ਕਹਿੰਦੇ ਬੜਾ ਜਵਾਨ ਹੋਈ ਜਾਂਦਾ, ਮੈਂ ਕਿਹਾ ਮੇਰੇ ਪੰਜਾਬ ਦੇ ਪੁੱਤਰ ਜਵਾਨ ਹੋ ਗਏ ਤਾਂ ਬਾਪੂ ਜਵਾਨ ਹੋਊਗਾ ਜੀ। ਸੋ ਆ ਜਿਹੜੀਆਂ ਗੱਲਾਂ ਨੇ ਇਹ ਬੈਠ ਕੇ ਸੁਲਝਾਉਣੀਆਂ ਚਾਹੀਦੀਆਂ। ਤੁਸੀਂ ਕਦੇ ਵੀ ਜਦ ਬੱਚਾ ਵੱਡਾ ਹੋ ਜਾਏ ਉਹਨੂੰ ਕਦੇ ਲੋਕਾਂ ਸਾਹਮਣੇ ਬੁਰਾ ਭਲਾ ਤੇ ਗਾਲ ਨਹੀਂ ਕੱਢੀ ਦੀ, ਉਹਨੂੰ ਥੱਲੇ ਨਹੀਂ ਦਿਖਾਈਦਾ ਹੁੰਦਾ। ਜਦ ਪੁੱਤਰ ਜਵਾਨ ਹੋ ਜਾਏ ਪਿਓ ਨੂੰ ਚਾਹੀਦਾ ਹੈ ਕਿ ਉਹਦੇ ਨਾਲ ਬਰਾਬਰ ਬੈਠ ਕੇ ਉਹਨੂੰ ਇੱਜ਼ਤ ਦੇਵੇ, ਮਾਣ ਦੇਵੇ, ਉਹਦੀ ਗੱਲ ਸੁਣੇ। ਇਹ ਕੋਈ ਜ਼ਰੂਰੀ ਨਹੀਂ ਵੀ ਚਿੱਟੇ ਦਾੜੇ ਹੋਣ ਵਾਲੇ ਬੰਦੇ ਸਿਆਣੇ ਹੁੰਦੇ ਨੇ। ਸਿਆਣਪ ਰੱਬ ਦੀ ਬਹੁਤ ਵੱਡੀ ਦਾਤ ਹੈ ਜਿਹੜੀ ਉਹ ਜਿਹਦੇ ਤੇ ਕਿਰਪਾ ਕਰੇ ਉਹਨੂੰ ਮਿਲਦੀ ਹੈ। ਸੋ ਮੈਂ ਸਮਝਦਾ ਕਿ ਉੱਥੇ ਜੋ ਕੁਝ ਵੀ ਹੋ ਰਿਹਾ ਅਜੇ ਵੀ ਮੌਕਾ ਹੈ ਸਾਰੇ ਇਕੱਠੇ ਹੋ ਕੇ ਤੁਰਨ। ਹਰੇਕ ਨੂੰ ਤਾਂ ਆਪਣੀ ਆਪਣੀ ਪਈ ਹੈ। ਮੈਂ ਬੀਬਾ ਜੀ ਇੱਕ ਗੱਲ ਕੀਤੀ ਵੀ ਆਪਾਂ ਨੂੰ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ। ਮੈਂ ਜਥੇਬੰਦੀਆਂ ਨੂੰ ਕਿਹਾ ਤੁਸੀਂ ਦੱਸਿਓ ਮੈਨੂੰ ਸਾਰੀ ਆਵਾਮ ਇਕੱਠੀ ਹੋ ਕੇ ਮੈਂ ਕੀ ਗਲਤ ਕਿਹਾ। ਮੈਂ ਇਹੀ ਕਹਿ ਰਿਹਾ ਜੀ 32 ਬੰਦੇ ਤੁਸੀਂ ਹੋ, ਤੁਸੀਂ ਸਾਡੇ ਲੀਡਰ ਹੋ, ਤੁਸੀਂ 117 ਸੀਟਾਂ ਤੇ ਲੜ ਕੇ ਆਪਣੀ ਸੱਤਾ ਆਪਣੇ ਹੱਥ 'ਚ ਕਰੋ, ਆਪਣੀ ਤਾਕਤ ਆਪਣੇ ਹੱਥ 'ਚ ਕਰੋ। ਜਿਹੜੇ ਏਜੰਡੇ ਨੇ ਉਹ ਬਣਾ ਕੇ ਇਹਨਾਂ ਨੂੰ ਦਿੱਤੇ ਹੋਏ ਆ, ਇਹਨਾਂ ਨੂੰ ਪਤਾ ਹੈ, ਉਹ ਤੁਸੀਂ ਅੱਗੇ ਆ ਕੇ ਆਪਣੇ ਜਿਹੜੇ ਹੱਕ ਹੈ ਤਾਂ ਹੀ ਤੁਸੀਂ ਪੂਰੇ ਕਰ ਸਕਦੇ ਹੋ। ਮੈਨੂੰ ਤੁਸੀਂ ਸਾਰੇ ਦੱਸੋ ਵੀ ਜਦ ਤੱਕ ਆਪਾਂ ਤਾਕਤ ਆਪਣੇ ਹੱਥ 'ਚ ਨਹੀਂ ਆਊਗੀ, ਸੱਤਾ ਆਪਣੇ ਹੱਥ 'ਚ ਨਹੀਂ ਆਊਗੀ, ਜਦ ਤੱਕ ਨਵਾਂ ਸੂਰਜ ਨਹੀਂ ਚੜਾਵਾਂਗੇ, ਨਵਾਂ ਰਾਜ ਨਹੀਂ ਆਊਗਾ, ਦੱਸੋ ਮੈਨੂੰ ਗੱਲਾਂ ਠੀਕ ਕਦੇ ਸੁਲਝਣਗੀਆਂ, ਕਦੇ ਠੀਕ ਹੋਣਗੀਆਂ? ਨਹੀਂ ਹੋ ਸਕਦੀਆਂ। ਫਿਰ ਤੁਸੀਂ ਜਾ ਕੇ ਉਹਨਾਂ ਦੀ ਗੋਦੀ 'ਚ ਬਹਿਣਾ ਪੁਰਾਣਿਆਂ 'ਚ, ਜਿਹਨਾਂ ਨੂੰ ਤੁਸੀਂ ਗਾਲਾਂ ਕੱਢਦੇ ਹੋ, ਜਿਹਨਾਂ ਨੂੰ ਤੁਸੀਂ ਬੁਰਾ ਭਲਾ ਕਹਿੰਦੇ ਹੋ, ਜਿਨ੍ਹਾਂ ਦੇ ਬਾਰੇ ਤੁਸੀਂ ਇੰਨਾ ਕੁਝ ਕਹਿੰਦੇ ਹੋ। ਤੁਹਾਡੇ ਯਾਦ ਹੋਗਾ ਬਿਆਨ ਚੀਫ ਮਿਨਿਸਟਰ ਸੀਗਾ, ਉਸ ਵੇਲੇ ਇਹਨਾਂ ਨੇ ਕਹਿਤਾ ਜੀ ਕੋਈ ਵੋਟ ਨਹੀਂ ਪਾਊਗਾ। ਤੁਸੀਂ ਬਲੀਵ ਕਰਿਓ, ਹਿਸਟਰੀ ਪਿੱਛੇ ਜਾਇਓ, 200 ਵੋਟਾਂ ਨਾਲ ਐਮਐਲਏ ਜਿੱਤ ਕੇ 5 ਸਾਲ ਉਹਨੇ ਰਾਜ ਕੀਤਾ, ਨਾਲੇ ਛਿੱਤਰ ਮਾਰੇ ਇਹਨਾਂ ਦੇ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਹੈ ਸਮਾਂ ਬਦਲ ਗਿਆ। ਵੱਡ ਵਡੇਰਿਆਂ ਨੂੰ, ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਹੈਰਾਨੀ ਦੀ ਗੱਲ ਇਹ ਹੈ ਬੀਬਾ ਜੀ ਕਿ ਯੂਪੀ ਦਾ ਇੱਕ ਲੀਡਰ ਟਕੈਤ ਸਾਹਿਬ ਤੇ ਸਾਡਾ ਐਡਾ ਕੁ ਪੰਜਾਬ ਤੇ ਇੱਥੇ 32 ਜਥੇਬੰਦੀ। ਕੀ ਗੱਲ ਇੱਕ ਲੀਡਰ ਤੇ ਇੱਕ ਜਥੇਬੰਦੀ ਨਹੀਂ ਹੋ ਸਕਦੀ? ਸੋ ਮੈਂ ਜਿਹੜੇ ਸਵਾਲ ਕਹੇ ਮੈਂ ਕਹਿੰਦੇ ਰਹਿਣਾ, ਬੁਲੰਦ ਆਵਾਜ਼ 'ਚ ਕਹਿੰਦੇ ਰਹਿਣਾ, ਲੇਕਿਨ ਇਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਜੀ ਕੱਲ ਨੂੰ ਸਾਡੇ ਇੱਕ ਦੇ ਲੀਡਰ ਨਾ ਬਣ ਜਾਣ, ਇੱਕ ਤੇ ਕੋਈ ਮੰਤਰੀ ਨਾ ਬਣ ਜੇ, ਇਹਦੇ ਹੱਥ ਸੱਤਾ ਨਾ ਆ ਜੇ। ਇਹ ਤਾਂ ਆਹ ਡਰ ਖਾਂਦਾ ਹੈ ਹਰੇਕ ਹੀ ਰਾਤ ਨੂੰ ਸੌਂਦਾ ਨੂੰ ਐਂ ਲੱਗਦਾ ਵੀ ਮੈਂ ਤਾਂ ਸੀਐਮ, ਲਾਲ ਬੱਤੀ ਜਾ ਰਹੀ ਆ, ਟੂ ਟੂ ਕਰਕੇ ਪੈਸਾ ਬਰਸ ਰਿਹਾ ਤੇ ਲੋਕੀ ਮੇਰੇ ਅਧੀਨ ਨੇ। ਇਸ ਤਰ੍ਹਾਂ ਦੀ ਸੋਚ ਲੈ ਕੇ ਤੁਸੀਂ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਤੁਸੀਂ ਸਾਰਿਆਂ ਨੂੰ ਰਲ ਮਿਲ ਕੇ, ਕਦੇ ਕਿਸੇ ਦੀ ਕਿਸਾਨ ਏਕਤਾ ਪਾਰਟੀ ਹੈ, ਕਦੇ ਕਿਸੇ ਦੀ ਫਲਾਨੀ ਪਾਰਟੀ, 10 ਤਾਂ ਪਾਰਟੀਆਂ ਬਣ ਗਈਆਂ ਇੱਥੇ। ਮੈਂ ਇਹਨੂੰ ਕਿਹਾ ਇੱਕ ਝੰਡੇ ਥੱਲੇ ਆਓ, ਇੱਕ ਲੀਡਰ ਆਪਣਾ ਚੁਣੋ, ਤਾਂ ਜਾ ਕੇ ਤੁਹਾਡਾ ਪਾਰ ਉਤਾਰਾ ਹੋਣਾ। ਹੁਣ ਦੱਸੋ ਜਿੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ, ਦੱਸੋ ਮੈਂ ਕੀ ਗਲਤ ਕਿਹਾ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ। ਜੋਗਰਾਜ ਸਿੰਘ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਤੁਸੀਂ ਬੜੇ ਵਾਜਿਬ ਸਵਾਲ ਉਹਨਾਂ ਦੇ ਸਾਹਮਣੇ ਰੱਖੇ ਆ। ਸਾਰੀ ਨੌਜਵਾਨ ਪੀੜ੍ਹੀ ਵੀ ਇਹੀ ਸਵਾਲ ਕਰਦੀ ਹੈ, ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਆ ਕਿ ਮੀਡੀਆ ਸਿਰਫ ਪੂਰੀ ਗੱਲ ਨਹੀਂ ਦਿਖਾਲਦਾ। ਜਿਵੇਂ ਹੁਣ ਜੋਗਰਾਜ ਸਿੰਘ ਜੀ ਹੁਣੀ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸੀਐਮ ਹੋਵੇਗਾ, ਉਹ ਗੱਲ ਨੂੰ ਕੱਟ ਕੇ ਦੇ ਦਿੱਤਾ। ਤੇ ਜਦੋਂ ਤੁਸੀਂ ਇੱਕ ਬਿਆਨ ਦਿੱਤਾ ਸੀ ਉਹਦੇ ਵਿੱਚ ਵੀ ਹਿੰਦੂਆਂ ਦੇ ਅਖੇ ਜੀ ਖਿਲਾਫ ਬੋਲਿਆ ਤੁਸੀਂ। ਉਸ ਤੋਂ ਬਾਅਦ ਸ਼ਾਇਦ ਤੁਸੀਂ ਬਿਮਾਰੀ ਦੇ ਕਰਕੇ ਉਹਦਾ ਨਹੀਂ ਦੱਸ ਸਕੇ ਕਿ ਅਸਲ ਦੇ ਵਿੱਚ ਗੱਲ ਕੀ ਹੋਈ ਸੀ। ਸੋ ਮੀਡੀਆ ਦਾ ਕਿੰਨਾ ਕੁ ਕਸੂਰ ਆ, ਮੀਡੀਆ ਦਾ ਕਿੰਨਾ ਕੁ ਕਸੂਰ ਆ? ਸਹੀ ਨੂੰ ਸਹੀ ਨਹੀਂ ਦਿਖਾਲਦੇ, ਸਹੀ ਨੂੰ ਗਲਤ ਕਿਉਂ ਦਿਖਾਲਦੇ ਹਮੇਸ਼ਾ? ਜਿਸ ਦੇਸ਼ ਦਾ ਮੀਡੀਆ ਵਿਕਿਆ ਹੋਵੇ, ਜਿਸ ਦੇਸ਼ ਦੇ ਮੀਡੀਏ ਨੂੰ ਆਪਣੀ ਅਣਖ ਤੇ ਆਪਣੀ ਗੈਰਤ ਭੁੱਲ ਗਈ ਹੋਵੇ, ਉਸ ਦੇਸ਼ ਦੇ ਵਿੱਚ ਬੀਬਾ ਜੀ ਇਹੀ ਹਾਲ ਹੁੰਦਾ। ਇਹਦੇ 'ਚ ਬੜੀ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਸਾਰੀ ਦੁਨੀਆ ਦਾ ਮੀਡੀਆ ਤੁਸੀਂ ਇੱਕ ਪਾਸੇ ਰੱਖੋ ਤੇ ਹਿੰਦੁਸਤਾਨ ਦਾ ਮੀਡੀਆ ਇੱਕ ਪਾਸੇ ਰੱਖੋ। ਮੈਂ ਕਈ ਵਾਰੀ ਮੀਡੀਆ ਵਾਲਿਆਂ ਨੂੰ ਸਵਾਲ ਕੀਤੇ, ਅਸੀਂ ਪ੍ਰੈਸ ਕਾਨਫਰੰਸ ਕਰਦੇ ਸੀਗੇ, ਉੱਥੇ ਮੈਨੂੰ ਟੱਕਰ ਗਏ, ਅੱਜ ਤੱਕ ਵਾਲੇ ਤੇ ਦੂਜੇ ਟੱਕਰ ਗਏ।
ਤਾਂ ਮੈਂ ਕਿਹਾ ਥੋੜੀ ਸ਼ਰਮ ਨਹੀਂ ਆਉਂਦੀ, ਕਿੰਨੇ ਰੁਪਈਏ 'ਚ ਆਪਣੀ ਜ਼ਮੀਰ ਵੇਚ ਕੇ ਆਏ ਹੋ? ਸਾਰੇ ਖੜੇ ਸੀਗੇ। ਨਹੀਂ ਯੋਗਰਾਜ ਜੀ, ਮੈਂ ਕਿਹਾ ਯੋਗਰਾਜ ਜੀ ਨਹੀਂ, ਮੈਨੂੰ ਗੱਲ ਦਾ ਜਵਾਬ ਦਿਓ। ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਦੇਸ਼ ਦੇ ਰਹਿਨੁਮਾ, ਤੁਸੀਂ ਫਾਦਰ ਆਫ ਦੀ ਨੇਸ਼ਨ ਮੀਡੀਆ, ਤੁਸੀਂ ਮੈਂ ਕਿਹਾ ਆਪਣੀ ਜ਼ਮੀਰ ਵੇਚਦੇ ਤਾਂ ਇੱਥੇ ਲੋਕਾਂ ਦਾ ਫਿਰ ਕੀ ਹੋਊਗਾ? ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿੱਥੇ ਤੱਕ ਮੇਰਾ ਆਪਣਾ ਸਵਾਲ ਆ, ਮੇਰੇ ਵੱਲੋਂ ਮੈਂ ਪਰਵਾਹ ਨਹੀਂ ਕਰਦਾ, ਕੁੱਤਿਆਂ ਨੂੰ ਭੌਂਕਣ ਦੀ ਆਦਤ ਹੈ, ਮਾਫ ਕਰਨਾ, ਤੁਸੀਂ ਮੇਰੀ ਧੀ ਬੈਠੀ ਹੈ, ਮੈਨੂੰ ਲਫ਼ਜ਼ ਇਸਤੇਮਾਲ ਕਰਦੇ ਵਿੱਚ ਮੈਂ ਤਾਂ ਸੱਚ ਤੇ ਹੋਕਾ ਦੇਣਾ, ਬੋਲਦੇ ਰਹਿਣਾ, ਹਿਸਟਰੀ ਸੁਣਾਉਂਦੇ ਰਹਿਣਾ, ਦੱਸਦੇ ਰਹਿਣਾ, ਗਲਤ ਨੂੰ ਗਲਤ ਕਹਿਣਾ। ਨਾ ਤਾਂ ਮੈਂ ਬੀਬਾ ਜੀ ਇਲੈਕਸ਼ਨ ਲੜਨੀ ਹੈ, ਨਾ ਮੈਂ ਮੰਤਰੀ ਬਣਨਾ, ਨਾ ਮੈਨੂੰ ਕੋਈ ਸ਼ੌਕ ਹੈ। ਜੇ ਮੈਂ ਇਹੀ ਕੁਝ ਕਰਨਾ ਹੁੰਦਾ, ਮੇਰੀ ਐਡੀ, ਮੈਂ ਜੰਮਿਆ ਪੋਲੀਟੀਕਲ ਫੈਮਿਲੀ ਦੇ ਵਿੱਚ ਆ। ਮੇਰਾ ਫੁੱਫੜ ਨਜਰ ਸਿੰਘ ਤਾਲਿਬ ਉਹ ਪ੍ਰਧਾਨ ਸੀ ਦਾ, ਕੈਰੋ CM ਸੀਗਾ, ਮੈਂ ਤਾਂ 5 ਸਾਲ ਦਾ ਸੀ, ਅਸੀਂ ਇਕੱਠੇ ਘਰ 'ਚ ਰਹਿੰਦੇ ਸੀ। ਤੇ ਜੇ ਮੈਂ ਕਰਨਾ ਸੱਜੇ ਗੱਲ ਦੀ, ਹੁਣ ਸਾਰਿਆਂ ਨੇ ਮੇਰਾ ਯਾਰ ਨਸੀਬ ਵਿਨੋਦ ਸ਼ਰਮੇ ਵਰਗਿਆ, ਮੈਂ ਤਾਂ ਭਾਵੇਂ ਹੁਣ ਪ੍ਰਾਈਮ ਮਿਨਿਸਟਰ ਹੁੰਦਾ ਇੰਡੀਆ ਦਾ। ਮੈਨੂੰ ਪਤਾ ਹੈ ਗੰਦ ਹੈ, ਬਾਹਲਾ ਗੰਦ, ਔਰ ਇੰਨਾ ਕੁ ਗੰਦ ਹੈ ਕਿ ਜਿਹਦਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਲੇਕਿਨ ਜੇ ਮੈਂ ਤੁਹਾਨੂੰ ਆਖਾਂ ਜੀ ਬੀਬਾ ਜੀ ਆਪਾਂ ਗਟਰ ਸਾਫ਼ ਕਰਨਾ ਹੈ ਤਾਂ ਕਿਵੇਂ ਕਰਾਂਗੇ? ਵਿੱਚ ਤਾਂ ਡਿੱਗਣਾ ਹੀ ਪੈਣਾ, ਵਿੱਚ ਤਾਂ ਉਤਰਨਾ ਹੀ ਪੈਣਾ, ਕੱਪੜੇ ਤਾਂ ਲਿਬੜ ਨਹੀਂ ਹੈ, ਪਊਗਾ ਤਾਂ ਹੀ ਸਾਫ਼ ਕਰ ਪਾਵਾਂਗੇ। ਸੋ ਆ ਮੇਰਾ ਮਤਲਬ ਹੈ ਕਹਿਣ ਦਾ ਕਿ ਇਹ ਜੋ ਕੁਝ ਵੀ ਮਤਲਬ ਕਹਿੰਦੇ ਨੇ ਮੀਡੀਆ ਵਾਲੇ, ਤੋੜ ਕੇ ਬਣਾਉਂਦੇ ਨੇ। ਹੁਣ ਮੈਂ ਇੱਕ ਬੜੀ ਸਪਸ਼ਟ ਗੱਲ ਆਵਾਮ ਨੂੰ, ਸਾਰੀ ਦੁਨੀਆ ਨੂੰ ਪੁੱਛਣਾ ਚਾਹੁੰਦਾ, ਪੰਜਾਬੀਆਂ ਨੂੰ, ਤੁਸੀਂ ਵੀ, ਮੇਰੀ ਧੀ ਬੈਠੀ ਹੈ, ਬੇਟਾ ਮੈਨੂੰ ਦੱਸੋ, ਤੁਹਾਨੂੰ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੋਈ ਹੋਰ ਲੀਡਰ ਦਿਖਦਾ? ਤੁਸੀਂ ਲੈ ਆਓ, ਤੁਸੀਂ ਆਪਣੀਆਂ ਪਾਲਿਸੀਆਂ ਤਿਆਰ ਕਰੋ, ਤੁਸੀਂ ਉਹਦੇ ਏਜੰਡੇ ਦੇਖੋ, ਉਹਦੀ ਗੱਲਬਾਤ ਦੇਖੋ, ਉਹਦਾ ਬਿਆਨਬਾਜ਼ੀ ਦੇਖੋ, ਉਹ ਵਿਚਾਰਾ ਜਾਵੇ ਕਿੱਥੇ? ਹਰੇਕ ਬੰਦੇ ਨੇ ਉਹਨੂੰ ਧੋਖਾ ਦਿੱਤਾ, ਉਹਦੇ ਆਪਣੇ ਨੇ ਉਹਦੇ ਪਿੱਛੜਾ ਮਾਰਿਆ, ਇਹਨਾਂ ਨੇ ਉਹਨੂੰ ਯੂਜ਼ ਕਰ ਪਹਿਲਾਂ BJP ਨੇ ਬਾਹਰ ਸਿੱਟਤਾ, ਹੁਣ ਇਹਨਾਂ ਕਾਂਗਰਸੀਆਂ ਨੇ ਯੂਜ਼ ਕਰਕੇ ਉਹਦਾ ਬੁਰਾ ਹਾਲ ਕਰਤਾ। ਤੇ ਉਹ ਬੰਦੇ ਨੂੰ ਜੇ ਮੈਂ ਅੱਗੇ ਲਿਆਉਣਾ ਚਾਹੁੰਦਾ ਤਾਂ ਮੇਰੀ ਆਵਾਜ਼ ਨਹੀਂ ਹੈ, ਸਾਰੇ ਪੰਜਾਬ ਦੀ ਆਵਾਜ਼ ਹੈ। ਤੁਸੀਂ ਅੱਜ ਵੀ ਪੁੱਛ ਕੇ ਦੇਖੋ ਕਿ ਨਵਜੋਤ ਸਿੰਘ ਸਿੱਧੂ ਤੁਹਾਡਾ ਲੀਡਰ ਹੈ ਕਿ ਨਹੀਂ ਹੈ? ਮੇਰੇ ਕੋਲ ਮਾਮੇ ਦਾ ਪੁੱਤ ਥੋੜਾ ਲੱਗਦਾ, ਮੈਂ ਤੋਂ ਕੀ ਲੈਣਾ? 24 ਸਾਲ ਉਹ ਸਿਆਸਤ 'ਚ ਰਿਹਾ, ਮੰਤਰੀ ਰਿਹਾ, ਮੈਂ ਉਹਦੇ ਅੱਜ ਤੱਕ ਜਾ ਕੇ ਉਹਨੂੰ ਨਹੀਂ ਮਿਲਿਆ। ਜੇ ਮੈਨੂੰ ਗੁਰੂ ਘਰ ਤੋਂ ਹੁਕਮ ਨਾ ਹੁੰਦਾ, ਮੈਨੂੰ ਗੁਰੂ ਘਰ ਤੋਂ ਹੁਕਮ ਨਾ ਹੁੰਦਾ, ਤੇ ਮੈਂ ਨਵਜੋਤ ਸਿੰਘ ਸਿੱਧੂ ਦੇ ਘਰ ਸ਼ਾਇਦ ਅੱਜ ਵੀ ਨਾ ਜਾਂਦਾ, ਔਰ ਬਿਲਕੁਲ ਨਾ ਜਾਂਦਾ। ਤਾਂ ਮੈਂ ਤਾਂ ਗਿਆ ਕਿਉਂਕਿ ਮੈਨੂੰ ਉੱਥੇ ਗੁਰੂ ਘਰ ਨੇ ਕਿਹਾ। ਅੱਜ ਵੀ ਮੈਂ 2-4 ਦਿਨ ਪਹਿਲਾਂ ਗਿਆ ਸੀ, ਮੈਨੂੰ ਕਹਿੰਦੇ ਜਾ ਕੇ ਉਹਨੂੰ ਕਹੋ ਭਾਈ ਤੂੰ ਆਪਣੇ ਘਰੇ ਸੁਖਮਨੀ ਸਾਹਿਬ ਦਾ ਪਾਠ ਰਖਾ, ਸਿੰਘ ਰੱਖ, 24 ਘੰਟੇ ਤੇਰੇ ਪਾਠ ਸੁਖਮਨੀ ਸਾਹਿਬ ਦਾ ਚੱਲੇ ਘਰੇ, ਤੂੰ ਐਡਾ ਰੱਬ ਦੀ ਕਿਰਪਾ ਤੇਰੇ ਤੇ। ਮੈਂ ਹੁਣ ਸੁਨੇਹਾ ਇਹਨੂੰ ਤੁਹਾਡੇ ਥਰੂ ਦੇਤਾ, ਮੈਂ ਪਰਸਨਲੀ ਜਾ ਕੇ ਵੀ ਕਹਿ। ਸੋ ਮੈਂ ਤਾਂ ਤੁਹਾਨੂੰ ਇੱਕ ਲੀਡਰ ਮੈਂ ਮੰਨਦਾ, ਔਰ ਤੁਸੀਂ ਸਾਰੇ ਮੰਨਦੇ ਹੋ, ਸਾਰੀਆਂ ਪਾਰਟੀਆਂ ਵਾਲੇ ਮੰਨਦੇ ਆ, ਆਪ ਵਾਲੇ ਹੱਥ ਜੋੜਦੇ ਫਿਰਦੇ, ਸਾਡੇ ਕੋਲ ਲਿਆਓ ਯੋਗਰਾਜ ਜੀ, ਇਹਨੂੰ ਸਾਡੇ ਕੋਲ। ਮੈਂ ਕਿਹਾ ਮੈਂ ਉਹਦਾ ਠੇਕਾ ਲਿਆ? ਮੈਂ ਤੁਹਾਨੂੰ ਤੁਹਾਡਾ ਸੁਨੇਹਾ ਦੇ ਸਕਦਾ, ਕਰਨਾ ਨਾ ਕਰਨਾ ਉਹਦੀ ਮਰਜ਼ੀ ਹੈ, ਗੁਰੂ ਦੀ ਮਰਜ਼ੀ ਹੈ। ਸੋ ਮੈਂ ਉਹਦੀ ਗੱਲ ਤਾਂ ਕਰਦਾ ਕਿ ਉਹ ਇੱਕ ਬੜਾ ਸੱਚਾ ਸੁੱਚਾ ਬੇਦਾਗ ਆਦਮੀ ਹੈ। ਤੁਸੀਂ ਦੇਖਿਆ ਉਹਦੀ ਲੀਡਰਸ਼ਿਪ ਦੇ ਵਿੱਚ ਇੱਕ ਦਾਗ ਕੱਢ ਦਿਓ ਅੱਜ ਤੱਕ, ਲੇਕਿਨ ਉਹ ਵਿਚਾਰਾ ਜਾਵੇ ਕਿੱਥੇ? ਮੈਂ ਪੰਜਾਬ ਵਾਲੇ ਨੂੰ ਕਿਹਾ ਜੇ ਤੁਹਾਨੂੰ ਨਵਜੋਤ ਸਿੰਘ ਸਿੱਧੂ ਚਾਹੀਦਾ, ਜਾਓ ਲੈ ਜਾਓ 5-6 ਹਜ਼ਾਰ ਗੱਡੀ, ਜਾਓ ਉੱਥੇ 4-5 ਲੱਖ ਬੰਦਾ ਉਹਦਾ ਘਰ ਘੇਰ ਕੇ ਨੂੰ ਲਿਆਓ, ਗੱਡੀ 'ਚ ਬਿਠਾ ਕੇ ਲੈ ਜਾਓ ਉਹਨੂੰ ਹਰਮੰਦਰ ਸਾਹਿਬ, ਉੱਥੇ ਖੜ ਕੇ ਤੋਂ ਵਚਨ ਕਰੋ, ਸਹੁੰ ਤਾਂ ਨਾ ਖਵਾ, ਕਿਉਂਕਿ ਲੋਕੀ ਤਾਂ ਗੁੱਟ ਕੇ ਫੜ ਕੇ ਸਹੁੰ ਝੂਠੀਆਂ ਕਰ ਲੈਂਦੇ ਆ। ਇਹੀ ਮੈਂ ਕਹਿਣ ਲੱਗੀ ਸੀਗੀ, ਇਹੀ ਮੈਂ ਕਹਿਣ ਲੱਗੀ ਸੀ ਕਿਤੇ ਉਹੀ ਗਲਤੀ ਨਾ। ਜੀ ਨਹੀਂ ਉਹ ਨਹੀਂ ਗੱਲ, ਮੈਂ ਵਚਨ ਤੇ ਸਹੁੰ 'ਚ ਬੜਾ ਫਰਕ ਹੁੰਦਾ ਹੈ। ਝੂਠਾ ਬੰਦਾ ਸਹੁੰ ਖਾਂਦਾ, ਵਚਨ ਗੁਰੂ ਨੂੰ ਸਿਰ ਨਵਾ ਕੇ ਕੋਈ ਦਿੰਦਾ ਉਹਦਾ। ਦਰਗਾਹਿਆਂ ਮੰਦਿਰ ਜਾਓ, ਰਾਮ ਤੀਰਥ ਦੀ ਜੇ ਜਾਓ, ਉੱਥੇ ਜਾ ਕੇ ਵਚਨ ਕਰੋ, ਬਾਬਾ ਬੁੱਢਾ ਜੀ ਤੇ ਜਾਓ ਵਚਨ ਕਰੋ, ਸਾਰਿਆਂ ਨਾਲ ਲੈ ਕੇ ਜਾਓ, 117 ਬੰਦੇ ਕੱਢੋ, ਆਪਣੀ ਸਾਰਿਆਂ ਨੂੰ ਵਚਨਬੱਧ ਹੋ, ਔਰ ਜਾ ਕੇ ਆਪਣੀ ਪੰਜਾਬ ਦੀ ਸੱਤਾ ਸੰਭਾਲੋ। ਗੱਲ ਕੀ ਹੈ? ਪਰ ਜੇ ਲੋਕਾਂ ਦੀ ਗੋਦੀਆਂ 'ਚ ਬਹਿ ਕੇ ਛਿੱਤਰ ਖਾਣ ਦੀ ਆਦਤ ਹੈ ਪੰਜਾਬੀਆਂ ਨੂੰ, ਇਹ ਈਰਖਾ ਦੇ ਭਰੇ ਹੋਏ ਨੇ। ਆਪਾਂ ਪੰਜਾਬੀ ਲੋਕ ਇੱਕ ਦੂਜੇ ਨਾਲ ਈਰਖਾ ਦੇ ਭਰੇ ਹੋਏ ਆ, ਜਿਹੜੀ ਗੁਰੂ ਸਾਹਿਬ ਕੱਢ ਕੇ ਗਏ ਸੀ, ਇਹ ਫੇਰ ਉੱਥੇ ਹੀ ਆ ਗਏ। ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ, ਹਰੇਕ ਹੀ ਆਪਣਾ ਸੋਚਦਾ ਹੈ, ਮੈਂ ਲੀਡਰ, ਮੈਂ ਮੰਤਰੀ, ਹਾਏ ਮੈਂ ਆ ਵੀ ਖਾ ਲਾਂ, ਮੈਂ ਆ ਵੀ ਲੈਣਾ, ਪੁਸ਼ਤਾਂ ਦਾ ਬਣਾ ਲਾਂ, ਪੁੱਤ ਪੋਤੀਆਂ ਦਾ ਬਣਾ ਲਾਂ। ਆਹ ਤਾਂ ਇਹਨਾਂ ਦਾ ਹਾਲ ਹੈ। ਸਾਡੇ ਤੇ ਰਾਜ ਕਿਉਂ ਕਰ ਰਹੇ ਨੇ? ਆਹ ਹੁਣ ਤੁਸੀਂ ਗੁਜਰਾਤੀਆਂ ਦੀ ਗੱਲ ਕਰਦੇ ਹੋ, ਗੁਜਰਾਤੀ ਸਾਰੇ ਇਕੱਠੇ ਨੇ, ਤੁਸੀਂ ਇੱਕ ਬੰਦੇ ਦੀ ਗੱਲ ਕਰੋ, ਸਾਰੇ ਉਹਦੇ ਨਾਲ ਤੁਰਨਗੇ। ਤੁਰ ਰਿਹਾ ਕਿ ਨਹੀਂ ਤੁਰ ਰਿਹਾ? ਜੀ ਬਿਲਕੁਲ। ਤੁਸੀਂ ਹੋਰ ਮਜ਼ੇ ਦੀਆਂ ਗੱਲਾਂ ਕਰ ਲਓ, ਹੋਰ ਲੋਕਾਂ ਦੀਆਂ ਗੱਲਾਂ ਨਾਲ ਤੁਰਨਗੇ। ਸਾਡੇ ਪੰਜਾਬੀ ਡੱਡੂ ਵਾਲਾ ਹਾਲ ਹੈ, ਜਿਹੜਾ ਬਾਹਰ ਉੱਤੇ ਨੂੰ ਜਾਣ ਦੀ ਕੋਸ਼ਿਸ਼ ਕਰਦਾ, ਦੂਜਾ ਲੱਤ ਖਿੱਚ ਕੇ ਥੱਲੇ ਸੁੱਟ ਦਿੰਦਾ। ਅੱਜ ਵੀ ਸਾਡੇ ਲੀਡਰ, ਸਾਡੀ ਹੋਂਦ ਦੇ ਬੰਦੇ ਉਹੀ ਇਹ ਗੱਲਾਂ ਕਰ ਰਹੇ ਨੇ। ਸਾਡੇ ਗੱਦਾਰ ਲੋਕ, ਲੀਡਰ ਸਾਹਿਬਾਨ ਇਹ ਗੱਦਾਰ ਨੇ ਪੰਜਾਬ ਦੇ। ਇਹ ਦੁੱਖ ਵਾਲੀ ਗੱਲ ਹੈ। ਤੁਸੀਂ ਉਹਨਾਂ 'ਚ ਕੋਈ ਗੱਦਾਰ ਕੱਢੋ, ਮਹਾਰਾਸ਼ਟਰ ਚਲੇ ਜਾਓ, ਗੁਜਰਾਤ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਉਹ ਲੋਕ ਇੱਕ ਮੁੱਠ ਇਕੱਠੇ ਰਹਿੰਦੇ ਨੇ, ਕਦੇ ਵੀ ਆਪਦੇ ਬੰਦੇ ਨੂੰ ਨਿੰਦਦੇ ਨਹੀਂ। ਇੱਕ ਲੀਡਰ ਹੋਊਗਾ ਉਹਨਾਂ ਦਾ। ਯੂਪੀ ਚਲੇ ਜਾਓ, ਸਾਡੇ ਇੱਥੇ ਜਿੱਥੇ ਘਾਹ ਪੁੱਟੋ ਉੱਥੇ ਲੀਡਰ ਹੈ, ਜਿਹੜੀ ਘਰ ਦਾ ਦਰਵਾਜ਼ਾ ਖੋਲੋ ਉੱਥੇ ਲੀਡਰ ਹੈ। ਪਹਿਲਾਂ ਆਪਣਿਆਂ ਨੂੰ ਸੁਧਾਰ ਤਾਂ ਲਓ ਕਿ ਗੁਰੂ ਸਾਹਿਬ ਤੁਹਾਨੂੰ ਕੀ ਸਿਖਾ ਗਏ।
ਮੈਂ ਤਾਂ ਹੁੱਕਾ ਦਿੰਦਾ ਫਿਰਦਾ ਵੀ ਅੱਜ ਨਾ ਇਕੱਠੇ ਹੋਏ ਤਾਂ ਬੀਬਾ ਜੀ ਇਹ ਗੱਲ ਮੈਂ ਬੁਲੰਦ ਆਵਾਜ਼ ਨਾਲ ਕਹਿਣਾ, ਹਾਲ ਯਹੂਦੀਆਂ ਵਾਲਾ ਹੋਊਗਾ ਪੰਜਾਬੀਆਂ ਦਾ। ਇਹਨਾਂ ਨੂੰ ਇੱਥੋਂ ਛਿੱਤਰ ਮਾਰ ਕੇ ਕੱਢਣਗੇ, ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗੂਗਾ ਹੋ ਯਾਰ ਆਪਾਂ ਤਾਂ ਇਕੱਠੇ ਰਹਿੰਦੇ, ਯੋਗਰਾਜ ਸਿੰਘ ਠੀਕ ਕਹਿੰਦਾ ਸੀ ਹੈ ਜੀ। ਫਿਰ ਇਕੱਠੇ ਹੋ ਕੇ ਫਿਰ 1000 ਸਾਲ ਯਹੂਦੀਆਂ ਨੇ ਆਪਣਾ ਇਜ਼ਰਾਈਲ ਲਿਆ ਕਿ ਨਹੀਂ ਵਾਪਸ, ਤੁਸੀਂ ਤਾਂ ਹਿਸਟਰੀ ਤੋਂ ਵਾਕਿਫ ਹੋ। ਸੋ ਸਾਡੇ ਪੰਜਾਬੀਆਂ ਦਾ ਬੀਬਾ ਜੀ ਆਹ ਹਾਲ ਹੈ, ਅਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ। ਮੇਰੇ ਵਰਗਾ ਬੰਦਾ ਜਿਹੜਾ ਕੁਝ ਨਹੀਂ ਚਾਹੁੰਦਾ ਉਹਦੇ ਖਿਲਾਫ ਜਥੇਬੰਦੀਆਂ ਬੋਲੀ ਜਾਂਦੀਆਂ ਨੇ। ਮੈਂ ਆਪਣੇ ਕੰਨੀ ਸੁਣਿਆ ਜਿੱਦਣ ਮੈਂ ਉੱਥੇ ਸਪੀਚ ਦੇ ਰਿਹਾ ਸੀ, ਰਾਜੇਵਾਲ ਦਾ ਲੀਡਰ ਨਾਲ ਹੋਰ ਬੈਠੇ ਮੈਨੂੰ ਇਹ ਕਹਿ ਕੇ ਗਏ, ਉਹ ਇਹ ਤਾਂ ਗੰਦ ਪਾਉਂਦਾ, ਇਹਨੂੰ ਤੁਸੀਂ ਕਿਉਂ ਸਟੇਜ ਤੇ ਚੜਾਇਆ। ਹੁਣ ਜਿੱਥੇ ਰੈਲੀਆਂ ਕਰਦੇ ਉੱਥੇ ਇੰਸਟਰਕਸ਼ਨ ਭੇਜੀ ਇਹਨਾਂ ਨੇ ਕਿ ਜੇ ਯੋਗਰਾਜ ਸਿੰਘ ਆਊਗਾ ਅਸੀਂ ਨਹੀਂ ਆਉਣਾ। ਕਈ ਰੈਲੀਆਂ 'ਚ ਮੇਰਾ ਨਾਂ ਕੱਟਦਾ, ਮੈਂ ਨਹੀਂ ਗਿਆ। ਮੈਂ ਕਿਹਾ ਨਾ ਸੀ, ਮੈਂ ਕੀ ਲੈਣਾ, ਮੈਂ ਤਾਂ ਹੋਕਾ ਦੇਣਾ, ਹੋਕਾ ਦੇਈ ਜਾਣਾ ਸੱਚ ਦਾ। ਆਹ ਤਾਂ ਇਹਨਾਂ ਦਾ ਹਾਲ ਹੋਇਆ ਖੜਾ। 70 80 ਸਾਲ ਦੀ ਉਮਰ ਹੋ ਗਈ। ਇਹ ਮੇਰੇ ਵਰਗੇ ਬੰਦੇ ਨਾਲ ਈਰਖਾ ਕਰਦੇ, ਜਵਾਨਾਂ ਨੂੰ ਤਾਂ ਛੱਡ ਹੀ ਦਿਓ, ਉਹਨਾਂ ਤੋਂ ਦੇਖ ਕੇ ਰਾਜੀ ਨਹੀਂ। ਜਦ ਤੱਕ ਆਪਾਂ ਇਕੱਠੇ ਹੋ ਕੇ ਆਪਣਾ ਸੁਭਾਅ ਨਹੀਂ ਬਦਲਾਂਗੇ, ਆਪਾਂ ਛਿੱਤਰ ਖਾਂਦੇ ਰਵਾਂਗੇ, ਲਿਖ ਕੇ ਆਪਣੀ ਜੇਬ 'ਚ ਪਾ ਲਵਾਂਗੇ। ਜੋਗਰਾਜ ਸਿੰਘ ਜੀ, ਤੁਸੀਂ ਬੜਾ ਵਧੀਆ ਕਿਹਾ ਕਿ ਬੋਲਣ ਤਾਂ ਸੱਚ ਤਾਂ ਸੁਣਨਾ ਨਹੀਂ ਚਾਹੁੰਦੇ। ਸਾਡੇ ਨਾਲ ਇੱਕ ਕਾਲਰ ਆ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ, ਉਹ ਕੀ ਕਹਿਣਾ ਚਾਹੁੰਦੇ ਆ। ਜੀ ਅਨੂ ਜੀ, ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਲੈਣ ਦਊਂਗੇ ਬਲਵਿੰਦਰ ਕੌਰ ਨੂੰ ਆਪਣੇ ਯੋਗਰਾਜ ਜੀ? ਹਾਂਜੀ ਸੁਣਦੇ ਆ ਜੀ, ਤੁਹਾਨੂੰ ਕੀ ਸਵਾਲ ਕਰੋਗੇ ਤੁਸੀਂ ਆਪਣਾ? ਭੈਣ ਜੀ ਜੋ ਯੋਗਰਾਜ ਜੀ ਕਹਿ ਰਹੇ ਆ ਆਪਣੇ ਸਿੱਧੂ ਬਾਰੇ, ਸਿੱਧੂ ਤਾਂ ਇੱਕ ਸੱਚਾ ਬੱਚਾ ਬੰਦਾ ਹੈ, ਬਿਲਕੁਲ ਇੱਕ ਸਾਫ਼ ਸੁਥਰਾ। ਹਾਲ ਤੱਕ ਕਿੰਨੇ ਸਾਲ ਹੋ ਗਏ ਉਹਨੂੰ ਰਾਜ ਕਰਦੇ ਨੂੰ, ਕੋਈ ਵੀ ਕਿਤੇ ਕੋਈ ਇੱਕ ਵੀ ਬੰਦਾ ਉੱਠ ਕੇ ਨਹੀਂ ਇਹ ਕਹਿ ਸਕਦਾ ਵੀ ਇਹ ਕਰਪਟ ਹੈ ਜੀ। ਤੇ ਤੁਹਾਡੀ ਕੀ ਸੋਚ ਕਹਿੰਦੀ ਆ ਕਿ ਰਾਜਨੀਤੀ ਵਿੱਚ ਜੇ ਮੌਕਾ ਦਿੱਤਾ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਨੂੰ ਬਚਾਇਆ ਜਾ ਸਕਦਾ, ਸਾਡੀ ਰਾਜਨੀਤੀ ਚੋਂ ਗੰਦ ਕੱਢਿਆ ਜਾ ਸਕਦਾ? 100% ਗਰੰਟੀ ਹੈ ਵੀ ਇਹ ਚੀਜ਼ ਦਾ, ਵੀ ਜੇ ਸਿੱਧੂ ਸੀਐਮ ਅਗਲੇ ਸੀਐਮ ਬਣਦੇ ਆ ਜੀ। ਜਿਹੜੇ ਯੋਗਰਾਜ ਤਾਂ ਬਹੁਤ ਸੱਚੇ ਬੰਦੇ ਬਿਲਕੁਲ। ਇਹ ਵੀ ਇਹਨੇ ਵਿਚਾਰੇ ਨੇ ਕੋਈ ਐਕਟਰ ਜ਼ਰੂਰ ਹੈ ਲੇਕਿਨ ਕੋਈ ਪੋਲਿਟਿਕਸ ਵਿੱਚ ਪੈਰ ਨਹੀਂ ਹੈ ਬਿਲਕੁਲ ਇਹ ਰੱਖਦੇ ਜੀ। ਆਵਾਜ਼ ਤਾਂ ਦੇਖੋ ਇੱਕ ਬੰਦਾ ਚੱਕਦਾ ਹੀ ਹੁੰਦਾ, ਜੇ ਆਵਾਜ਼ ਨਹੀਂ ਚੱਕੂਗੇ ਤਾਂ ਪਤਾ ਵੀ ਨਹੀਂ ਲੱਗਣਾ ਕੋਲ ਬੈਠੇ ਨੂੰ ਵੀ ਕੌਣ ਆ ਕੌਣ ਨਹੀਂ। ਜੀ ਬਿਲਕੁਲ। ਥੈਂਕ ਯੂ ਜੀ, ਤੁਹਾਡਾ ਧੰਨਵਾਦ ਜੀ, ਤੁਸੀਂ ਫੋਨ ਕੀਤਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਤੁਸੀਂ ਜਿਵੇਂ ਗੱਲ ਕਰ ਰਹੇ ਸੀ ਜੋਗਰਾਜ ਜੀ ਕਿ ਜਦੋਂ ਤੁਸੀਂ ਬੋਲਦੇ ਆ ਤੇ ਉਹਨਾਂ ਨੂੰ ਲੱਗਦਾ ਸ਼ਾਇਦ ਉੱਥੇ ਸਟੇਜ ਦੇ ਉੱਤੇ ਕਿ ਤੁਸੀਂ ਗੰਦ ਪਾਉਂਦੇ ਆ, ਤੁਸੀਂ ਗਲਤ ਬੋਲਦੇ ਆ, ਇਹ ਉਹਨਾਂ ਦਾ ਕਹਿਣਾ ਆ। ਪਰ ਫਿਰ ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਸੋਚਦੇ ਹੈਗੇ ਆ ਕਿ ਉੱਥੋਂ ਹੀ ਕੋਈ ਰਾਜਨੀਤਿਕ ਲਹਿਰ ਉੱਠੇ। ਤੁਹਾਨੂੰ ਲੱਗਦਾ ਕਿ ਉੱਥੇ ਇਹੋ ਜਿਹਾ ਲੀਡਰ ਹੈ ਕੋਈ ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਆ ਕੇ ਪੰਜਾਬ ਨੂੰ ਸਵਾਰ ਸਕਦੇ ਆ ਆਉਣ ਵਾਲੇ ਸਮੇਂ 'ਚ? ਬੇਟਾ ਜੀ, ਮੈਂ ਸਾਰੀ ਸਿਆਸਤ ਹਿੰਦੁਸਤਾਨ ਦੀ ਪੜ੍ਹੀ ਹੈ, ਪੰਜਾਬ ਦੀ ਪੜ੍ਹੀ ਹੈ, ਬੜੇ ਸਾਲਾਂ ਤੋਂ ਮੈਂ ਇਹਨਾਂ ਲੋਕਾਂ ਨੂੰ ਜਾਣਦਾ ਜੀ। ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਮੈਨੂੰ ਤੁਸੀਂ ਸਾਰੇ ਦੱਸੋ ਵੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਤੁਹਾਨੂੰ ਕੋਈ ਲੀਡਰ ਦਿਖਦਾ ਤਾਂ ਕੋਈ ਗੱਲ ਤਾਂ ਕਰੇ, ਮੈਨੂੰ ਕਹੇ ਤਾਂ ਸਹੀ, ਆਵਾਮ 'ਚ ਆਵਾਜ਼ ਤਾਂ ਉਠਾਏ। ਉਹ ਤਾਂ ਰੱਬ ਦਾ ਪਿਆਰਾ, ਇੱਕ ਐਸਾ ਰੱਬ ਦਾ ਥਾਪੜਾ ਹੈ, ਉਹਦੇ ਤੇ ਗੁਰੂ ਦੀ ਇਸੀ ਕਿਰਪਾ ਹੈ, ਉਹਨੂੰ ਹੁਕਮ ਹੈ ਔਰ ਉਹ ਸੀਐਮ ਬਣੂਗਾ। ਉਹ ਗੁਰੂ ਦੀ ਮਿਹਰ ਹੋਣੀ ਹੈ, ਗੁਰੂ ਦੀ ਆਵਾਜ਼ ਹੈ, ਰੱਬ ਦੀ ਆਵਾਜ਼ ਹੈ, ਔਰ ਉਹ ਸੱਤਾ ਸੰਭਾਲੂਗਾ। ਲੇਕਿਨ ਮੈਂ ਤਾਂ ਇਹ ਕਹਿੰਦਾ ਵੀ ਉਹਦਾ ਸਾਥ ਦਿਓ। ਹੁਣ ਤੁਸੀਂ ਆ ਭਾਈ ਸਾਹਿਬ ਜਿਹੜੇ ਕਾਲਰ ਸੀ, ਇਹਨਾਂ ਨੇ ਕਿੰਨੀ ਖੂਬਸੂਰਤ ਗੱਲ ਕੀਤੀ ਹੈ ਜੀ। ਸਾਰੀ ਦੁਨੀਆ ਹੀ ਇਹੀ ਕਹਿੰਦੀ ਹੈ, ਸਾਰਾ ਪੰਜਾਬ ਇਹ ਕਹਿੰਦਾ, ਸਾਰਾ ਨੌਜਵਾਨ ਇਹ ਕਹਿੰਦਾ, ਔਰ ਉਹ ਮੈਨੂੰ ਐ ਸਮਝਦੇ ਆ ਕਿ ਮੇਰਾ ਉਹਦਾ ਪਿਓ ਪੁੱਤਰ ਦਾ ਰਿਸ਼ਤਾ ਹੈ, ਮੈਂ ਉਹਨੂੰ ਪਾਲਿਆ ਵੱਡਾ ਕੀਤਾ, ਉਹਦੇ ਵਿਆਹ ਤੇ ਮੈਂ ਪਿਓ ਬਣ ਕੇ ਖੜਾ ਹੋਇਆ, ਮੇਰੀ ਬੜੀ ਇੱਜ਼ਤ ਕਰਦਾ, ਮੇਰਾ ਬੜਾ ਪਿਆਰ ਹੈ। ਲੇਕਿਨ ਉਹ ਗੱਲ ਆਪਣੀ ਜਗ੍ਹਾ, ਉਹਦੀ ਲੀਡਰਸ਼ਿਪ ਕੁਆਲਿਟੀਆਂ ਜਿਹੜੀਆਂ ਨੇ ਉਹ ਆਪਣੀ ਜਗ੍ਹਾ ਨੇ, ਮੈਂ ਉਹਦੀ ਗੱਲ ਕਰਦਾ। ਮੇਰਾ ਉਹਦੇ ਨਾਲ ਕੋਈ ਗੱਲ ਨਾਲ ਸੰਬੰਧ ਤੇ ਰਿਸ਼ਤਾ ਨਹੀਂ ਹੈ। ਮੇਰਾ ਬਹੁਤ ਪਿਆਰ, ਬਹੁਤ ਇੱਜ਼ਤ ਕਰਦਾ ਹੈ। ਸਾਡੀਆਂ 20-25 ਮੀਟਿੰਗਾਂ ਹੋ ਚੁੱਕੀਆਂ, ਅਸੀਂ ਬਹੁਤ ਕੁਝ ਪਲਾਨ ਕੀਤਾ ਔਰ ਨਿਕਲਿਆ ਬਾਹਰ, ਬੋਲ ਰਿਹਾ ਬਰਗਾੜੀ ਕਾਂਡ ਤੇ ਬੋਲਿਆ। ਦੇਖੋ ਹੁਣ ਵੀ ਉਹ ਪ੍ਰੈਸ ਕਾਨਫਰੰਸ ਕਰ ਰਿਹਾ, ਬੋਲ ਰਿਹਾ ਨਾ। ਇਹੀ ਮੈਂ ਚਾਹੁੰਦਾ ਸੀ ਕਿ ਜਿੱਦਣ ਮੈਂ ਕਿਹਾ ਨਵਜੋਤ ਤੂੰ ਬੋਲਣਾ ਸ਼ੁਰੂ ਕਰੇਗਾ ਨਾ, ਸਾਰੀ ਪੰਜਾਬ, ਜਿੱਦਣ ਤੂੰ ਬਾਹਰ ਨਿਕਲੇਗਾ ਸਾਰਾ ਪੰਜਾਬ ਤੇਰੇ ਨਾਲ ਚੱਲੂਗਾ। ਸੋ ਮੈਂ ਸਮਝਦਾ ਆਪਣੇ ਕੋਲ ਹੋਰ ਕੋਈ ਲੀਡਰ ਹੈ ਹੀ ਨਹੀਂ। ਬਾਕੀਆਂ ਦਾ ਹਾਲ ਦੇਖ ਲਓ, ਸਾਰੇ ਵਿਕੇ ਖਾ ਗਏ। ਭੈਣ ਮੇਰੀ ਹੈ, ਧੀ ਮੇਰੀ ਹੈ ਤੇ ਆਵਾਮ ਮੇਰੇ। ਸੁਣੋ ਮੇਰੀ ਗੱਲ, ਮੈਂ ਪੁੱਛਣਾ ਚਾਹੁੰਦਾ ਬੜੀ ਬੁਲੰਦ ਆਵਾਜ਼ 'ਚ, ਪਿਛਲੇ 30-35 ਸਾਲਾਂ ਤੋਂ ਜਿਹੜੀਆਂ ਦੋ ਫੈਮਲੀਆਂ ਰਾਜ ਕਰ ਰਹੀਆਂ ਨੇ, ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਵੀ ਖਜ਼ਾਨੇ ਦਾ ਪੈਸਾ ਕਿੱਥੇ ਗਿਆ ਜੀ? ਕੇਬਲ ਦਾ ਪੈਸਾ, ਸ਼ਰਾਬ ਦਾ ਪੈਸਾ, ਐਕਸਾਈਜ਼ ਵਾਲਾ, ਟਰਾਂਸਪੋਰਟ ਦਾ ਪੈਸਾ, ਰੇਤ ਦਾ ਪੈਸਾ, ਮਾਫੀਆ ਚਲਾ ਰਹੀ ਹੈ ਸਾਰਾ ਕੁਝ। 55 ਲੱਖ ਕਰੋੜ ਦੀ ਇਨਕਮ ਹੋਵੇ ਸਾਲ ਦੀ ਡਿਪਾਰਟਮੈਂਟਾਂ ਤੋਂ ਪੰਜਾਬ ਨੂੰ,
मैं पुछना चाहना पैसा गया ते किथे गया, कौन खा गया, किथे चला गया। जब तुसी सत्ता च आए सी ਤੁਹਾਡੇ ਕੋਲ 2 ਕਿੱਲੇ ਪੈਲੀ नहीं सी, ਅੱਜ ਤੁਹਾਡੇ ਕੋਲ ਅਰਬਾਂ ਖਰਬਾਂ ਦੀ ਜਾਇਦਾਦ ਹੈ। मैं IAS ਅਫਸਰਾਂ ਨੂੰ PCS ਅਫਸਰਾਂ ਨੂੰ ਪੁੱਛਣਾ ਚਾਹਨਾ, ਬਿਊਰੋਕਰੇਟਸ ਨੂੰ ਪੁੱਛਣਾ ਚਾਹਨਾ, ਤੁਸੀਂ 16 ਲੱਖ ਕਰੋੜ ਦੀ ਜ਼ਮੀਨ ਪੰਜਾਬ 'ਚ ਦੱਬੀ ਹੈ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਇਹ ਜ਼ਹਿਰ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਨੂੰ ਦੇ ਰਹੇ ਹੋ, ਕੱਲ ਨੂੰ ਤੁਹਾਡੇ ਬੱਚਿਆਂ ਤੇ ਪਰਿਵਾਰ ਦਾ ਕੀ ਹਾਲ ਹੋਣਾ, ਕਦੇ ਸੋਚਿਆ? ਮੈਂ ਪੁੱਛਣਾ ਚਾਹਨਾ, ਜਦ ਮੈਂ ਪੁੱਛਦਾ ਨੂੰ ਅੱਗ ਲੱਗਦੀ ਹੈ ਕਿ ਪੈਸਾ ਕਿੱਥੇ ਗਿਆ, ਕਿੱਥੇ ਜਾ ਰਿਹਾ? ਅੱਜ ਵੀ 5 ਕਰੋੜ ਰੁਪਈਆ ਰੋਜ਼ ਰੇਤ ਚੋਂ ਆ ਰਿਹਾ। ਮੈਂ ਪੁੱਛਣਾ ਚਾਹਨਾ ਕਿੱਥੇ ਜਾਂਦਾ? ਤੇ ਖਜ਼ਾਨਾ ਖਾਲੀ ਤੇ ਹੋਰ ਕਪਾਟ ਖੋਲਦੇ ਆ। 3 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ, ਦੱਸੋ ਕਿੱਥੋਂ ਲੱਥਣਾ ਹੈ? ਆਪਾਂ ਇੱਕ ਬੰਦਾ ਪੰਜਾਬ ਦੇ ਵਿੱਚ 1 ਲੱਖ ਰੁਪਏ ਦੇ ਕਰਜ਼ੇ ਥੱਲੇ ਅੱਜ ਹੈਗਾ। ਜਦ ਤੱਕ ਤੁਸੀਂ ਆਪਣੀਆਂ ਪਾਲਿਸੀਆਂ ਨਹੀਂ ਬਣਾਓਗੇ, ਏਜੰਡਾ ਨਹੀਂ ਬਣਾਓਗੇ, ਸੱਤਾ ਤੁਹਾਡੇ ਹੱਥ 'ਚ ਨਹੀਂ ਹੋਊਗੀ, ਪਾਵਰ ਤੁਹਾਡੇ ਹੱਥ 'ਚ ਨਹੀਂ ਹੋਊਗੀ, ਤੁਸੀਂ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਪੰਜਾਬ ਦਾ ਭਲਾ ਕਰ ਸਕਦੇ ਹੋ? ਮੈਨੂੰ ਕੋਈ ਤਾਂ ਦੱਸੇ। ਮੈਂ ਬੁਲੰਦ ਆਵਾਜ਼ ਪੁੱਛਦਾ ਫਿਰਦਾ, ਹੱਥ ਜੋੜ ਕੇ ਪੱਲਾ ਅੱਡ ਕੇ, ਕਿ ਇਸ ਪੰਜਾਬ ਨੂੰ ਹਨੇਰੇ ਚੋਂ ਕੱਢਣਾ ਕਿਵੇਂ ਹੈ? ਜੀ ਸਾਡੇ ਨਾਲ ਜੀ ਜੋਗਰਾਜ ਜੀ ਇੱਕ ਕਾਲਰ ਹੈ ਸਾਡੇ ਨਾਲ, ਜਵਾਬ ਦਿੰਦੀ ਹੈ ਨਾ ਇਹ ਲੀਡਰ ਜਵਾਬ ਦਿੰਦੇ ਆ। ਜੀ 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 ਆਨੂ ਜੀ, ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹੋਗੇ ਜੀ, ਕੀ ਸਵਾਲ ਹੈ ਤੁਹਾਡਾ ਜੀ? ਮੈਂ ਤਾਂ ਬਿਲਕੁਲ ਇਹਨਾਂ ਨਾਲ 110% ਸਹਿਮਤ ਹਾਂ। ਨਾਲ ਇਹਨਾਂ ਦੇ ਪ੍ਰਗਟ ਸਿੰਘ ਵੀ ਚਾਹੀਦੇ ਆ, ਬੈਂਸ ਭਰਾ ਤੇ ਧਰਮਵੀਰ ਗਾਂਧੀ ਵੀ ਚਾਹੀਦੇ ਆ ਜੀ। ਇਹ ਪੰਜਾਬ ਦਾ ਪੂਰਾ ਸੁਧਾਰ ਹੋ ਜਾਣਾ, ਕਲੀਨ ਕਰ ਦੇਣਗੇ ਸਾਰਾ ਕੁਝ ਜੀ। ਧੰਨਵਾਦ ਜੀ ਤੁਹਾਡਾ। ਝੂੜੂ ਪਾਰਟੀ ਕੋਈ ਨਹੀਂ ਚਾਹੀਦੀ, ਇਹ 3-4 ਬੰਦੇ ਚਾਹੀਦੇ ਆ ਜੀ। ਤੇ ਬਾਕੀ ਉਹ ਜਿਵੇਂ ਕਹਿੰਦੇ ਨੇ ਜੋਗਰਾਜ ਜੀ, ਉਹ ਬਾਕੀ ਉਹਦਾ ਕਦੇ ਉਹ ਆ ਗਿਆ, ਕਦੇ ਉਹ ਆ ਗਿਆ, ਕਦੇ ਘਰ ਜਾਂਦੇ ਨੇ ਉਹ ਦੋਨੇ ਅਕਾਲੀ ਕਾਂਗਰਸੀ ਜੀ। ਥੈਂਕ ਯੂ ਜੀ ਤੁਹਾਡਾ, ਧੰਨਵਾਦ ਜੀ। ਬਿਲਕੁਲ ਜੀ, ਜਿਵੇਂ ਇਹਨਾਂ ਨੇ ਕਿਹਾ ਵੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇ, ਕਦੀ ਇੱਧਰਲੇ ਛਾਬੇ 'ਚ ਕਦੀ ਇੱਧਰਲੇ ਛਾਬੇ 'ਚ ਆਪਸ 'ਚ ਛੱਟੀ ਜਾਂਦੇ ਆ, ਖੇਡੀ ਜਾਂਦੇ ਆ। ਸੋ ਕੋਈ ਇਹੋ ਜਿਹੀ ਨਰੋਲ, ਕੋਈ ਇਹੋ ਜਿਹੀ ਆਉਣੀ ਚਾਹੀਦੀ ਆ ਪਾਰਟੀ ਜਿਹੜੀ ਪੰਜਾਬ ਦੀ ਜਵਾਨੀ ਦਾ, ਪੰਜਾਬ ਦੀ ਕਿਸਾਨੀ ਦਾ ਸੋਚੇ, ਨਾ ਕਿ ਆਪਣੀਆਂ ਆਉਣ ਵਾਲੀਆਂ ਸੱਤਾਂ ਪੁਸ਼ਤਾਂ ਦਾ ਸੋਚੇ। ਸੋ ਹੁਣ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਬੜਾ ਦੱਸਿਆ ਕਿ ਪੰਜਾਬ ਨੂੰ ਹਨੇਰੇ 'ਚੋਂ ਕੱਢਣ ਵਾਲਾ ਜਿਹੜਾ ਤੁਹਾਨੂੰ ਦਿਸਦਾ ਆ, ਜਿਹੜਾ ਸਾਰਿਆਂ ਨੂੰ ਦਿਸਦਾ ਆ, ਲੀਡਰ CM ਕੌਣ ਅਗਲਾ ਹੋਣਾ ਚਾਹੀਦਾ। ਤੁਸੀਂ ਨਵਜੋਤ ਸਿੰਘ ਸਿੱਧੂ ਦਾ ਕਿਹਾ, ਨਾਲ ਤੁਸੀਂ ਇਹ ਵੀ ਕਿਹਾ ਕਿ ਤੁਹਾਡਾ ਕਿਹੜਾ ਉਹ ਮਾਮੇ ਦਾ ਪੁੱਤ ਲੱਗਦਾ। ਤੁਸੀਂ ਤਾਂ ਇੱਕ ਚੰਗੇ ਇਨਸਾਨ ਦੀ ਦੱਸ ਪਾ ਰਹੇ ਹੋ ਕਿ ਇਹ ਇਨਸਾਨ ਪੰਜਾਬ ਦਾ ਦਰਦੀ ਆ, ਹਮਦਰਦੀ ਆ। ਔਰ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਜਿਹੜੇ ਹਮਦਰਦੀ ਆ, ਜਿਹੜੇ ਦਰਦੀ ਆ, ਜਿਹੜੇ ਪੰਜਾਬ 'ਚੋਂ ਵਾਕਿਆ ਹੀ ਇਨਸਾਫ ਦਿਵਾਉਣਾ ਚਾਹੁੰਦੇ ਆ, ਤੇ ਉਹਨਾਂ ਦਾ ਹਾਲ ਤੇ ਤੁਸੀਂ ਦੇਖਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਵਾਂਗ ਮਜਬੂਰ ਕਰ ਦਿੱਤਾ ਜਾਂਦਾ ਅਸਤੀਫਾ ਦੇਣ ਲਈ। ਉਹਨਾਂ ਨੂੰ ਬਿਹਾਰੀਆ ਕਿਹਾ ਜਾਂਦਾ, ਉਹਨਾਂ ਤੇ ਤਸ਼ੱਦਦ ਕੀਤੇ ਜਾਂਦੇ ਆ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਗੱਲ ਕਹਿੰਦੇ, ਇੱਕ ਹਿੰਦੂ ਪਰਿਵਾਰ ਤੋਂ ਹੋ ਕੇ ਬਿਹਾਰ ਤੋਂ ਆਇਆ ਬੰਦਾ ਇੱਥੇ IG ਬਣਿਆ, ਔਰ ਉਹਦਾ ਗੁਰੂ ਘਰ ਦੇ ਪ੍ਰਤੀ ਪਿਆਰ ਦੇਖੋ ਤੁਸੀਂ ਜ਼ਿੰਦਗੀ ਦੇ ਵਿੱਚ। ਉਹ ਸੱਚਾਈ ਦੀ ਲੜਾਈ ਲੜਦਾ ਲੜਦਾ ਆਪਣਾ ਇਹ ਤਿਆਗ ਪੱਤਰ ਦੇ ਗਿਆ, ਔਰ ਉਹਨੇ ਕਿਹਾ ਮੈਂ ਵਕੀਲ ਬਣੂੰਗਾ, ਮੈਂ ਦੁਬਾਰਾ ਕੇਸ ਲੜੂੰਗਾ, ਮੈਂ ਗਰੀਬਾਂ ਦੇ ਵੀ ਕੇਸ ਲੜੂੰਗਾ। ਉਹਨੂੰ ਗੁਰੂ ਘਰ ਨਾਲ ਪਿਆਰ ਦੇਖੋ ਕਿੰਨਾ ਹੈ। ਮੈਂ ਸਦਕੇ ਜਾਵਾਂ, ਮੇਰਾ ਸਿਰ ਝੁਕਦਾ ਉਹਦੇ ਪੈਰਾਂ 'ਚ। ਸਾਡੀ ਘਰ ਵਾਰਤਾਲਾਪ ਹੋ ਰਹੀ ਸੀ WhatsApp ਤੇ, ਮੈਂ ਕਿਹਾ ਸੀ ਮੈਂ ਤੇਰੇ ਨਾਲ ਖੜਾ, ਮੈਨੂੰ ਬੜਾ ਫਖਰ ਹੈ ਕਿ ਤੇਰੇ ਵਰਗੇ ਇਨਸਾਨ ਇਸ ਧਰਤੀ ਤੇ ਜਿਉਂਦੇ ਹੈ। ਉਸ ਬੰਦੇ ਬਾਰੇ ਮੈਂ ਇੱਕ ਗੱਲ ਕਹੀ ਸੀ, ਮੈਂ ਕੁੰਵਰ ਸਾਹਿਬ ਜੇ ਕਿਤੇ ਤੁਹਾਡੀ ਮੇਰੀ ਗੱਲ ਪਹਿਲਾਂ ਹੋਈ ਹੁੰਦੀ ਨਾ, ਆਪਾਂ ਨੌਕਰੀ ਛੱਡਣ ਦੀ ਲੋੜ ਨਹੀਂ ਸੀ। ਤੁਸੀਂ IG ਸੀਗੇ, ਇਹ ਜਿੰਨੇ ਤੁਹਾਨੂੰ 4 5 10 ਦਿਖਦੇ ਆ ਨਾ, ਜਿਹੜੇ ਤੁਹਾਨੂੰ ਤੰਗ ਕਰਦੇ, ਚੱਕ ਕੇ ਇਹਨਾਂ ਨੂੰ ਜੇਲ੍ਹ 'ਚ ਦੇ ਕੇ ਇਹਨਾਂ ਦੇ ਪਟਾ ਫੇਰਦੇ, 10 ਦਿਨ ਨਾਲ ਪਤਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ, ਤੇ ਲੱਗ ਪਤੇ ਜਾਂਦੇ। ਇਹ ਛਿੱਤਰ ਤੋਂ ਬਗੈਰ ਇਹੋ ਜਿਹੇ ਬੰਦੇ ਸੂਤ ਨਹੀਂ ਆਉਂਦੇ। ਪਰ ਉਹ ਵਿਚਾਰਾ ਕੀ ਕਰੇ, ਸ਼ਾਇਦ ਸਾਰੀ ਦੁਨੀਆ ਉਹਦੇ ਮਗਰ ਪੈ ਗਈ ਹੈ ਜੀ। ਇਹ ਜੀ ਫਲਾਨਾ ਮੰਤਰੀ ਹੈ ਜੀ, ਇਹ ਫਲਾਨਾ ਧਮਕਾ ਹੈ। ਮੈਂ ਹੋਵਾਂ IG DGP ਪੰਜਾਬ ਦਾ, ਤੇ ਮੈਂ ਤੁਹਾਨੂੰ ਦੱਸਾਂ ਵੀ ਬਣਦੀ ਕੀ ਆ, ਮੇਰੇ ਕੋਲ ਆਪਣੀ ਕੋਈ ਪਾਵਰ ਹੈਗੀ ਆ। ਪਰ ਸਾਰੇ ਤਾਂ ਵਿਕੇ ਹੋਏ ਆ, ਕਰੇ ਕੀ? ਸਭ ਦੀਆਂ ED ਕੋਲ ਫਾਈਲਾਂ ਪਈਆਂ ਨੇ। ਹੁਣ ਉੱਥੋਂ ਸੈਂਟਰ ਤੋਂ ਜਿਹੜਾ ਕੰਨ ਮਰੋੜਦਾ ਉਵੇਂ ਤੁਰਦੇ ਨੇ, ਕਿਉਂਕਿ ਇਹਨਾਂ ਦੇ ਜਿਹੜੇ ਪੈਸੇ ਖਾਦੇ ਪੀਤੇ ਨੇ ਉਹਨਾਂ ਦੀਆਂ ਸਾਰੀਆਂ ਫਾਈਲਾਂ ਨੇ ਕੱਢ ਕੇ ਆਪਣੇ ਕੋਲ ਰੱਖੇ ਹੋਏ ਨੇ। ਇੱਕ ਵੀ ਅਫਸਰ ਨਹੀਂ ਮੈਨੂੰ ਅਜੇ ਤੱਕ ਦਿਖਿਆ। ਆ ਵਿਜੇ ਕੁੰਵਰਪਾਲ ਨੂੰ ਮੈਂ ਇਸ ਕਰਕੇ ਸਲਾਮ ਕਰਦਾ ਵੀ ਚਲੋ ਇੱਕ ਤਾਂ ਨਿਕਲਿਆ, ਇੱਕ ਬਹੁਤ ਹੁੰਦਾ। ਇਸ ਬੰਦੇ ਨੂੰ ਮੈਂ ਕਿਹਾ ਸੀ ਨੌਕਰੀ ਨਹੀਂ ਛੱਡਣੀ ਚਾਹੀਦੀ ਸੀ, ਪਰ ਚਲੋ ਛੱਡਤੀ, ਬਹੁਤ ਚੰਗਾ ਕੀਤਾ। ਹੁਣ ਅੱਗੇ ਜਾ ਕੇ ਲੜਾਈ ਕਿਵੇਂ ਲੜਾਂਗੇ? ਕੱਲ ਮੈਂ ਹੌਸਲਾ ਦਿੱਤਾ, ਮੈਂ ਤਗੜਾ ਹੋ ਕੇ ਰਹਿ, ਚੜ੍ਹਦੀ ਕਲਾ 'ਚ ਗੁਰੂ ਮਹਾਰਾਜ ਕੋਲ ਜਾ ਕੇ ਮੱਥਾ ਟੇਕ, ਬਾਬਾ ਦੀਪ ਸਿੰਘ ਜੀ ਦੇ।
ਗੁਰੂਆਂ ਕੋਲ ਜਾ ਕੇ ਕਹਿ ਉੱਥੇ ਵਚਨਬੱਧ ਕਿ ਮੇਰੇ ਸਿਰ ਤੇ ਹੱਥ ਰੱਖਿਓ ਤੇ ਇਹਨਾਂ ਦੀ ਔਲਾਦ ਟੁੱਕੀ ਦੇ ਲੱਗ ਪਤੇ ਜਾਣ, ਸੱਚ ਬੋਲਦੇ ਲੈ ਕੇ ਚੱਲ ਸੁਪਰੀਮ ਕੋਰਟ ਤੇ ਇੱਕ ਮੰਤਰੀ ਨੂੰ ਇੱਕ ਬੰਦਾ ਜਿਹੜਾ ਬਰਗਾੜੀ ਕਾਂਡ ਦੇ ਵਿੱਚ ਯਾਰ ਸਾਡੀ ਬੇਅਦਬੀ ਕੀਤੀ ਹੈ। ਔਰ ਮੈਂ ਇੱਕ ਗੱਲ ਹੋਰ ਬੁਲੰਦ ਆਵਾਜ਼ ਨਾਲ ਕਹਿ ਦੇਣਾ ਚਾਹੁੰਦਾ ਸਾਰਿਆਂ ਨੂੰ, ਇਹਨਾਂ ਨੂੰ ਵੀ, ਇਹ ਗੁਰੂ ਘਰ ਦੀ ਬੇਅਦਬੀ ਹੋਈ ਹੈ ਬੀਬਾ ਜੀ, ਤੁਸੀਂ ਦੇਖਣਾ ਇਹਨਾਂ ਦੀਆਂ ਪੁਸ਼ਤਾਂ ਆਉਣ ਵਾਲੇ ਖਾਨਦਾਨ ਦੀਆਂ ਬੱਚਿਆਂ ਦਾ, ਇਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੈ। ਰੱਬ ਦੀ ਚੱਕੀ ਚੱਲਦੀ ਬਹੁਤ ਹੌਲੀ ਹੌਲੀ ਹੈ, ਉਹ ਪੀਸ ਦੀ ਇੰਨਾ ਬਰੀਕ ਹੈ ਕਿ ਬੰਦਾ ਇਸ ਧਰਤੀ ਤੋਂ, ਇਸ ਪਰਮੰਡ ਤੋਂ ਨਾਮੋ ਨਿਸ਼ਾਨ ਦਾ ਖਤਮ ਹੋ ਜਾਂਦਾ ਜੀ। ਬਿਲਕੁਲ ਜੀ ਜੀ। ਸਾਡੇ ਨਾਲ ਇੱਕ ਕਾਲਰ ਹੈ ਜੀ, ਜੀ ਆਨੂ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਆਪਣੇ ਟੀਵੀ ਦੀ ਆਵਾਜ਼ ਹੌਲੀ ਕਰੋਗੇ ਜੀ ਤੇ ਫਿਰ ਅਸੀਂ ਤੁਹਾਡੀ ਗੱਲ ਸੁਣ ਸਕਦੇ ਹਾਂ। ਸੌਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਬਾਈ ਜੀ ਜਗਰਾਜ ਸਿੰਘ ਨਾਲ ਗੱਲ ਕਰਨੀ। ਹਾਂਜੀ ਸੁਣਦੇ ਆ ਜੀ ਤੁਹਾਨੂੰ, ਤੁਸੀਂ ਆਪਣਾ ਸਵਾਲ ਰੱਖੋ ਜੀ। ਹਾਂਜੀ ਮੈਂ ਗੱਲ ਕਰ ਰਿਹਾ ਜੀ, ਮੈਂ ਇਹਨਾਂ ਨੂੰ ਬੜੀ ਜੀ ਆਇਆਂ ਕਹਿੰਦਾ ਕਿ ਇਹਨਾਂ ਨੂੰ ਮੂਵੀਜ਼ ਦੇਖਦੇ ਹੁੰਦੇ ਸੀ ਪੰਜਾਬ ਤੋਂ। ਮੈਂ ਪਿੱਛੇ ਡਿਸਟ੍ਰਿਕਟ ਮੋਗੇ ਨੂੰ ਬਿਲੋਂਗ ਕਰਦਾ ਹਾਂ ਤੇ ਇਹਨਾਂ ਨੂੰ ਮੈਨੂੰ ਬੜੀ ਖੁਸ਼ੀ, ਇੱਕ ਮੂਵੀ ਸੀ ਵੈਰੀ, ਉਹ 'ਚ ਇਹ ਬੜਾ ਰੋਲ ਕਰ ਰਹੇ ਸੀ ਵਧੀਆ ਤੇ ਗੂਗਲ ਨਾਲ, ਤੇ ਮੈਂ ਇਹਨਾਂ ਦੇ ਨਾਲ 100% ਸਪੋਰਟਸ ਕਰੂੰਗਾ। ਮੈਨੂੰ 45 ਸਾਲ ਹੋ ਗਏ ਅਮਰੀਕਾ 'ਚ ਆਏ ਨੂੰ, ਤੇ ਮੈਂ ਇਹਨਾਂ ਨਾਲ ਸਦਾ ਹੀ ਹੁਣ ਵੀ ਚਾਰ ਹਾਂ ਤੇ ਰਹੂੰਗਾ ਵੀ। ਤੇ ਇਹਨਾਂ ਨੂੰ ਬਹੁਤ ਆਪਣੇ ਨੂੰ ਚੰਗੇ ਲੀਡਰ ਦੀ ਲੋੜ ਆ ਪੰਜਾਬ ਦੇ ਵਿੱਚ। ਜਿਹੜੀਆਂ ਇਹਨਾਂ ਨੇ ਦੋਵਾਂ ਪਾਰਟੀਆਂ ਨੇ ਗੰਦ ਪਾਇਆ, ਮਤਲਬ ਆਪਦੇ ਝੋਲੀ ਭਰੀ ਜਾਂਦੇ, ਖਜ਼ਾਨੇ 'ਚ ਪੈਸਾ ਰਹਿਣ ਨਹੀਂ ਦਿੰਦੇ। ਖਜ਼ਾਨੇ ਰਵੇ ਤਾਂ ਜੇ ਜਾਣ ਦੇਣ ਤਾਂ ਪੈਸਾ ਇਹ ਜੀ, ਪਰ ਗੱਲ ਇਹ ਆ ਵੀ ਇਹ ਕਈ ਹਜੇ ਵੀ ਕਹੀ ਜਾਂਦੇ ਜੀ ਅਸੀਂ ਤਾਂ ਪੈਸਾ ਇੰਨਾ ਬਣਦਾ। ਮੈਂ ਪਿੰਡਾਂ 'ਚ ਗੱਲ ਕਰ ਰਿਹਾ ਸਾਰੇ ਰਿਸ਼ਤੇਦਾਰ ਨੂੰ, ਉਹ ਕਹਿੰਦੇ ਕੋਈ ਦੋਨੀ ਨਹੀਂ ਸੰਤਾਂ ਆਈ ਨਾ ਕੋਈ ਸਟੂਡੈਂਟ ਨੂੰ ਕੋਈ ਰਾਹ ਆ। ਬੰਦੇ PhD ਕੀਤੀ ਆ ਲੋਕਾਂ ਨੂੰ, ਤੇ ਉਹ ਤਨਖਾਹ ਤੋਂ ਤਰਸ ਰਹੇ ਆ। 17,000 ਜਿਹੜੀ ਜਿਹਨੂੰ ਕੋਈ ਲੱਖ 1.5 ਲੱਖ ਚਾਹੀਦੀ ਮਹੀਨੇ ਦੀ। ਮਤਲਬ ਇਹ ਪਤਾ ਨਹੀਂ ਕਿਉਂ ਹਜੇ ਵੀ ਝੂਠ ਮਾਰੀ ਜਾਂਦੇ, ਝੂਠ ਹੀ ਮਾਰੀ ਜਾਂਦੇ। ਤੇ ਬਾਹਰ ਜਾਇਦਾਦਾਂ ਦੇਖ ਲਓ, ਨਾ ਸੁਖਬੀਰ ਬਾਦਲ ਦੀ ਘਾਟਾ, ਨਾ ਮਨਪ੍ਰੀਤ ਦੀ ਘਾਟਾ, ਨਾ ਉਮਰਾ ਨੰਗਲ ਦੀ ਘਾਟ ਸੀ, ਨਾ ਕਰੋੜਾਂ ਪਤੀ ਚ ਬਣੀ ਬੈਠੇ ਆ, ਤੇ ਉੱਥੇ ਖਜ਼ਾਨੇ ਪੈਸੇ ਜਾਂਦੇ। ਸਾਨੂੰ ਉਹੋ ਜਿਹੇ ਲੀਡਰ ਚਾਹੀਦੇ ਜਿਨ੍ਹਾਂ ਨੂੰ ਪੰਜਾਬ ਲੋਕਾਂ ਨੂੰ ਸਪੋਰਟ ਚਾਹੀਦੀ ਹਰ ਤਰ੍ਹਾਂ ਦੀ, ਫਿਜ਼ੀਕਲੀ, ਫਾਈਨੈਂਸ਼ੀਅਲੀ, ਐਵਰੀਥਿੰਗ। ਤੇ ਫਿਰ ਅਸੀਂ ਜਾਵਾਂ, ਮੈਂ ਇਹਨਾਂ ਦਾ ਬਿਲਕੁਲ ਇਹਨਾਂ ਸਪੀਚਾਂ ਸੁਣਦਾ ਨਾ, ਬੜੀ ਵਧੀਆ ਇਹਨਾਂ ਦੀ ਸੋਚ ਆ। ਧੰਨਵਾਦ ਜੀ ਤੁਹਾਡਾ ਜੀ, ਧੰਨਵਾਦ ਜੀ ਤੁਹਾਡਾ। ਤੁਸੀਂ ਕੈਲੀਫੋਰਨੀਆ ਤੋਂ ਕਾਲ ਕੀਤੀ, ਥੈਂਕ ਯੂ ਜੀ। ਜੀ ਆਨੂ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੇ ਜਗਰਾਜ ਸਿੰਘ ਨੂੰ ਵੀ ਆਪਣੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਸ ਜੀ, ਅਸੀਂ ਤਾਂ ਇਹ ਕਹਿੰਦੇ ਵੀ ਇਹੋ ਜਿਹੇ ਬੰਦੇ ਚੜ੍ਹਦੀ ਕਲਾ 'ਚ ਰਹਿਣ ਤੇ ਚੜ੍ਹਦੀ ਕਲਾ ਬੰਦੇ ਇਹਨਾਂ ਦੇ ਨਾਲ ਜੁੜਨ ਤੇ ਇਹਨਾਂ ਦਾ ਆਪਣੇ ਅਮਲ ਕਰਨ ਤੇ ਸਾਡਾ ਕਿਤੇ ਪੰਜਾਬ ਵਾਸਤੇ ਅੱਜ ਹੋ ਜਾਵੇ। ਬਸ ਜੀ ਮੈਂ ਤਾਂ ਇੰਨੀ ਗੱਲ ਕਹੀ। ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ ਜੋਗਰਾਜ ਜੀ, ਰਾਜਵਿੰਦਰ ਧਾਲੀਵਾਲ ਬੜੇ ਅੱਛੇ ਪੱਤਰਕਾਰ ਆ, ਫਰੈਜ਼ਨੋ ਤੋਂ ਲਿਖ ਰਹੇ ਹੋ, ਕਹਿੰਦੇ ਵੀ ਇਹ ਤੇ ਸਾਰਾ ਕੁਝ ਕਹਿ ਰਹੇ ਡੇ 1 ਤੋਂ, ਪਹਿਲੇ ਦਿਨ ਤੋਂ ਹੋਕਾ ਦੇ ਰਹੇ, ਆਵਾਜ਼ ਚੁੱਕ ਰਹੇ, ਪਰ ਅਸੀਂ ਕੀ ਕਰ ਰਹੇ ਆ, ਲੋਕ ਕੀ ਕਰ ਰਹੇ ਆ? ਲੋਕ ਤਾਂ ਫੇਰ ਉੱਥੋਂ ਹੀ ਚੁਣ ਲੈਂਦੇ ਆ, ਬਾਰ-ਬਾਰ ਉਹਨਾਂ ਪਾਰਟੀਆਂ ਨੂੰ ਹੀ ਅੱਗੇ ਲੈ ਆਉਂਦੇ ਆ। ਕਿਉਂ ਨਹੀਂ ਅਸੀਂ ਉਹਨਾਂ ਨੂੰ ਐਜੂਕੇਟ ਕਰ ਸਕਦੇ? ਕਿਉਂ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢ ਦਿੰਦੇ ਆ? ਸਾਡੇ ਕਿਰਦਾਰ ਹੀ ਏਦਾਂ ਦੇ ਨੇ ਪੰਜਾਬ ਦੇ ਵਿੱਚ ਜੀ। ਮੈਂ ਕੀ ਕਰਾਂ, ਮੈਂ ਤਾਂ ਗਲੀਆਂ ਘੁੰਮਿਆ ਇਸ ਦੇਸ਼ ਦੀਆਂ ਤੇ ਪੰਜਾਬ ਦੀਆਂ, ਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਜਿਹੜੀ ਗੱਲ ਮੈਂ ਜੇ 40 ਸਾਲ ਦਾ ਤੁਹਾਨੂੰ ਵੇਰਵਾ ਦੱਸਾਂ ਤਾਂ ਸ਼ਾਇਦ ਆਪਣਾ ਬਹੁਤ ਟਾਈਮ ਨਿਕਲ ਜੂਗਾ, ਕਿੱਥੇ ਜਾ ਕੇ ਕਿਵੇਂ ਕੰਮ ਖਰਾਬ ਹੋਇਆ। ਪਰ ਮੈਂ ਬੀਬਾ ਜੀ ਇੱਕ ਮੁੱਦੇ ਦੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਜੀ, ਕਿ ਦੇਖੋ ਆਪਾਂ ਕਿਸਾਨ ਦੀ ਗੱਲ ਕਰਦੇ ਆ, 70% ਪੰਜਾਬ 'ਚ ਕਿਸਾਨ ਆ, ਠੀਕ ਆ, ਹਿੰਦੁਸਤਾਨ 'ਚ ਕਿਸਾਨੀ ਕਿੰਨੀ ਹੈ ਜੀ। ਮੈਂ ਜਿਹੜੇ ਏਜੰਡੇ ਨਵਜੋਤ ਸਿੰਘ ਸਿੱਧੂ ਨੂੰ ਰੱਖੇ ਸੀ, ਮੈਂ ਉਹਦੇ ਤੇ ਗੱਲ ਕਰਦਾ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਉਹ ਤੋਂ ਗੱਲ ਸੁਣ ਕੇ ਮੈਂ ਕਹਾਂ ਜੀ ਮੈਂ ਕਹਿ ਰਿਹਾ। ਇਹ ਉਸ ਬੰਦੇ ਦੀ ਸੋਚ ਹੈ। ਜਦ ਅਸੀਂ ਗੱਲਾਂ ਕਰ ਰਹੇ ਸੀ, ਉਹਨੇ ਮੈਨੂੰ ਕਿਹਾ ਕਿ ਯੋਗ ਭਾ ਕਿਉਂ ਨਹੀਂ ਬਾਰਡਰ ਪਾਕਿਸਤਾਨ ਦਾ ਖੋਲਦੇ? 200 ਕੰਟਰੀਆਂ ਦੇ ਵਿੱਚ ਸਾਡੀਆਂ ਸਬਜ਼ੀਆਂ, ਸਾਡਾ ਲਸਣ, ਸਾਡਾ ਪਿਆਜ਼, ਸਾਡਾ ਅਦਰਕ ਜਾਵੇ। ਇੱਕ ਗੋਭੀ ਦਾ ਫੁੱਲ ਦੁਬਈ ਦੇ ਵਿੱਚ $1 ਦਾ ਵਿਕਦਾ ਹੈ ਤੇ 80 ਰੁਪਏ ਬਣ ਗਏ, 30 ਰੁਪਏ ਗਵਰਨਮੈਂਟ ਲਵੇ, 50 ਰੁਪਏ ਕਿਸਾਨ ਨੂੰ ਦੇਵੇ। ਕਿਉਂ ਨਹੀਂ ਅਸੀਂ ਬਾਗ ਲਾਉਂਦੇ ਕਿੰਨੂਆਂ ਦੇ, ਫਰੂਟਾਂ ਦੇ, ਔਰ ਜਾ ਕੇ ਇਹ ਕੰਟਰੀਆਂ ਦੇ ਵਿੱਚ, ਅਰਬੀ ਕੰਟਰੀਆਂ ਦੇ ਵਿੱਚ ਜਿੱਥੇ 500 ਪਲੇਨ ਰੋਜ਼ ਉਤਰਦਾ ਫਰੈਸ਼ ਫਰੂਟ ਆਉਂਦੇ ਆ, ਕਿਉਂ ਨਹੀਂ ਕਿਸਾਨਾਂ ਨੂੰ ਆਪਾਂ ਕਹਿੰਦੇ ਕਿ ਜੀ ਭਾਜੀ ਤੁਸੀਂ ਇਹ ਪਾ ਕੇ ਤੇ ਆਪਾਂ ਨੂੰ ਐਕਸਪੋਰਟ ਕਰੀਏ ਤੇ ਕਿਸਾਨ ਆਪੇ ਅਮੀਰ ਹੋ ਜੂ, ਆਪੇ ਪੈਸਾ ਆ ਜਾਊਗਾ। ਬਾਦਲ ਸਾਹਿਬ ਦੇ ਬਾਗ ਦਾ ਕਿੰਨੂ ਐਕਸਪੋਰਟ ਹੁੰਦਾ ਤੇ ਕੀ ਗੱਲ ਬਈ? ਬਾਕੀ ਪੰਜਾਬ ਦੇ ਬੰਦੇ ਜਿਹੜੇ ਹਿੰਦੁਸਤਾਨ ਪੰਜਾਬ 'ਚ ਵਸਦੇ ਨੇ ਜਾਂ ਹਿੰਦੁਸਤਾਨ 'ਚ ਵਸਦੇ ਨੇ, ਉਹਨਾਂ ਦੇ ਕਿੰਨੂ ਜਾਂ ਉਹਨਾਂ ਦੇ ਫਰੂਟ ਐਕਸਪੋਰਟ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਆਪਣੇ ਘਰ 'ਚ ਪੈਸਾ ਲਿਆਉਣਾ, ਸਟੇਟ 'ਚ ਪੈਸਾ ਨਾ ਹੋਵੇ। ਏਜੰਡੇ ਆਪਾਂ ਅੱਜ ਜ਼ਿਮੀਂਦਾਰ ਨੇ ਆਪਣੀ ਫਸਲ ਉਗਾਈ, ਮਿਹਨਤ ਕੀਤੀ, ਵੱਡੀ,
ਤੇ ਤੁਸੀਂ ਕੋਲਡ ਸਟੋਰੇਜ ਜਿਹੜੇ ਅੰਬਾਨੀ ਅਡਾਨੀਆਂ ਵਾਸਤੇ 300 ਕਿੱਲੇ ਜ਼ਮੀਨ ਤੇ ਲਾਏ ਆ, ਤੁਸੀਂ ਆਪਣੇ ਗਵਰਨਮੈਂਟ ਦੇ ਲਾਓ, ਕਿਸਾਨਾਂ ਦੇ ਬਣਾਓ। ਕਿਸਾਨ ਕਹਿੰਦਾ ਮੈਂ ਤਾਂ ਭਾਈ 10,000 ਨੂੰ ਕੁਇੰਟਲ ਵੇਚਣੀ ਹੈ ਆਪਣੀ ਫਸਲ, ਉਹਦੀ ਮਰਜ਼ੀ ਹੈ। ਜੇ ਨਹੀਂ ਕੋਈ ਲੈਂਦਾ ਨਾ ਲੋ ਕੇ ਦਫਾ ਹੋ ਜਾਓ, ਉਹਨੂੰ ਆਪਣੇ ਸਟੋਰੇਜ 'ਚ ਰੱਖੋ। ਤੁਸੀਂ ਸਟੋਰੇਜ ਕਰੋ, ਸਟੇਟ ਸਟੋਰੇਜ ਕਰੇ। ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਸੈਂਟਰ ਦੇ ਜਿਹੜਾ ਸੈਂਟਰ ਹੈ ਉਹ ਸਟੇਟ ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਲੇਕਿਨ ਕਰੇ ਕੌਣ? ਕਿੰਨੀਆਂ ਚੀਜ਼ਾਂ ਨੇ ਉਹਨਾਂ ਜਿਹੜੀਆਂ ਕੇਬਲ ਦਾ ਪੈਸਾ। ਤੁਹਾਨੂੰ ਮੈਂ ਟਰਾਂਸਪੋਰਟ ਦੀ ਗੱਲ ਦੱਸਾਂ, ਜਿਹੜੀ ਗਵਰਨਮੈਂਟ ਦੀ ਟਰਾਂਸਪੋਰਟ ਹੈ ਉਹਦੇ ਤੇ 2 ਰੁਪਏ ਟੈਕਸ ਜ਼ਿਆਦਾ ਹੈ। ਇਹ ਵੀ ਮੈਨੂੰ ਨਵਜੋਤ ਨੇ ਦੱਸਿਆ, ਐਮੀ ਕਮਕਮਾ ਜੀ, ਮੇਰੀ ਆਪਣੀ ਗੱਲ ਹੈ ਜੀ। ਔਰ ਜਿਹੜੀ ਪ੍ਰਾਈਵੇਟ ਟਰਾਂਸਪੋਰਟ ਦਾ 2 ਰੁਪਏ ਘੱਟ। ਕੀ ਗੱਲ? ਜਿਹੜੀ ਇਹਨਾਂ ਦੀਆਂ ਬੱਸਾਂ ਚੱਲਦੀਆਂ ਨੇ, ਇਹ ਮੰਤਰੀਆਂ ਦੀਆਂ ਤੇ ਇਹਨਾਂ ਦੀਆਂ ਸਾਰਿਆਂ ਦੀਆਂ, ਆ ਦੋਨੋਂ ਪਰਿਵਾਰਾਂ ਦੀਆਂ। ਇਹ ਦੋਨੋਂ ਪਰਿਵਾਰ ਜਿਹੜੇ ਹੈਗੇ ਆ, ਇਹ ਕੱਲੀ ਇਲੈਕਸ਼ਨ ਨਹੀਂ, ਟੂਰਨਾਮੈਂਟ ਰਲ ਕੇ ਖੇਡਦੇ ਪਿਛਲੇ 30 ਸਾਲ ਤੋਂ, ਵੀ ਐਤਕੀ ਤੂੰ ਆ ਜੀ, ਐਤਕੀ ਮੈਂ ਆ ਜਾਊ, ਤੂੰ ਆ ਜੀ। ਮੈਂ ਇਹ ਸਾਰੇ ਏਜੰਡੇ ਜਿਹੜੇ ਆ ਤਾਂ ਇਸ ਕਰਕੇ ਕਹਿਣਾ ਵੀ ਜੇ ਆਪਾਂ ਏਜੰਡੇ ਠੀਕ ਕਰ ਰਹੇ, ਆਪਾਂ ਕਾਰਪੋਰੇਸ਼ਨਾਂ ਬਣਾਉਣੀਆਂ, ਗੋਦਾਮ ਬਣਾਉਣੇ ਆ, ਕਿਸਾਨ ਦੀ ਗੱਲ ਕਰਨੀ ਹੈ, ਵਰਗ ਦੀ ਗੱਲ ਕਰਨੀ ਹੈ, ਕਿਸਾਨਾਂ ਤੇ ਸਾਰੇ ਧਰਮਾਂ ਦੀ ਗੱਲ ਕਰਨੀ ਹੈ, ਤਾਂ ਸੱਤਾ ਆਪਣੇ ਹੱਥ 'ਚ ਲੈਣੀ ਪਊਗੀ ਨਾ। ਮੈਂ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਇਲੈਕਸ਼ਨ ਨਹੀਂ ਲੜਨੀ ਜਾਂ ਤੁਸੀਂ ਇਹ ਕੰਮ ਨਹੀਂ ਕਰਨਾ, ਤੇ ਕੱਲ ਨੂੰ ਫਿਰ ਤੁਸੀਂ ਵੀ ਜਾ ਕੇ ਇਹਨਾਂ ਦੀ ਗੋਦੀਆਂ 'ਚ ਬੈਠੋਗੇ, ਚੇਅਰਮੈਨੀ ਮੰਗੋਗੇ, ਫਲਾਨਾ ਮੰਗੋਗੇ, ਸਾਡੀਆਂ 7 ਟਿਕਟਾਂ, ਸਾਡੀਆਂ 10 ਟਿਕਟਾਂ। ਮੈਂ ਸਾਰਾ ਕੁਝ ਜਾਣਦਾ, ਮੈਂ ਕਹਿਣਾ ਨਹੀਂ ਚਾਹੁੰਦਾ, ਕਹੂੰਗਾ ਜ਼ਰੂਰ ਬੁਲੰਦ ਆਵਾਜ਼ 'ਚ। ਸੋ ਪ੍ਰੋਬਲਮ ਇਹ ਹੈ ਕਿ ਜਦ ਤੱਕ ਤੁਸੀਂ ਇਕੱਠੇ ਹੋ ਕੇ, ਜਿਵੇਂ ਭਾਈ ਸਾਹਿਬ ਕਾਲਰ ਵਾਲੇ ਪਿੱਛੇ ਕਹਿ ਰਹੇ ਸੀ ਭੈਣ ਜੀ ਕਿ ਜੀ ਉਹ ਫਲਾਨਾ ਪ੍ਰਗਟ ਸਿੰਘ ਬਹੁਤ ਕਮਾਲ ਦਾ ਬੰਦਾ, ਮੈਂ ਕਹਿੰਦਾ ਤੁਹਾਡੇ ਕੋਲ 117 ਜਰਨੈਲ ਪੰਜਾਬ 'ਚੋਂ ਕੱਢ ਕੇ ਚੰਗੀ ਸੋਚ ਵਾਲੇ ਆਪਾਂ ਨੂੰ ਇਲੈਕਸ਼ਨ ਨਹੀਂ ਲੜਾ ਸਕਦੇ। ਇੱਕ ਲੀਡਰਸ਼ਿਪ ਦੇ ਥੱਲੇ ਕਰ ਸਕਦੇ ਆ, ਲੇਕਿਨ ਕਰਨ ਨੂੰ ਦਿਲ ਨਹੀਂ ਕਰਦਾ। ਹਰੇਕ ਵਿਕਦਾ। ਉਹ ਕਹਿੰਦੇ ਜੀ ਇਸ ਦੁਨੀਆ में हर चीज बिकती है, खरीदार चाहिए। ਸਾਡਾ ਤਾਂ ਉਹ ਹਾਲ ਹੋ ਗਿਆ। ਕੋਈ ਪੈਸੇ ਪਿੱਛੇ ਵਿਕਿਆ, ਕੋਈ ਜਾਇਦਾਦ ਪਿੱਛੇ ਵਿਕਿਆ, ਕੋਈ ਕੁਰਸੀ ਪਿੱਛੇ ਵਿਕ ਗਿਆ। ਅੱਜ ਵੀ ਵਿਕ ਰਹੇ ਨੇ। ਜਿਹੜਾ ਸਵਾਲ ਤੁਸੀਂ ਕੀਤਾ ਸੀ ਭੈਣ ਜੀ, ਬੇਟਾ ਅਸੀਂ ਵਿਕਦੇ ਆ, ਅਸੀਂ ਆਪਣੀ ਜ਼ਮੀਰਾਂ ਵੇਚੀਆਂ ਹੋਈਆਂ। ਇਸ ਕਰਕੇ ਸਾਡੇ ਪੰਜਾਬ ਦੀ ਹਿੱਕ 'ਚ ਬਰਛਾ ਗੱਡਿਆ ਗਿਆ। ਇਸ ਕਰਕੇ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਮੇਰੇ ਹੰਝੂ ਆ ਜਾਂਦੇ ਨੇ ਜਦ ਮੈਂ ਲੋਕਾਂ ਨਾਲ ਗੱਲ ਕਰਦਾ। ਮੈਂ ਕਹਿੰਦਾ ਥੋੜੀ ਸ਼ਰਮ ਕਰੋ। ਤੁਸੀਂ ਗੁਰੂ ਦੀ ਧਰਤੀ ਦੇ ਲਾਲ, ਗੁਰੂਆਂ ਦੇ ਬੱਚੇ, ਤੁਸੀਂ ਲੋਕਾਂ ਨੇ ਆਪਣੀ ਜ਼ਮੀਰਾਂ ਵੇਚਦੀਆਂ ਤੇ ਧਰਤੀ ਦਾ ਬਣਨਾ ਕੀ ਹੈ? ਆਹ ਸਾਡਾ ਹਾਲ ਹੋਇਆ ਜੀ। ਸਾਡੇ ਨਾਲ ਇੱਕ ਕਾਲਰ ਹੈ ਜੀ। ਜੀ ਆਨੂ ਜੀ, ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਬਲਜਿੰਦਰ ਬੇਟਾ ਕਹਿਣਾ ਚਾਹੁੰਦੀ ਹਾਂ, ਬਾਈ ਜੀ ਨਾਲ ਮੈਂ 100% ਅਸੀਂ ਇਹਨਾਂ ਦੀ ਮਦਦ ਕਰਾਂਗੇ, ਕਿਉਂਕਿ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਕੋਈ ਸੱਚ ਬੋਲਣ ਵਾਲਾ ਜਿਵੇਂ ਬਾਈ ਜੀ ਜੋਗਰਾਜ ਸਿੰਘ ਜੀ ਆਏ ਨੇ। ਜੇ ਇਸ ਤਰ੍ਹਾਂ ਹੋਰ ਆ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਫੇਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਾਊਗਾ ਜੀ। ਥੈਂਕ ਯੂ ਜੀ, ਤੁਹਾਡਾ ਫੋਨ ਕਰਨ ਦੇ ਲਈ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੋਗਰਾਜ ਜੀ, ਅੱਖਾਂ ਭਰੇ ਆਉਂਦੀਆਂ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਕਿ ਇੱਕ ਸੋਨੇ ਦੀ ਚਿੜੀ ਸੀ ਤੇ ਕਿਵੇਂ ਫੁੰਡ ਕੇ ਰੱਖਤੀ, ਨੋਚ ਕੇ ਪਾਰੋ ਦੇ ਖਾ ਲੈ। ਤੁਹਾਡੀ ਨਜ਼ਰ ਦੇ ਵਿੱਚ ਇੱਕ ਲੀਡਰ ਤੇ ਜਰਨੈਲ ਦੇ ਵਿੱਚ ਕੀ ਫਰਕ ਆ? ਕਿਹੋ ਜਿਹਾ ਹੋਣਾ ਚਾਹੀਦਾ? ਤੁਸੀਂ ਕੀ ਸੋਚਦੇ ਆ ਜਦੋਂ ਅਸੀਂ ਆਪਣੀ ਵੋਟ ਪਾਉਂਦੇ ਆ? ਕਿਹੜੀਆਂ ਗੱਲਾਂ ਸੋਚ ਕੇ ਵੋਟ ਪਾਈਏ? ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਵੱਡੇ ਮਹਾਰਾਜੇ ਹੋਏ ਆ। ਸਿੱਖ ਕੌਮ ਦੇ 40 ਸਾਲ ਰਾਜ ਕੀਤਾ ਜੀ, ਲੇਕਿਨ ਉਹਨਾਂ 40 ਸਾਲ ਰਾਜ ਕੀਤਾ ਕਿਉਂ? ਕਿਉਂਕਿ ਉਹਨਾਂ ਦੇ ਜਰਨੈਲ ਹਰੀ ਸਿੰਘ ਨਲੂਏ ਵਰਗੇ, ਜਰਨਲ ਜੋਰਾਵਰ ਸਿੰਘ ਵਰਗੇ, ਸਰਦਾਰ ਮੋਹਕਮ ਸਿੰਘ ਵਰਗੇ, ਅਕਾਲੀ ਫੂਲਾ ਸਿੰਘ ਵਰਗੇ, ਉਹ ਜਰਨੈਲ, ਉਹ ਗਵਰਨਰ ਸੀਗੇ ਜਿਨ੍ਹਾਂ ਨੇ ਰਾਜ ਭਾਗ ਸੰਭਾਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਝੋਲੀ ਪਾਇਆ। ਕਿਉਂ? ਗੁਰੂ ਨੂੰ ਮੰਨਣ ਵਾਲੇ, ਗੁਰਬਾਣੀ ਪੜ੍ਹਨ ਵਾਲੇ, ਔਰ 18% ਸਿੱਖ ਸੀ, ਬਾਕੀ ਸਾਰੇ ਧਰਮਾਂ ਦੇ ਲੋਕ ਸੀ। 40 ਸਾਲ ਕਦੇ ਧਰਮ ਪਿੱਛੇ ਝਗੜਾ ਨਹੀਂ ਹੋਇਆ, ਕਦੇ ਭੁੱਖ ਮਰੀ ਨਹੀਂ ਹੋਈ, ਕਦੇ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਲੁੱਟੀ ਗਈ, ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਔਰ ਉਹ ਰਾਜ ਇਸ ਕਰਕੇ ਕੀਤਾ ਕਿਉਂਕਿ ਉਹ ਜਿਹੜੇ ਉਹਨਾਂ ਦੇ ਮੰਤਰੀ ਮੰਡਲ ਦੇ ਜਿਹੜੇ ਜਰਨੈਲ ਸੀਗੇ, ਜਿਹਨੂੰ ਆਪਾਂ ਗਵਰਨਰ ਕਹਿੰਦੇ ਆ, ਉਹਨਾਂ ਨੇ ਰਾਜ ਬੜਾ ਸਾਫ਼ ਸੁਥਰਾ ਕੀਤਾ। ਹਰੀ ਸਿੰਘ ਨਲੂਆ ਜੀ ਬਾਰੇ ਮੈਂ ਗੱਲ ਕੀਤਾ, ਜਦ ਉਹਨਾਂ ਨੇ ਜਾ ਕੇ ਕੰਧਾਰ ਤੇ ਝੰਡਾ ਲਾਇਆ, ਬੇਟਾ ਜੀ ਇੱਕ ਵੀ ਧੀ ਭੈਣ, ਇੱਕ ਵੀ ਬੱਚੇ ਨੂੰ ਕਿਸੇ ਨੂੰ ਗੋਲੀ ਨਹੀਂ ਵੱਜੀ, ਕਿਸੇ ਦੀ ਬਰਛਾ ਨਹੀਂ ਵੱਜਿਆ, ਉਹਨੂੰ ਸੰਭਾਲ ਕੇ ਰੱਖਿਆ। ਕਿਉਂਕਿ ਉਹਨਾਂ ਦਾ ਇੱਕ ਤਸੀਹਾ ਸੀ, ਕਹਿਣਾ ਸੀ, ਇਹ ਗੱਲ ਸੀ ਕਿ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ। ਜਿੱਦਣ ਕਿਰਦਾਰ ਬੰਦੇ ਦਾ ਆਹ ਬਣ ਜੂਗਾ ਨਾ, ਉਦੋਂ ਗੁਰੂ ਦੀ ਕਿਰਪਾ ਹੋਊਗੀ, ਗੁਰੂ ਦੀ ਲਾਈਟ ਉਹਦੇ ਤੇ ਆਊਗੀ। ਸੋ ਰਾਜ ਪੰਜਾਬ ਦੇ ਵਿੱਚ ਜਰਨੈਲ ਹੈਗੇ ਆ, ਲੇਕਿਨ ਹਰੇਕ ਨੂੰ ਕੀ ਹੈ, ਛੱਡ ਪਰੇ, ਮੈਂ ਕੀ ਲੈਣਾ, ਮੇਰਾ ਘਰ ਤਾਂ ਸੋਹਣਾ ਚੱਲੀ ਜਾਂਦਾ, ਮੇਰੇ ਬੱਚੇ ਬਾਹਰ ਪੜ੍ਹਦੇ ਆ, ਮੈਂ ਤਾਂ ਬਾਹਰ ਭੇਜ ਦੂੰ, ਮੈਂ ਕੀ ਕਰਾਉਣਾ ਹੈ। ਹਰੇਕ ਬੰਦੇ ਦੀ ਇਹੀ ਸੋਚ ਹੈ।
ਮੈਂ ਹੈਰਾਨ ਇਸ ਗੱਲ ਦੇ ਕਿ ਤੁਸੀਂ ਲੋਕਾਂ ਨੇ ਪੰਜਾਬ 'ਚ ਉੱਠ ਕੇ ਬਾਹਰ NRI ਲੋਕ, ਤੁਹਾਨੂੰ ਤੁਸੀਂ, ਮੈਂ ਤੁਹਾਨੂੰ ਧੰਨਵਾਦ ਸਲੂਟ ਕਰਦਾ, ਤੁਸੀਂ ਜਾ ਕੇ ਆਪਣਾ ਮੁਕਾਮ ਬਣਾਇਆ, ਸਭ ਕੁਝ ਠੀਕ ਦਾ। ਅੱਜ ਵੀ ਤੁਹਾਨੂੰ ਪੰਜਾਬ ਦਾ ਦਰਦ ਹੈ, ਇਸ ਚੀਜ਼ ਦਾ ਮੈਨੂੰ ਬੜਾ ਮਾਣ ਹੈ। ਲੇਕਿਨ ਜੇ ਹੁਣ ਮੈਂ ਜਵਾਨਾਂ ਨੂੰ ਕਿਹਾ, ਮੈਂ ਕਿਹਾ ਭਾਈ ਆਪਾਂ ਬਾਹਰ ਜਾਣਾ, ਕਹਿੰਦੇ ਨਹੀਂ ਬਾਪੂ ਜੀ ਹੁਣ ਨਹੀਂ ਜਾਣਾ, ਹੁਣ ਤੁਹਾਡੇ ਨਾਲ ਮੋਢਾ ਲੱਗ ਕੇ ਲੜਾਈ ਲੜਨੀ। ਇਹੀ ਮੈਂ ਚਾਹੁੰਦਾ ਸੀ ਕਿ ਆਪਾਂ ਇੱਥੇ ਪੰਜਾਬ ਦੇ ਵਿੱਚ, ਤੁਸੀਂ ਦੇਖੋ, ਮੈਂ ਦੇਖਦਾ ਆ ਰਿਹਾ ਪਿਛਲੇ 30-35 ਸਾਲ ਤੋਂ, ਇੱਕ ਸ਼ਰਾਬ ਦੀ ਬੋਤਲ ਪਿੱਛੇ, ਫੀਮ ਪਿੱਛੇ, ਡੋਡਿਆਂ ਪਿੱਛੇ ਜਾ ਕੇ ਸਵੇਰ ਨੂੰ ਵੋਟ ਪਾ ਦਿੰਦੇ। ਸਾਡੀ ਇਹ ਔਕਾਤ ਹੋ ਗਈ, ਸਾਡਾ ਇਹ ਕਿਰਦਾਰ ਬਣ ਗਿਆ। ਲੱਖ ਲਾਹਨਤ ਹੈ ਜੀਵਨ ਤੋਂ, ਇੱਥੋਂ ਦਾ ਮਰ ਜਾਣਾ ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਇਹ 2 ਟਕਿਆਂ ਦੀ ਚੀਜ਼ਾਂ ਕਰਕੇ ਇਹਨਾਂ ਲੀਡਰਾਂ ਕੋਲ ਵੇਚਦਾ। ਤਾਂ ਹੀ ਤਾਂ ਸਾਡੇ ਨਾਲ ਇਹ ਕਰਦੇ ਆ। ਸਾਡੇ ਕਿਰਦਾਰ ਧੀ ਮੇਰੀ ਏਦਾਂ ਦੇ ਹੋ ਗਏ, ਮੈਂ ਕਿੱਥੇ ਜਾ ਕੇ ਰੋਵਾਂ। ਮੈਂ ਕਿਹੜੇ ਦੁੱਖ ਦੱਸਾਂ ਜੀ। ਮੇਰਾ ਮਨ ਰੋਣ ਲੱਗ ਜਾਂਦਾ ਜਦ ਮੈਂ ਗੱਲਾਂ ਸੁਣਾਉਣਾ। ਬਿਲਕੁਲ ਜੀ। ਅਸੀਂ ਉਧਰ ਦੇਖਿਆ ਦਿੱਲੀ ਜੀ, ਜਿੱਥੇ ਧੀਆਂ ਨੇ, ਭੈਣਾਂ ਨੇ, ਮਾਵਾਂ ਨੇ ਆਪਣੇ ਘਰਦਿਆਂ ਨੂੰ ਇਹ ਕਹਿਤਾ, ਮੈਂ ਰੰਡਾਪਾ ਕੱਟ ਲੂਗੀ, ਬੱਚੇ ਪਾਲ ਲੂਗੀ, ਤੂੰ ਸੇਵਾ ਛੱਡ ਕੇ ਘਰ ਨਾ ਆਈ। ਔਰਤਾਂ ਦੀ ਕਿਸੇ ਦੀ ਬਾਹ ਹੈ ਨਹੀਂ, ਕਿਸੇ ਦੀ ਲੱਤ ਹੈ ਨਹੀਂ, ਉਹ ਸੇਵਾ ਕਰ ਰਹੀ ਹੈ ਜੀ। ਮੈਂ ਉਹ ਦੁੱਖ ਦੇਖੇ ਬੱਚੇ, ਲੇਕਿਨ ਉਹ ਦੁੱਖ ਦਾ ਅਹਿਸਾਸ ਕੌਣ ਕਰੇ? ਇਹਨਾਂ ਲੀਡਰਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਤੁਹਾਡੇ ਦਿਲ ਕਿਹੋ ਜਿਹੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਡੇ ਘਰੇ ਮਾਂ, ਤੁਹਾਡੇ ਘਰੇ ਧੀ, ਤੁਹਾਡੇ ਘਰੇ ਭੈਣ, ਤੁਹਾਡੇ ਘਰੇ ਤੁਹਾਡੀ ਜਨਾਨੀ, ਤੁਹਾਡਾ ਪਰਿਵਾਰ, ਤੁਸੀਂ ਕਦੇ ਸਵੇਰੇ ਉੱਠ ਕੇ ਆਪਣੇ ਪਰਿਵਾਰ ਨੂੰ ਦੇਖਿਆ ਕਿ ਮੈਂ ਪਰਿਵਾਰ ਨੂੰ ਕੀ ਦੇ ਰਿਹਾ? ਜ਼ਹਿਰ ਦੇ ਰਿਹਾ? ਕੀ ਮੈਂ ਪਰਿਵਾਰ ਦਾ ਕਰ ਰਿਹਾ? ਉਹਦੇ ਵਾਸਤੇ ਪੈਸੇ ਜੋੜੀ ਜਾਂਦਾ, ਲੋਕਾਂ ਦਾ ਖੂਨ ਚੂਸੀ ਜਾਂਦਾ। ਜੇ ਖੂਨ ਚੂਸ ਕੇ ਆਵਾਮ ਦਾ ਆਪਣੇ ਘਰ ਭਰ ਲੈਣੇ ਤਾਂ ਯਾਦ ਰੱਖਣੇ ਸਾਰੇ, ਇਹਨਾਂ ਦੇ ਘਰਾਂ ਦੇ ਵਿੱਚ ਉਹ ਸੋਗ ਬਣਾਇਆ ਜਾਊਗਾ ਜਿਹਦੇ ਵੈਣ ਕਈ ਪੁਸ਼ਤਾਂ ਤੱਕ ਨਹੀਂ ਮੁੱਕਣੇ। ਲੇਕਿਨ ਕਰੀਏ ਕੀ? ਰੋਣਾ ਮੈਂ ਤਾਂ ਕਿਉਂਕਿ ਉਹ ਦਰਦ ਸ਼ਾਇਦ ਤੁਸੀਂ ਉੱਥੇ ਨਾ ਮਹਿਸੂਸ ਕਰ ਸਕੋ, ਮੈਂ ਦਰਦ ਰੋਜ਼ ਮਹਿਸੂਸ ਕਰਦਾ। ਕੱਲ ਮਟਕਾ ਚੌਕ ਤੋਂ ਪੁਲਿਸ ਆਈ, ਕੁੱਟ ਮੁੰਡਿਆਂ ਨੂੰ ਲੈ ਗਈ ਥਾਣੇ, ਚਲੋ ਬਾਅਦ ਚ ਛੱਡਤੇ। ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਕਿਸ ਤਰ੍ਹਾਂ ਦੇ ਲੋਕ? ਉਹ ਕਹਿੰਦੇ ਅਸੀਂ ਕੀ ਕਰੀਏ, ਸਾਨੂੰ ਉੱਤੋਂ ਆਰਡਰ ਹੈ। ਮੈਂ ਕਿਹਾ ਤੁਸੀਂ ਵੀ ਤਾਂ ਕਿਸਾਨਾਂ ਦੇ ਬੰਦੇ ਹੋ। ਜਿੱਦਣ ਪੁਲਿਸ ਦੇ ਵਿੱਚ, ਮਿਲਟਰੀ ਦੇ ਵਿੱਚ, CRP ਦੇ ਵਿੱਚ ਇਹ ਜਾਗਰੂਕ ਆ ਗਈ, BSF ਦੇ ਵਿੱਚ, ਕਿ ਅਸੀਂ ਵੀ ਕਿਸਾਨਾਂ ਦੇ ਬੱਚੇ ਆ, ਸਾਡੇ ਵੀ ਮਾਂ ਪਿਓ ਨੇ, ਸਾਡੇ ਵੀ ਬਜ਼ੁਰਗ ਨੇ, ਅਸੀਂ ਕੰਮ ਨਹੀਂ ਕਰਨਾ, ਅਸੀਂ ਗਲਤ ਕੰਮ ਆਵਾਮ ਨੂੰ ਨਹੀਂ ਕੁੱਟਣਾ, ਅਸੀਂ ਕਿਸਾਨਾਂ ਦੇ ਧੱਕਾ ਨਹੀਂ ਕਰਨਾ, ਤਾਂ ਮੈਂ ਸਮਝਦਾ ਉਧਰ ਵੀ ਬਹੁਤ ਵੱਡੀ ਚੀਜ਼ ਆ ਜੀ। ਮਾਫ ਕਰਨਾ ਜੀ, ਮੈਂ ਹੀ ਆ ਤਾਂ ਮੇਰੇ ਅੱਖ ਸਰਜੂ ਆ ਗਏ, ਪਰ ਮੈਂ ਰੋਕ ਨਹੀਂ ਸਕਦਾ। ਬਿਲਕੁਲ ਜੀ, ਅਸੀਂ ਅੰਡਰਸਟੈਂਡ ਕਰਦੇ ਹਾਂ। ਬੇਸ਼ੱਕ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਅਸੀਂ, ਸਾਡਾ ਉਸ ਧਰਤੀ ਦੇ ਵਿੱਚ ਜਨਮ ਹੋਇਆ ਤੇ ਉਹ ਧਰਤੀ ਪੰਜਾਬ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦਾ ਆ। ਬਹਿੰਦੇ ਉੱਠਦੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪਰ ਜਦੋਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਕਿ ਕਿਸ ਤਰ੍ਹਾਂ ਅੱਜ ਵੀ ਅਸੀਂ, ਹਾਲੇ ਵੀ ਕੁਛ ਨਹੀਂ ਵਿਗੜਿਆ ਜੀ, ਅਸੀਂ ਸੰਭਲ ਜਾਈਏ, ਕੀ ਮੈਸੇਜ ਹੋਊਗਾ ਜੀ ਤੁਹਾਡਾ ਸਾਰੇ NRIਆਂ ਨੂੰ, ਤੇ ਜਿੱਥੇ ਤੱਕ ਵੀ ਤੁਹਾਡੀ ਆਵਾਜ਼ ਜਾਂਦੀ ਹੈ, ਕੀ ਕਹਿਣਾ ਚਾਹੁੰਦੇ ਆ ਤੁਸੀਂ? ਦੇਖੋ ਬੇਟਾ, 2 ਗੱਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣ ਲੱਗੇ ਕਹਿ ਗਏ ਸੀ ਨੰਦੇੜ ਸਾਹਿਬ। ਜਦ ਜਾਣ ਲੱਗੇ ਉਹਨਾਂ ਨੇ ਆਪਣਾ ਘੋੜਾ ਮੋੜਿਆ ਔਰ ਉਹਨਾਂ ਨੇ ਕਿਹਾ ਕਿ 2 ਚੀਜ਼ਾਂ ਮੇਰੀ ਯਾਦ ਰੱਖਿਓ, ਇੱਕ ਤਾਂ ਬਾਣੀ ਤੋਂ ਬੇਮੁਖ ਨਾ ਹੋਇਓ, ਬਾਣੀ ਰੋਜ਼ ਪੜੋ, ਰੋਜ਼ ਮਹਾਰਾਜ ਆਪਣੇ ਆਪਣੇ ਈਸ਼ਟ, ਆਪਣੇ ਆਪਣੇ ਧਰਮ ਦੇ ਹਿਸਾਬ ਨਾਲ, ਅਕਾਲ ਪੁਰਖ ਮਹਾਰਾਜ ਦਾ ਓਟ ਸਹਾਰਾ ਲੈ ਕੇ, ਗੁਰੂ ਪੀਰਾਂ ਦਾ, ਗ੍ਰੰਥ ਸਾਹਿਬ ਦਾ ਓਟ ਸਹਾਰਾ ਲੈ ਕੇ, ਸਾਰੇ ਧਰਮਾਂ ਨੂੰ ਬਰਾਬਰ ਲੈ ਕੇ, ਤੇ ਦੂਜਾ ਸ਼ਸਤਰ ਵਿਦਿਆ ਨਾ ਭੁੱਲਿਓ। ਤੁਹਾਨੂੰ ਕੋਈ ਵੀ ਮੁਲਕ, ਕਦੇ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ। ਇਹ ਦੋਨੋਂ ਚੀਜ਼ਾਂ ਅਸੀਂ ਭੁੱਲ ਗਏ। ਮੈਂ ਧੀਆਂ ਭੈਣਾਂ ਨੂੰ, ਮਾਤਾਵਾਂ ਨੂੰ ਕਹਿਣਾ ਵੀ ਆਪਾਂ ਬਾਣੀ ਤੇ ਸ਼ਸਤਰ ਵਿਦਿਆ, ਮੈਂ ਪਾਠ ਰੋਜ਼ ਆਪਣੇ ਬੱਚਿਆਂ ਨੂੰ ਪੜਾਓ, ਉਹਨਾਂ ਨੂੰ ਦੱਸੋ, ਗੁਰੂਆਂ ਪੀਰਾਂ ਦੀਆਂ ਕਹਾਣੀਆਂ ਸੁਣਾਓ, ਜਰਨੈਲਾਂ ਦੀਆਂ ਕਹਾਣੀਆਂ ਸੁਣਾਓ, ਤਾਂ ਕਿ ਜਵਾਨੀ ਹੋਰ ਜਾਗੇ। ਆਉਣ ਵਾਲੇ ਬੱਚੇ, ਮੈਂ ਤਾਂ ਮਾਤਾ ਨੂੰ ਇਹ ਕਿਹਾ ਵੀ ਜਦ ਗਰਭ ਦੇ ਵਿੱਚ ਬੱਚਾ ਹੋਵੇ ਉਦੋਂ ਪਾਠ ਕਰਿਆ ਕਰੋ, ਦੱਸਿਆ ਕਰੋ। ਜਦੋਂ ਪੈਦਾ ਹੋਵੇ ਉਹਨੂੰ ਇਹ ਨਾ ਕਿਹਾ ਕਰੋ ਕਹਿ ਮੰਮੀ ਤੇ ਕਹਿ ਬਾਪੂ, ਉਹਨੂੰ ਕਹਿ ਵਾਹਿਗੁਰੂ, ਕਹਿ ਵਾਹਿਗੁਰੂ, ਕਹਿ ਵਾਹਿਗੁਰੂ। ਜਿਹੜਾ ਬੱਚਾ ਪਹਿਲਾ ਲਫ਼ਜ਼ ਵਾਹਿਗੁਰੂ ਕੱਢੂਗਾ, ਜਰਨੈਲ ਬਣੂਗਾ, ਸਾਫ਼ ਸੁਥਰਾ ਹਰੀ ਸਿੰਘ ਨਲੂ ਵਰਗੇ ਹੋਣਗੇ। ਸੋ ਮੇਰੀ ਤਾਂ ਇਹ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਧੀਆਂ ਨੂੰ, ਸਾਰੇ ਬਜ਼ੁਰਗਾਂ ਨੂੰ, ਸਾਰੇ ਬੱਚਿਆਂ ਨੂੰ, ਤੁਹਾਨੂੰ ਸਾਰਿਆਂ ਨੂੰ, ਮਾਤਾਵਾਂ ਨੂੰ, ਕਿ ਤੁਸੀਂ ਜੋ ਸੰਸਕਾਰ ਆਪਣੇ ਬੱਚਿਆਂ ਨੂੰ ਦਿਓਗੇ ਉਹੀ ਉਹੋ ਜਿਹੇ ਬੱਚੇ ਬਣਨਗੇ। ਇਹ ਦੁੱਖ ਵਾਲੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਨਾ ਦੇ ਸਕੇ ਔਰ ਆਪਣੇ ਬੱਚਿਆਂ ਨੂੰ ਗੁਰੂਆਂ ਪੀਰਾਂ ਦੀਆਂ ਗੱਲਾਂ ਨਾ ਸਮਝਾ ਸਕੇ, ਜਰਨੈਲਾਂ ਦੀਆਂ, ਸ਼ਹੀਦਾਂ ਦੀਆਂ ਗੱਲਾਂ ਨਾ ਦੱਸ ਸਕੇ। ਉਹ ਮਾਤਾਵਾਂ ਜਿਹੜੀਆਂ ਆਪਣੀ ਦੁੱਧ ਚੰਗਾਉਂਦੀਆਂ ਪਾਠ ਕਰਦੀਆਂ ਹੁੰਦੀਆਂ ਸੀ, ਨਾ ਕਰ ਸਕੀਆਂ, ਤਾਂ ਪੰਜਾਬ ਦੀ ਧਰਤੀ ਤੇ ਦੁੱਖ ਆਇਆ। ਅਜੇ ਵੀ ਮੇਰੀ ਬੇਨਤੀ ਹੈ, ਹੱਥ ਜੋੜ ਕੇ ਗੁਰੂ ਮਹਾਰਾਜ ਦਾ ਲੜ ਫੜ ਕੇ ਜਰਨੈਲ ਬਣੋ, ਜਰਨੈਲੀਆਂ ਬਣੋ।
ਤੁਸੀਂ ਉਹੀ ਔਰਤ ਹੋ ਜਿਨ੍ਹਾਂ ਨੇ ਆਪਣੇ ਬੱਚੇ ਬੰਦ ਕਟਵਾ ਕੇ ਹਾਰ ਪਵਾ ਕੇ ਆਪਣੇ ਗਲ 'ਚ ਪਵਾਏ ਆ ਤੇ ਫਿਰ ਸੀ ਨਹੀਂ ਕੀਤੀ। ਇਸ ਕਰਕੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ। ਮਾਤਾਓ ਜਨਨੀਓ, ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਤੁਹਾਨੂੰ ਬਣਾਇਆ, ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਆਪਣੀ ਕੁੱਖੋਂ ਜਰਨੈਲ ਦੀ ਸੋਚ ਰੱਖੋਗੇ, ਜਰਨੈਲ ਜੰਮਣਗੇ। ਪੰਜਾਬ ਦੀ ਧਰਤੀ ਮਾਤਾ ਪੁਕਾਰ ਕਹਿ ਰਹੀ ਹੈ ਆਪਣੇ ਪੁੱਤਰਾਂ ਨੂੰ, ਉਹ ਮੇਰੇ ਬੱਚਿਓ ਮੈਨੂੰ ਸੰਭਾਲ ਲਓ, ਮੇਰੀ ਵੈਰੀ ਮੇਰੀ ਹਿੱਕ ਪੜਨ ਨੂੰ ਫਿਰਦਾ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਰੇ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਆਓ, ਮਹਾਰਾਜ ਦਾ ਨਾਂ ਜਪੋ, ਦ੍ਰਿੜਤਾ ਨਾਲ ਚੜ੍ਹਦੀ ਕਲਾ 'ਚ ਰਹੋ। कोई किसी को राज न दे है, कोई किसी को ताज न दे है, जो ले है अपने निज बल से ले है। बस इन्नी गल याद रखियो। बहुत बहुत धन्यवाद जी। जी वाहिगुरू जी का खालसा, वाहिगुरू जी की फतेह जी। बहुत फकर महसूस होंदा कि ਇਹੋ ਜਿਹੀਆਂ ਸੱਚੀਆਂ ਤੇ ਨੇਕ ਰੂਹਾਂ ਸਾਡੇ ਕੋਲ ਨੇ ਸਾਨੂੰ ਗਾਈਡ ਕਰਨ ਦੇ ਲਈ। ਪਤਾ ਨਹੀਂ ਅਸੀਂ ਕਿੱਥੇ ਖੁੰਝ ਜਾਂਦੇ ਆ, ਕਿਉਂ ਅਸੀਂ ਮੁੜ ਕੇ ਉਹੀ ਗਲਤੀਆਂ ਕਰ ਲੈਂਦੇ ਆ, ਕਿਉਂ ਅਸੀਂ ਹਰ ਵਾਰੀ 5 ਸਾਲਾਂ ਲਈ ਆਪਣੇ ਲਈ ਕੰਡੇ ਬੀਜ ਲੈਂਦੇ ਆ, ਕਿੱਥੇ ਸਾਡੇ ਕੋਲੋਂ ਕੁਤਾਹੀ ਹੋ ਜਾਂਦੀ ਆ, ਕਿਉਂ ਨਹੀਂ ਸਾਡੇ ਸਿੰਪਲ ਗੱਲਾਂ ਜ਼ਿਹਨ ਦੇ ਵਿੱਚ ਪੈਂਦੀਆਂ, ਕਿਉਂ ਨਹੀਂ ਸਾਨੂੰ ਸਮਝ ਆਉਂਦੀ, ਕਿਉਂ ਅਸੀਂ ਆਪਣੀ ਵੋਟ ਗਲਤ ਹੱਥਾਂ 'ਚ ਦੇ ਦਿੰਦੇ ਆ। ਕਿਉਂ? ਇਸ ਕਿਉਂ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਹਰ 5 ਸਾਲਾਂ ਬਾਅਦ ਅਸੀਂ ਕਹਿੰਦੇ ਆ ਕਿ ਐਤਕੀ ਮੈਂ ਆਹ ਨਹੀਂ ਕਰਨਾ, ਐਤਕੀ ਮੈਂ ਇਸ ਪਾਰਟੀ ਨੂੰ ਨਹੀਂ ਵੋਟ ਦੇਣੀ, ਪਰ ਫਿਰ ਕਰਦੇ ਅਸੀਂ ਉਹ ਕੁਛ ਹੀ ਆ। ਸੋ ਸਾਡੇ ਤੇ ਤਾਂ ਉਹ ਕਹਾਵਤ ਲਾਗੂ ਹੁੰਦੀ ਆ ਵੀ ਹਾਥੀ ਦੇ ਦੰਦ ਦਿਖਾਣ ਦੇ ਹੋ ਰਿਹਾ ਤੇ ਖਾਣ ਦੇ ਹੋ ਰਿਹਾ। ਅਸੀਂ ਕਹਿੰਦੇ ਤੇ ਬਹੁਤ ਕੁਛ ਆ, ਕਹਿਣੀ ਤੇ ਕਰਨੀ ਤੇ ਖਰੇ ਕਦੇ ਨਹੀਂ ਉਤਰਦੇ। ਬਹੁਤ ਖਰੀਆਂ ਤੇ ਬਹੁਤ ਸਪਸ਼ਟ ਗੱਲਾਂ ਦੇ ਨਾਲ ਇਹਨਾਂ ਨੇ ਦੱਸਿਆ ਕਿ ਜੇ ਅਜੇ ਵੀ ਅਸੀਂ ਨਾ ਸੰਭਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਬਾਹੀ ਹੋਵੇਗੀ। ਤੇ ਪਹਿਲਾਂ ਹੀ ਪੰਜਾਬ ਤਾਂ ਤੁਸੀਂ ਦੇਖਿਓ ਕਿੰਨੀਆਂ ਮਾਰਾਂ, ਕਿੰਨੇ ਕਿਸਾਨ ਖੁਦਕੁਸ਼ੀਆਂ ਕਰਦੇ, ਕਰਜ਼ਿਆਂ ਥੱਲੇ ਦੱਬੇ ਪਏ। ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ। ਜੇ ਅੱਜ ਤੋਂ ਅਸੀਂ ਪਿੱਛੇ ਝਾਤ ਮਾਰੀਏ, ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਪਣਾ ਇਤਿਹਾਸ ਫੋਲ ਕੇ ਦੇਖੀਏ, ਕਿਸੇ ਦੀ ਧੀ ਭੈਣ, ਕਿਸੇ ਦੀ ਮਾਂ ਵੱਲ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਅੱਖ ਚੁੱਕ ਕੇ ਦੇਖਣ ਦੀ। ਇਹੋ ਜਿਹੇ ਯੋਧੇ, ਜਰਨੈਲ ਤੇ ਲੀਡਰ ਸੀ ਸਾਡੇ। ਕਿੱਥੇ ਕਿਹੜੇ ਪਾਸੇ ਨੂੰ ਅਸੀਂ ਜਾ ਰਹੇ ਹਾਂ, ਸੋਚਣ ਵਾਲੀ ਗੱਲ ਆ। ਆਓ ਰਲ ਕੇ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਹੰਭਲਾ ਮਾਰੀਏ, ਅਸੀਂ ਅਗਾਹ ਕਰੀਏ, ਉਹਨਾਂ ਨੂੰ ਸੁਚੇਤ ਕਰੀਏ, ਅਵੇਅਰਨੈਸ ਦਈਏ। ਜਿਹੜੇ ਲੈਵਲ 'ਤੇ ਵੀ ਜਾ ਕੇ ਅਸੀਂ ਸਮਝਾ ਸਕਦੇ ਹਾਂ, ਆਪਣਿਆਂ ਨੂੰ ਸਮਝਾਈਏ ਕਿ ਚੰਗੇ ਲੀਡਰ ਚੁਣਨ, ਜਰਨੈਲ ਚੁਣਨ, ਜਿਹੜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀ ਨੌਜਵਾਨ ਪੀੜ੍ਹੀ ਤੇ ਸਾਡੇ ਪੰਜਾਬ ਨੂੰ ਪਹਿਲਾਂ ਵਾਂਗ ਫਿਰ ਹੱਸਦਾ ਖੇਡਦਾ ਪੰਜਾਬ, ਵਸਦਾ ਪੰਜਾਬ ਤੇ ਠੰਡੀਆਂ ਹਵਾਵਾਂ ਜਿੱਧਰੋਂ ਆਉਣ, ਇਹੋ ਜਿਹਾ ਪੰਜਾਬ ਬਣਾ ਸਕੇ। ਹਾਲੇ ਵੀ ਦੇਰ ਨਹੀਂ ਹੋਈ। ਕੋਸ਼ਿਸ਼ ਰਹਿੰਦੀ ਹੈ ਸਾਂਝਾ ਟੀਵੀ ਦੀ ਹਮੇਸ਼ਾ ਹੀ ਤੁਹਾਡੇ ਤੱਕ ਇਹੋ ਜਿਹੀਆਂ ਸ਼ਖਸੀਅਤਾਂ ਲੈ ਕੇ ਆਉਣ ਦੀ। ਸਵੇਰੇ ਤੁਹਾਡੇ ਨਾਲ ਫੇਰ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਮੁਲਾਕਾਤ ਹੋਵੇਗੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਫੀਡਬੈਕ ਜ਼ਰੂਰ ਦਿਆ ਕਰੋ। ਖਿਆਲ ਰੱਖਿਓ। ਮੇਰੇ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।